ਇਕੁਅਲ ਨਿਊਜ਼ ਦਿੰਦਾ ਹੁੰਦਾ ਸੀ। ਸੋ ਨਾਓ ਤੁਸੀਂ ਰਿਅਲਾਈਜ਼ ਹੀ ਕਰ ਸਕਦੇ ਹੋ ਕਿ ਸਮਥਿੰਗ ਫਿਸ਼ੀ ਗੋਇੰਗ ਆਨ। ਜੀ ਥੈਂਕ ਯੂ ਭੈਣ ਜੀ। ਬਿਲਕੁਲ ਢਿੱਲੋਂ ਸਾਹਿਬ, ਆਪਾਂ ਚੱਲਦੇ ਜੀ ਖਬਰਾਂ ਵਾਲੇ ਬੰਨੇ। ਸਾਡੇ ਦੇਸ਼ ਦੇ ਹੋਣਹਾਰ ਪ੍ਰਧਾਨ ਮੰਤਰੀ ਜਿਹੜੇ ਬੜੇ ਵਿਵਾਦਾਂ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦਾ ਜਿਹੜਾ ਪੂਰਾ ਸੈਰ ਸਪਾਟਾ ਕਰਨ ਦਾ ਵੀ ਪੂਰਾ ਵਰਲਡ ਟੂਰ ਵੀ ਕੀਤਾ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ। ਉਹ ਕਹਿੰਦੇ ਹੁੰਦੇ ਨਾ, ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਉਹ ਗੱਲ ਆ, ਕਹਿੰਦੇ ਪ੍ਰਧਾਨ ਮੰਤਰੀ ਬਣ ਗਏ ਆ, ਪਹਿਲਾਂ ਤਾਂ ਕੋਈ ਪਾਸਪੋਰਟ ਵੀ ਨਹੀਂ ਸੀ ਦਿੰਦਾ ਤੇ ਵੀਜ਼ਾ ਵੀ ਨਹੀਂ ਸੀ ਦਿੰਦਾ। ਕਹਿੰਦੇ ਹੁਣ ਚੱਲ ਹੁਣ ਪੂਰਾ ਵਰਲਡ ਟੂਰ ਕਰ ਲਈਏ। ਨਵੇਂ ਤੋਂ ਨਵਾਂ ਫਰਮਾਨ ਦਿੰਦੇ ਆ ਜੀ, ਕਿਤੇ ਮਨ ਕੀ ਬਾਤ, ਕਦੇ ਕੋਈ ਬਾਤ, ਲੋਕਾਂ ਦੇ ਵਿੱਚ ਆ ਕੇ ਜਾਂ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ ਤੋਂ ਹਮੇਸ਼ਾ ਹੀ ਕਤਰਾਉਂਦੇ ਆ। ਕਹਿੰਦੇ ਕੀ ਹੈ ਮੋਦੀ ਜੀ ਦਾ ਨਵਾਂ ਫਰਮਾਨ? ਸ਼ਬਦ ਤੁਸੀਂ ਇਸਤੇਮਾਲ ਕੀਤਾ ਜੀ, ਹੋਣਹਾਰ ਜੀ। ਮੈਂ ਇਹਦੇ ਚ ਥੋੜੀ ਜਿਹੀ ਵਾਧਾ ਕਰਦਾ, ਹੋਣਹਾਰ ਦੇ ਆਲੇ ਦੁਆਲੇ ਇਨਵਰਟਡ ਕੰਮ ਲਾ ਦਿਓ ਜੀ। ਇੱਕ ਵਿਲੱਖਣ ਪ੍ਰਧਾਨ ਮੰਤਰੀ ਹੈ ਸਾਡੇ ਦੇਸ਼ ਦੇ ਜੀ। ਇਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਦੀ ਹਾਲਤ ਕੀ ਹੈ, ਸਾਰੀ ਦੁਨੀਆ ਤਰਾਹ ਕਰ ਰਹੀ ਹੈ। ਕਰੋਨਾ ਵਰਗੇ ਵਾਇਰਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਜੀ। ਲੱਖਾਂ ਲੋਕ ਬਿਮਾਰ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਮਰ ਚੁੱਕੇ ਹੈ। ਔਰ ਅਮਰੀਕਾ ਵਰਗੇ ਦੇਸ਼ ਜਿਹੜੇ ਹੈਗੇ ਹੈ, ਉਹਨਾਂ ਨੂੰ ਵੀ ਵਕਤ ਪਿਆ ਵਾ ਬਹੁਤ ਵੱਡਾ ਵੀ, ਇਹਦਾ ਕਰੀਏ ਤਾਂ ਕਰੀਏ ਕੀ ਜੀ। ਚਾਹੀਦਾ ਇਹ ਹੁੰਦਾ ਕਿ ਇਹ ਜਿਹੇ ਮੌਕੇ ਤੇ ਜੇ ਪ੍ਰਧਾਨ ਮੰਤਰੀ ਬੋਲੇ, ਦੇਸ਼ ਦਾ ਰਾਸ਼ਟਰਪਤੀ ਬੋਲੇ, ਕੋਈ ਹੋਰ ਮਹਾਮਹਿਮ ਬੋਲੇ ਜੀ, ਉਹਨੂੰ ਇਹ ਚਾਹੀਦਾ ਹੁੰਦਾ ਕਿ ਉਹ ਦੇਸ਼ ਦੇ ਲੋਕਾਂ ਲਈ ਕੋਈ ਸੰਦੇਸ਼ ਦੇਵੇ ਠੀਕ ਤਰੀਕੇ ਦਾ, ਜਿਹੜਾ ਕੰਸਟਰਕਟਿਵ ਹੋਵੇ। ਉਹ ਦੇਸ਼ ਦੇ ਲੋਕਾਂ ਲਈ ਐਲਾਨ ਕਰੇ, ਉਹਨਾਂ ਨੂੰ ਕੁਝ ਰਿਆਇਤਾਂ ਦੇਵੇ। ਮੈਂ ਵਿਕਸਿਤ ਦੇਸ਼ਾਂ ਦੇ ਲੋਕਾਂ ਨੂੰ ਦੇਖ ਰਿਹਾ, ਉਹ ਰਿਆਇਤਾਂ ਦੇ ਰਹੇ ਹੈ ਜੀ। ਮੈਂ ਨਿਊਜ਼ੀਲੈਂਡ ਦੇ ਵਿੱਚ ਸਾਡੇ ਸੱਜਣ ਹੈ, ਉਹਨਾਂ ਨਾਲ ਗੱਲ ਹੋਈ ਸੀ। ਉਹਨਾਂ ਨੇ ਕਿਹਾ ਜੀ, ਲਾਕਡਾਊਨ ਕਰਦਿਆਂ ਸਾਰ ਨਿਊਜ਼ੀਲੈਂਡ ਦੀ ਸਰਕਾਰ ਨੇ ਜਿਹੜੇ ਕੰਮ ਕਰਨ ਵਾਲੇ ਲੋਕ ਹੈ, ਉਹਨਾਂ ਕੰਮ ਕਰਨ ਵਾਲੇ ਲੋਕਾਂ ਦੇ, ਚਾਹੇ ਮੀਆਂ ਬੀਵੀ ਦੋਨੋਂ ਕਮਾਉਂਦੇ ਹੈ, ਦੋਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਹੈ ਕਿ ਭਾਈ ਤੁਸੀਂ ਆਪਣੇ ਆਪ ਨੂੰ ਟੁੱਟੇ ਮਹਿਸੂਸ ਨਾ ਕਰੋ, ਆ ਤੁਹਾਡੇ ਲੰਗਰ ਪਾਣੀ ਦਾ ਪ੍ਰਬੰਧ ਚੱਲੂਗਾ ਜੀ। ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲੇ ਦਿਨ ਜੇ ਅਸੀਂ ਦੇਖੀਏ ਤੇ ਇਹ ਉਹਨਾਂ ਦਾ ਤੀਜਾ ਜਿਹੜਾ ਕੌਮ ਨੂੰ ਖਿਤਾਬ ਕਰਨ ਵਾਲਾ ਐਕਸ਼ਨ ਹੈ ਜੀ। ਪਹਿਲਾਂ ਉਹਨਾਂ ਨੇ ਇੱਕ ਦਿਨ ਉਹ ਆਏ, ਆ ਕੇ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ, ਕਿਹਾ ਕਿ ਮੈਂ ਤੁਹਾਥੋਂ ਕੁਝ ਨਹੀਂ ਮੰਗਦਾ, ਸਿਰਫ ਇੱਕ ਦਿਨ ਦੇ ਦਿਓ ਮੈਨੂੰ, ਇੱਕ ਦਿਨ ਤੁਸੀਂ ਜਨਤਕ ਕਰਫਿਊ ਲਾ ਦਿਓ। ਲੋਕਾਂ ਨੇ ਲਾਤਾ। ਉਹਦੇ ਵਿੱਚ ਨਾਲ ਉਹਨਾਂ ਨੇ ਕਹਿ ਦਿੱਤਾ ਕਿ 5 ਵਜੇ ਠੀਕ ਤੁਸੀਂ ਤਾਲੀਆਂ ਵਜਾਇਓ, ਆਪਣੀਆਂ ਬਾਲਕੋਨੀਆਂ, ਆਪਣੇ ਗੇਟਾਂ ਦੇ ਉੱਤੇ ਆ ਕੇ ਤੁਸੀਂ ਥਾਲੀਆਂ ਖੜਕਾਇਓ, ਔਰ 5 ਮਿੰਟ ਪੂਰੀ ਤਰ੍ਹਾਂ ਤੁਸੀਂ ਜਿਹੜੀ ਹੈਗੀ ਇੱਕ ਮੁਕਤਾ ਪ੍ਰਗਟ ਕਰਿਓ ਉਸ ਸਟਾਫ, ਮੈਡੀਕਲ ਸਟਾਫ ਦੇ ਨਾਂ ਤੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੋਇਆ। ਪਰ ਹੋਇਆ ਕੀ, ਰਾਤ ਦੇ 12 ਵਜੇ ਤੱਕ ਕਰਫਿਊ ਲੱਗਣਾ ਚਾਹੀਦਾ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਭਾਂਡੇ ਟੀਡੇ ਲੋਕਾਂ ਨੇ ਖੜਕਾ ਲਏ ਤੇ ਫਿਰ ਨਾਲ ਦੀ ਨਾਲ ਹੀ ਉਹ ਬਾਜ਼ਾਰਾਂ ਦੇ ਵਿੱਚ ਨਿਕਲ ਆਏ। ਜਿਹੜਾ ਸੋਸ਼ਲ ਡਿਸਟੈਂਸ ਦਾ ਸਾਡਾ ਮਕਸਦ ਸੀ ਉਹ ਕਿੱਥੇ ਗਿਆ ਜੀ। ਜੇ ਵੱਡੇ ਪੱਧਰ ਦੇ ਉੱਤੇ ਲੋਕ ਆਉਣਗੇ ਤਾਂ ਉਹ ਗੜਬੜ ਹੋ ਜਾਣੀ। ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਹੈ, ਪਹਿਲੇ ਦਿਨ ਵੀ ਰਾਤ ਨੂੰ 8 ਵਜੇ ਬੋਲੇ, ਦੂਜੇ ਦਿਨ ਵੀ 8 ਵਜੇ ਬੋਲੇ। ਉਦੋਂ ਉਹਨਾਂ ਨੇ ਕਹਿ ਦਿੱਤਾ ਜੀ ਘੱਟੋ ਘੱਟ ਜਿਹੜਾ ਹੈਗਾ 21 ਦਿਨਾਂ ਦਾ ਲਾਕਡਾਊਨ ਜਿਹੜਾ ਉਹ ਲਾਗੂ ਕਰ ਲਓ ਜੀ। 21 ਦਿਨਾਂ ਦੇ ਲਾਕਡਾਊਨ ਦੀ ਗੱਲ ਹੋ ਗਈ। ਲਾਕਡਾਊਨ ਲਾਗੂ ਕਰ ਲਿਆ, ਲਾਕਡਾਊਨ ਜ਼ਰੂਰ ਲਾਗੂ ਕਰ ਰਿਹਾ, ਲੇਕਿਨ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਅਨਾਰਕੀ ਮਚ ਗਈ, ਅਫਰਾ ਤਫਰੀ ਮਚ ਗਈ। ਤੀਜੇ ਦਿਨ ਉਹ ਅੱਜ ਆਏ। ਅੱਜ ਉਹਨਾਂ ਨੇ ਆ ਕੇ ਇੱਕ ਆਡੀਓ ਜਾਰੀ ਕਰਤੀ, ਵੀਡੀਓ ਜਾਰੀ ਕਰਤੀ। ਉਸ ਵੀਡੀਓ ਦੇ ਜ਼ਰੀਏ ਉਹ ਕੀ ਕਹਿ ਰਹੇ, ਉਸ ਵੀਡੀਓ ਦੇ ਜ਼ਰੀਏ ਵੀ ਉਹ ਅਜਿਹਾ ਹੀ ਇੱਕ ਸੱਦਾ ਦੇ ਰਹੇ। ਪਰ ਖੁਸ਼ਕਿਸਮਤੀ ਹੈ ਕਿ ਲੋਕਾਂ ਨੂੰ ਜਿਹੜੇ ਸਵੇਰੇ ਉਹ ਆਏ ਹੈ, ਉਹਨਾਂ ਨੂੰ ਇਹ ਆਸ ਸੀ ਕਿ ਕੋਈ ਚੰਗਾ ਸੁਨੇਹਾ ਆਊਗਾ, ਕਿਉਂਕਿ ਪਹਿਲੇ ਦੋਨੇ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਤੋਂ ਪਹਿਲਾਂ ਜਿੰਨੇ ਵੀ ਐਲਾਨ ਕੀਤੇ ਹੈ ਉਹ ਸ਼ਾਮ ਦੇ 8 ਵਜੇ ਕਰਦੇ ਹੁੰਦੇ ਤੇ 12 ਵਜੇ ਉਹਨਾਂ ਦਾ ਐਲਾਨ ਲਾਗੂ ਹੋ ਜਾਂਦਾ ਹੈ। ਹੁਣ ਕਿ ਸਵੇਰੇ 9 ਵਜੇ ਉਹਨਾਂ ਨੇ ਕਿਹਾ ਸੀ ਕਿ ਉਹ ਲੋਕਾਂ ਦੇ ਨਾਲ ਇੱਕ ਸੁਨੇਹਾ ਦੇਣਗੇ। 9 ਵਜੇ ਸੁਨੇਹਾ ਆ ਗਿਆ, ਲੋਕਾਂ ਨੂੰ ਇਹ ਸੀ ਕਿ ਸਾਨੂੰ ਕੋਈ ਰਾਹਤ ਦੇਣਗੇ, ਲੇਕਿਨ ਰਾਹਤ ਨਹੀਂ ਮਿਲੀ। ਇੱਕ ਨਵਾਂ ਫਰਮਾਨ ਜਾਰੀ ਕਰਤਾ। ਨਵਾਂ ਫਰਮਾਨ ਕੀ ਹੈ ਜੀ? 5 ਤਾਰੀਖ ਰਾਤ ਦੇ 9 ਵਜੇ ਪੂਰੇ 9 ਮਿੰਟ ਦੇਸ਼ ਦੇ ਲੋਕਾਂ ਨੇ ਆਪਣੀਆਂ ਬੱਤੀਆਂ ਬੁਝਾ ਦੇਣੀਆਂ। ਬੱਤੀਆਂ ਬੁਝਾਉਣ ਤੋਂ ਬਾਅਦ ਕੀ ਕਰਨਾ ਜੀ? ਕਹਿੰਦੇ ਦੀਵੇ ਵਾਲੋ, ਮੋਮਬੱਤੀਆਂ ਵਾਲੋ, ਟਾਰਚਾਂ ਵਾਲੋ, ਤੁਹਾਡੇ ਜਿਹੜੇ ਮੋਬਾਈਲ ਫੋਨ ਹੈ ਇਹਨਾਂ ਦੀਆਂ ਲਾਈਟਾਂ ਵਾਲੋ,
ਔਰ ਇਹ ਲਾਈਟਾਂ ਬਾਲ ਕੇ ਤੁਸੀਂ ਇਹ ਐਲਾਨ ਕਰੋ ਕਿ ਸਮੁੱਚਾ ਭਾਰਤ ਇੱਕ ਮੁੱਠ ਹੈ। ਕਾਹਦੇ ਵਾਸਤੇ? ਮਹਾ ਦੁਸ਼ਮਣ ਕਰੋਨਾ ਦੇ ਖਿਲਾਫ ਲੜਨ ਵਾਸਤੇ। ਮੇਰਾ ਖਿਆਲ ਹੈ ਵੀ ਇਹ ਗੱਲ ਤਾਂ ਕਹਿਣ ਦੀ ਲੋੜ ਹੀ ਨਹੀਂ ਸੀਗੀ ਮੋਦੀ ਸਾਹਿਬ ਨੂੰ ਜੀ, ਕਿਉਂਕਿ ਭਾਰਤ ਪਹਿਲਾਂ ਹੀ ਸਾਰਾ ਇੱਕ ਮੁੱਠ ਹੈ ਜੀ। ਇਸ ਮੁੱਦੇ ਦੇ ਉੱਤੇ ਸਾਰਾ ਭਾਰਤ ਇੱਕ ਮੁੱਠ ਹੈ। ਸਾਰਾ ਭਾਰਤ ਲੜਾਈ ਵਾਸਤੇ ਤਿਆਰ ਹੈ। ਜੋ ਮੁੱਖ ਮੰਤਰੀ ਹੁਕਮ ਦਿੰਦਾ, ਜੋ ਪ੍ਰਧਾਨ ਮੰਤਰੀ ਹੁਕਮ ਦਿੰਦਾ ਹੈ ਜੀ, ਭਾਰਤ ਦੇ ਲੋਕ ਉਹਦੇ ਤੇ ਪਹਿਰਾ ਦੇ ਰਹੇ। ਇਹ ਫਿਰ ਵੀ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹੜਾ ਵਿਖਿਆਨ ਦੇ ਦਿੱਤਾ ਜੀ। ਉਹ ਕਹਿੰਦੇ ਪਿੰਡ ਉਜੜ ਰਿਹਾ ਤੇ ਕਮਲੀ ਨੂੰ ਖੁਰਕਣ ਦੀ ਪਈ ਵੀ ਹੈ। ਇਹ ਸਥਿਤੀ ਸਾਡੇ ਦੇਸ਼ ਦੀ ਬਣੀ, ਇਹ ਸਾਡੇ ਦੇਸ਼ ਦੀ ਸਥਿਤੀ ਬਣੀ ਪਈ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇਹਦੇ ਚ ਸੰਦੇਸ਼ ਕੀ ਦੇਣਾ ਚਾਹੁੰਦੇ। ਉਹ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਸਾਹਿਬ ਟਰੋਲ ਹੋਏ। ਟਰੋਲ ਕਰਨ ਵਾਲੇ ਲੋਕਾਂ ਨੇ, ਬੁੱਧੀਜੀਵੀ ਲੋਕਾਂ ਨੇ ਇਹਦੇ ਚ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਉਠਾਏ ਕਿ ਪ੍ਰਧਾਨ ਮੰਤਰੀ ਜਾ ਕਿਹੜੇ ਰਸਤੇ ਰਹੀ ਹੈ। ਸਾਨੂੰ ਚਾਹੀਦਾ ਕੀ ਹੈ? ਜੋ ਲੋਕਾਂ ਦੀਆਂ ਆਸਾਂ ਮੰਗਾਂ ਉਹਦੇ ਤੇ ਹੈ ਨਹੀਂ, ਹਾਲਾਤ ਕਿੱਧਰ ਨੂੰ ਜਾ ਰਹੇ ਹੈ। ਬਿਲਕੁਲ ਇਹ ਕੋਈ ਇੱਕ ਜਿਹੜਾ ਹੈਗਾ ਪ੍ਰਧਾਨ ਮੰਤਰੀ ਵਾਲਾ ਜਿਹੜਾ ਇੱਕ ਭਾਸ਼ਣ ਹੈ, ਉਹ ਭਾਸ਼ਣ ਨਹੀਂ ਹੁੰਦਾ। ਜਦੋਂ ਜੀ ਕਰਦਾ ਆ ਗਿਆ ਜੀ, ਆ ਕੇ ਐਡਰੈਸ ਕੀਤਾ ਤੇ ਫਿਰ ਆਪਣੇ ਘੁਰਨੇ ਚ ਆ ਕੇ ਚਲੇ ਗਏ। ਲੋਕ ਮਰ ਰਹੇ ਹੈ, ਮਰ ਰਹੇ ਲੋਕਾਂ ਨੂੰ ਰਾਹਤ ਚਾਹੀਦੀ ਹੈ। ਆਮ ਤੌਰ ਤੇ ਅਸੀਂ ਦੇਖਿਆ ਵੀ ਜਦੋਂ ਕੋਈ ਸ਼ਾਸਕ ਬੋਲਦਾ ਹੁੰਦਾ ਹੈ ਉਸ ਸ਼ਾਸਕ ਦੇ ਬੋਲਣ ਦਾ ਮਤਲਬ ਹੁੰਦਾ, ਸੋ ਲੋਕ ਸੋਚਦੇ ਹੁੰਦੇ ਕਿ ਇਹਦੇ ਅਰਥ ਕੀ ਨਿਕਲਣਗੇ। ਇੱਕ ਇੱਕ ਲਾਈਨ ਦੇ ਕਈ ਕਈ ਸਫ਼ੇ ਬਣ ਜਾਂਦੇ ਹੈ। ਮੇਰੇ ਯਾਦ ਹੈ, ਤੁਸੀਂ ਵੀ ਪੜ੍ਹਿਆ ਹੋਣਾ, ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਹੈ, ਫਰਾਂਸ ਦੇ ਰੈਵੋਲੂਸ਼ਨ ਤੋਂ ਪਹਿਲਾਂ ਜਦੋਂ ਉੱਥੇ ਭੁੱਖਮਰੀ ਫੈਲੀ ਹੋਈ ਸੀ, ਵੱਡੇ ਪੱਧਰ ਦੇ ਉੱਤੇ ਲੋਕ ਮੁਜ਼ਾਹਰੇ ਕਰ ਰਹੇ ਸੀ। ਫਰਾਂਸ ਦੀ ਜਿਹੜੀ ਰਾਣੀ ਹੈ ਮਹਿਲ ਦੇ ਉੱਤੇ ਖੜੀ ਦੇਖਦੀ ਹੈ, ਉਹ ਆਪਣੇ ਅਹਿਲਕਾਰਾਂ ਨੂੰ ਪੁੱਛਦੀ ਹੈ ਇਹਨਾਂ ਨੂੰ ਕਿਉਂ, ਕੀ ਹੋ ਗਿਆ, ਇਹ ਲੋਕ ਕਿਉਂ ਮੁਜ਼ਾਹਰੇ ਕਰਦੇ ਹੈ। ਅਹਿਲਕਾਰਾਂ ਨੇ ਦੱਸਿਆ ਜੀ ਇਹ ਭੁੱਖੇ ਹੈ। ਕਹਿੰਦੀ ਫਿਰ ਕੇਕ ਖਾ ਲਿਆ ਕਰਨ, ਜਿਹਨੂੰ ਰੋਟੀ ਨਹੀਂ ਮਿਲਦੀ ਉਹਨੂੰ ਕੇਕ ਕਿੱਥੇ ਮਿਲ ਗਏ। ਉਹ ਸਥਿਤੀ ਅੱਜ ਸਾਡੇ ਦੇਸ਼ ਦੀ ਬਣੀ ਹੈ। ਅਸੀਂ ਤੱਲੀਆਂ ਖੜਕਾਉਣ ਤੇ ਲਾਤੀ, ਅਸੀਂ ਦੀਵੇ ਜਗਾਉਣ ਤੇ ਲੋਕ ਲਾ ਕੇ ਲੋਕਾਂ ਨੂੰ ਰੋਟੀ ਚਾਹੀਦੀ ਹੈ। 14 ਦਿਨ ਹੋ ਗਏ ਲੋਕ ਆਪਣੇ ਘਰਾਂ ਦੇ ਅੰਦਰ ਬੈਠੇ ਵੀ ਹੈ, ਉਹਨਾਂ ਨੂੰ ਉਹ ਤਪੇ ਬੈਠੇ ਹੈ। ਜਿਹੜੇ ਗਰੀਬ ਗੁਰਗੇ ਨੂੰ ਰੋਟੀ ਨਹੀਂ ਮਿਲਦੀ, ਉਹ ਮੰਗਤਿਆਂ ਨੂੰ ਬੈਠੇ ਆ ਲੋਕ, ਜਾ ਕੇ ਉਹਨਾਂ ਨੂੰ ਥੋੜਾ ਬਹੁਤਾ ਰਾਸ਼ਨ ਦੇ ਦਿੰਦੇ ਤੇ ਉਹ ਕਰਦੇ ਹੈ। ਹਰ ਬੰਦਾ ਗੈਰਤ ਨਾਲ ਜਿਉਣਾ ਚਾਹੁੰਦਾ ਹੈ। ਗੈਰਤਮੰਦ ਬੰਦਿਆਂ ਨੂੰ, ਗੈਰਤਯੋਗ ਜਿਹੜੀ ਹੈਗੀ ਸਾਡੀ ਸਰਕਾਰ ਹੈ, ਉਹ ਸਰਕਾਰ ਨੂੰ ਚਾਹੀਦਾ ਸੀ ਕਿ ਉਹਨਾਂ ਦੇ ਘਰੇ ਪੈਸੇ ਭੇਜ ਦੇ, ਉਹਨਾਂ ਦੇ ਘਰੇ ਰਾਸ਼ਨ ਭੇਜ ਦੇ, ਸਪਲਾਈ ਕਰਦੇ। ਜੇ ਹੁਣ ਕਿਸੇ ਨੇ ਰਾਸ਼ਨ ਦੇਣਾ ਤਾਂ ਰਾਸ਼ਨ ਇਸ ਹਿਸਾਬ ਦਾ ਦਿੰਦੇ ਕਿ ਨਾਲ ਦੀ ਨਾਲ ਪਹਿਲਾਂ ਫੋਟੋ ਖਿੱਚਦੇ, ਫਿਰ ਉਹਨੂੰ ਸੋਸ਼ਲ ਮੀਡੀਆ ਤੇ ਪਾ ਦਿੰਦੇ। ਉਹਨਾਂ ਦੀ ਜਿਹੜੀ ਲਾਚਾਰੀ ਹੈ, ਉਹਨਾਂ ਦੀ ਗਰੀਬੀ ਹੈ, ਉਹਨਾਂ ਦੀ ਮਜਬੂਰੀ ਹੈ, ਉਹਦਾ ਵੀ ਮੌਜੂ ਉਡਾਇਆ ਜਾ ਰਿਹਾ। ਉਹਨਾਂ ਦੀ ਕੀਮਤ ਦੇ ਉੱਤੇ ਆਪਣੀ ਚੌਧਰ ਚਮਕਾਈ ਜਾ ਰਹੀ ਹੈ। ਲੋਕ ਹੱਥ ਅੱਡੀ ਬੈਠੇ ਹੈ ਕਿ ਸਾਨੂੰ ਕੁਛ ਨਾ ਕੁਛ ਦਿਓ, ਤੇ ਪ੍ਰਧਾਨ ਮੰਤਰੀ ਸਾਹਿਬ ਫਰਮਾਉਂਦੇ ਹੈ ਜੀ ਹੁਣ ਤਾਲੀਆਂ ਵਜਾ ਲਓ, ਹੁਣ ਦੀਵੇ ਵਜਾ ਲਓ। ਇਹ ਤੋਂ ਬਾਅਦ ਮੇਰਾ ਖਿਆਲ ਹੈ ਜਦੋਂ ਚੌਥੀ ਵਾਰੀ ਬੋਲੇ ਪਤਾ ਨਹੀਂ ਸਾਡੇ ਵਾਸਤੇ ਕੀ ਫਰਮਾਨਾ ਹੋਊਗਾ। ਬਿਲਕੁਲ ਢਿੱਲੋਂ ਸਾਹਿਬ, ਬੜਾ ਵੱਡਾ ਸਵਾਲ ਆ। 3000 ਕਰੋੜ ਮੂਰਤੀ ਤੇ ਲਾਤਾ, ਤੇ ਮੂਰਤੀ ਵੀ ਜਿਹੜੀ ਮੇਕ ਇਨ ਇੰਡੀਆ ਆ ਉਹ ਭਾਰਤ ਦੇ ਕੋਲੋਂ ਨਹੀਂ ਬਣੀ, ਚਾਈਨਾ ਦੇ ਕੋਲੋਂ ਬਣਵਾਈ ਆ। ਹੁਣ ਕਹਿੰਦੇ ਜੀ ਮੋਮਬੱਤੀਆਂ ਜਗਾਓ। ਮੈਨੂੰ ਨਹੀਂ ਲੱਗਦਾ ਭਾਰਤ ਦੇ ਵਿੱਚ ਕੋਈ ਵੀ ਜਿਹੜੀ ਮੋਮਬੱਤੀ ਆ ਉਹ 10 ਰੁਪਏ ਤੋਂ ਘੱਟ ਆਉਂਦੀ ਹੋਵੇ, ਤੇ 130-35 ਕਰੋੜ ਦੀ ਪਾਪੂਲੇਸ਼ਨ ਆ, ਤੇ ਮੋਮਬੱਤੀਆਂ ਕਿੰਨੇ ਦੀਆਂ ਆਉਣੀਆਂ। ਤੇ ਵੈਂਟੀਲੇਟਰ ਜਿਹੜਾ ਇੱਕ ਬੈੱਡ ਆ ਉਹ 15 ਲੱਖ ਦਾ ਬਣਦਾ। ਉਹ ਇੰਨੀ ਮੋਮਬੱਤੀਆਂ ਦੀ ਕੀਮਤ ਦੇ ਵਿੱਚ ਕਿੰਨੇ ਬੈੱਡ ਬਣ ਸਕਦੇ ਜੇ ਲੋਕਾਂ ਕੋਲੋਂ ਤੁਸੀਂ ਭੀਖ ਹੀ ਮੰਗਣੀਆਂ। 10-10 ਰੁਪਏ ਵੈਸੇ ਲੈ ਲਓ ਵੀ ਭਾਈ ਅਸੀਂ ਵੈਂਟੀਲੇਟਰ ਦੇ ਬੈੱਡ ਬਣਾਉਣੇ, ਇੰਨੇ ਕੁ ਸਾਨੂੰ ਪੈਸੇ ਚਾਹੀਦੇ ਆ। ਕਿੰਨੇ 1000 ਕਰੋੜ ਜਿਹੜਾ ਉਹ ਮੋਮਬੱਤੀਆਂ ਤੇ ਲਵਾ ਦੇਣਾ। ਲੋਕਾਂ ਦਾ ਮਜ਼ਾਕ ਜਿਹਾ ਨਹੀਂ ਕਰ ਰਹੇ ਜੀ ਪ੍ਰਧਾਨ ਮੰਤਰੀ ਸਾਹਿਬ? ਬਿਲਕੁਲ ਜੀ ਮਜ਼ਾਕ ਹੈ। ਤੁਸੀਂ ਮੂਰਤੀ ਦੀ ਗੱਲ ਕੀਤੀ ਹੈ, ਤੁਸੀਂ ਗੱਲ ਮੋਮਬੱਤੀਆਂ ਦੀ ਕੀਤੀ ਹੈ। ਮੈਂ ਇੱਥੇ ਇੱਕ ਗੱਲ ਹੋਰ ਕਰਦਾ, 20,000 ਕਰੋੜ ਰੁਪਈਆ ਭਾਰਤ ਦੀ ਸਰਕਾਰ ਨੇ ਰਿਜ਼ਰਵ ਰੱਖਿਆ ਹੋਇਆ ਹੈ। ਕਾਹਦੇ ਵਾਸਤੇ? ਕਹਿੰਦੇ ਜੀ ਅਗਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਲਈ ਇੱਕ ਨਵੀਂ ਇਮਾਰਤ ਬਣਾਉਣੀ ਹੈ। ਜਿਹੜੀ ਪੁਰਾਣੀ ਇਮਾਰਤ ਹੈ, ਪੁਰਾਣੀ ਇਮਾਰਤ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਹੈ, ਔਰ ਇਹਨੂੰ ਅਸੀਂ ਇੱਕ ਸਾਡੀ ਵਿਰਾਸਤ ਕਹਿ ਸਕਦੇ ਹਾਂ। ਭਾਰਤ ਦੇ ਵਿੱਚ ਇੱਕ ਕਲਾ ਦਾ ਜਿਹੜਾ ਹੈਗਾ ਭਵਨ ਨਿਰਮਾਣ ਕਲਾ ਦਾ ਇੱਕ ਵੱਖਰਾ ਨਮੂਨਾ ਹੈ। ਉਹਨੂੰ ਲੋਕ ਵੇਖਣ ਵਾਸਤੇ ਆਉਂਦੇ, ਐਡੀ ਵਧੀਆ ਚੀਜ਼ ਹੈ। ਅੱਜ ਦੀ ਘੜੀ ਚਾਹੀਦਾ ਇਹ ਸੀ ਕਿ ਜਿਹੜਾ ਉਹ 20,000 ਕਰੋੜ ਰੁਪਈਆ ਰੱਖਿਆ ਸੀ, ਪ੍ਰਧਾਨ ਮੰਤਰੀ ਸਾਹਿਬ ਇਹ ਐਲਾਨ ਕਰਦੇ ਕਿ ਅਸੀਂ 20,000 ਕਰੋੜ ਰੁਪਈਆ ਜਿਹੜਾ ਕਰੋਨਾ ਦੇ ਟਾਕਰੇ ਵਾਸਤੇ ਲਾਵਾਂਗੇ। ਜਿਹੜੇ ਲੋਕ ਭੁੱਖੇ ਬੈਠੇ ਆ ਉਹਨਾਂ ਦੇ ਮੂੰਹ ਦੇ ਵਿੱਚ ਅਨਾਜ ਦਾ ਪ੍ਰਬੰਧ ਕਰਾਂਗੇ। ਬਿਲਡਿੰਗਾਂ ਬਣਦੀਆਂ ਰਹਿੰਦੀਆਂ, ਜੇ ਲੋਕ ਹੀ ਨਾ ਰਹੇ ਤਾਂ ਬਿਲਡਿੰਗ ਕਾਹਦੀ ਖਤਰ। ਔਰ ਬਿਲਡਿੰਗਾਂ ਦੇ ਵਿੱਚ ਬੈਠਣਾ ਕਿਹਨਾਂ ਨੇ? ਬੈਠਣਾ ਸਾਡੇ ਲੀਡਰਾਂ ਨੇ, ਜਿਹੜੇ ਸਾਡੇ
ਵੋਟਾਂ ਦੇ ਨਾਲ ਜਾ ਕੇ ਬਣਦੇ ਆ। ਜਿਨ੍ਹਾਂ ਨੇ ਵੋਟਾਂ ਪਾਉਣੀਆਂ ਕਿਰਪਾ ਕਰਕੇ ਪਹਿਲਾਂ ਉਹਨਾਂ ਨੂੰ ਬਚਾ ਲਓ, ਬਾਕੀ ਕੰਮ ਬਾਅਦ ਚ ਕਰ ਲਓ। 20,000 ਕਰੋੜ ਰੁਪਏ ਅਗਲੇ ਬਜਟ ਦੇ ਵਿੱਚ ਰੱਖ ਲਿਓ। ਆਹ ਤਾਂ ਹਾਲਤ ਹੈ ਦੇਸ਼ ਦੀ। ਹਾਂ ਬਿਲਕੁਲ ਜੀ ਬਿਲਕੁਲ। ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜੀ ਵਨ ਟੱਚ ਕਮਿਊਨੀਕੇਸ਼ਨ ਨੇ। ਜੇ ਤੁਸੀਂ ਸਸਤਾ ਫੋਨ ਲੈਣਾ ਚਾਹੁੰਦੇ US ਕੈਨੇਡਾ ਨੂੰ ਟਰੱਕ ਚਲਾਉਂਦੇ ਹੋ ਤੇ ਬੜੇ ਸਸਤੇ ਪਲਾਨ ਆਏ ਹੋਏ ਆ ਜੀ ਇਸ ਟਾਈਮ। ਤੁਸੀਂ ਸੁਖਦੇਵ ਥਾਪਰ ਉਹਨਾਂ ਦੇ ਨਾਲ ਕਾਲ ਕਰ ਸਕਦੇ 905-203-3636 905-203-3636 ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਕਾਲਰ ਜੁੜੇ ਜੀ। ਪਹਿਲਾਂ WhatsApp ਤੇ ਲੈ ਲਈਏ, ਨਾਲ ਹੀ ਦੂਜੀਆਂ ਵੀ ਕਾਲਾਂ ਲੈਣੇ ਆ। ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ। ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਭਾਜੀ, ਹਾਂਜੀ ਭਾਜੀ ਕੁਲਵਿੰਦਰ ਚੰਦੀ ਬੋਲ ਰਿਹਾ ਜੀ। ਜੀ ਹਾਂਜੀ ਹਾਂਜੀ ਬੋਲੋ ਬੋਲੋ। ਹਾਂਜੀ ਤੁਸੀਂ ਆਉਣੇ ਰਹੋ। ਹਾਂਜੀ ਭਾਜੀ ਇਹ ਜਿਸ ਤਰ੍ਹਾਂ ਨਾ ਜੀ ਹੁਣੇ ਤੁਸੀਂ ਗੱਲ ਵੀ ਕਰ ਰਹੇ ਸੀਗੇ, ਜਿਹੜੇ ਮੋਦੀ ਸਰਕਾਰ ਵੱਲੋਂ ਨਵਾਂ ਸਰਗੂਫਾ ਛੱਡਿਆ ਗਿਆ ਕਿ ਮੰਨ ਲਓ ਜਿਹੜੀਆਂ ਮੋਮਬੱਤੀਆਂ ਵਾਲੀਆਂ ਜਾਣ ਜੀ 5 ਅਪ੍ਰੈਲ ਨੂੰ ਜੀ। ਪਰ ਦੇਖਿਆ ਜਾਵੇ ਭਾਜੀ ਬਜਟ 'ਚ 1300 ਕਰੋੜ ਰੁਪਇਆ ਬਣਦਾ ਜੀ ਮੋਮਬੱਤੀਆਂ ਦਾ 130 ਕਰੋੜ ਆਬਾਦੀ ਦਾ ਜੀ। ਜੇਕਰ ਇੰਨੇ ਦੇ ਵੈਲਟੀਨੇਟ ਦੇ ਜਾਣ ਤਾਂ ਲੋਕਾਂ ਦਾ ਕੁਛ ਨਾ ਕੁਛ ਫਾਇਦਾ ਹੋ ਸਕਦਾ ਜੇਕਰ ਇਹ ਕਰੋਨਾ ਵਾਇਰਸ ਵਿਗੜ ਗਿਆ ਤਾਂ ਜੀ। ਪਰ ਸਾਡੀ ਸਰਕਾਰ ਦੇ ਇੰਨੀ ਪਤਾ ਨਹੀਂ ਮੋਦੀ ਸਾਹਿਬ ਦੀ ਸੋਚ ਨਹੀਂ ਗਈ ਵੀ ਇਹਨਾਂ ਲੋਕਾਂ ਨੂੰ ਕਿਉਂ ਬੇਵਕੂਫ ਬਣਾ ਰਹੇ। ਹਰ 15 ਦਿਨਾਂ ਬਾਅਦ ਨਵਾਂ ਕੁਛ ਨਾ ਕੁਛ। ਪਹਿਲਾਂ 22 ਤਰੀਕ ਨੂੰ ਇਹਨਾਂ ਨੇ ਕਹਿਤਾ ਵੀ ਤਾਲੀਆਂ ਖੜਕਾਓ। ਕਿਉਂ ਇਦਾਂ ਦੇ ਪ੍ਰਧਾਨ ਮੰਤਰੀ ਜਿਹੜਾ ਇੱਕ ਦੇਸ਼ ਨੂੰ ਚਲਾ ਰਿਹਾ ਉਹਦੇ ਮੂੰਹੋਂ ਇਹ ਜਿਹੀਆਂ ਗੱਲਾਂ ਸੋਧੀਆਂ ਨਹੀਂ ਜੀ। ਜੀ ਬਿਲਕੁਲ ਜੀ। ਅਸੀਂ ਵੈਸੇ ਖਬਰ ਸਾਂਝੀ ਕਰ ਚੁੱਕੇ ਹਾਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ ਢਿੱਲੋਂ ਸਾਹਿਬ ਆਪਾਂ ਇਹ ਖਬਰ ਸਾਂਝੀ ਕਰ ਲਈ ਹੈ ਜੀ। ਆਪਾਂ ਕਾਲ ਲੈ ਲਈਏ। ਬੇਨਤੀ ਕੀਤੀ ਸੀ ਥੋੜਾ ਟਾਈਮ ਹਾਲੇ ਕਾਲਾਂ ਠਹਿਰ ਕੇ ਕਰਿਓ। ਓਕੇ ਜੁੜ ਚੁੱਕੇ ਆਪਾਂ ਕਾਲ ਲੈਣੇ ਆ ਜੀ। ਹਾਂਜੀ 2940 ਵੀਰ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ। ਇਹ ਆਪਣਾ ਜਿਹੜਾ ਫੇਸਬੁੱਕ ਤੇ ਖਾਲਸਾ ਜੀ ਦਾ ਜਿਹੜਾ ਸੰਸਕਾਰ ਬਾਰੇ ਵੇਰਕਾ ਕਹੀ ਜਾਂਦੇ ਆ ਤੇ ਆਪਣਾ ਪੱਟੀ ਸਾਹਿਬ ਤਾਂ ਕਹਿ ਗਈ ਵੇਰਕੇ ਦੇ ਉਹ ਸਦੂਤ ਚ ਸੰਸਕਾਰ ਹੋਇਆ। ਉਹਨਾਂ ਨੇ ਜ਼ਮੀਨ ਵੀ ਦੇਤੀ ਆ ਕੁਛ ਉੱਥੇ ਅਕੈਡਮੀ ਬਣਾਉਣ, ਸਕੀਦ ਅਕੈਡਮੀ ਬਣਾਉਣ, ਧਾਰਮਿਕ ਜਗ੍ਹਾ ਬਣਾਉ ਉਹਨਾਂ ਨਿਰਮਲ ਸਿੰਘ ਖਾਲਸਾ ਦੇ ਨਾਂ ਤੇ। ਕਿਉਂ ਪ੍ਰਚਾਰ ਕਿਉਂ ਮਾੜਾ ਹੋ ਰਿਹਾ? ਇਹਦੇ ਵਾਸਤੇ ਢਿੱਲੋਂ ਸਾਹਿਬ ਤੋਂ ਸੰਖੇਪ ਦੱਸਣ ਜੀ। ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਇੱਕ ਕਾਲ ਹੋਰ ਲੈ ਲਈਏ, ਨੋਟ ਕਰ ਲਿਓ ਤੇ ਇਕੱਠਾ ਜਵਾਬ ਦੇ ਦਿਓ ਕਿਉਂਕਿ ਕਾਲਾਂ ਸਾਰੀਆਂ ਬਿਜੀ ਆ। ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ 7140। ਚੰਦੀ ਸਾਹਿਬ ਢਿੱਲੋਂ ਸਾਹਿਬ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਜਵਾ ਸਾਹਿਬ ਸਵਾਗਤ ਹੈ ਜੀ। ਸਾਰੇ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਢਿੱਲੋਂ ਸਾਹਿਬ ਚੰਦੀ ਸਾਹਿਬ ਜੀ ਮੈਂ ਇਹ ਗੱਲ ਕਰਨ ਲੱਗਾ ਕਿ ਜਿਸ ਤਰ੍ਹਾਂ ਮੇਰਾ ਪੁਰਾਣਾ ਵੀਰ ਪਹਿਲਾਂ ਕਰਕੇ ਗਿਆ ਨਾ ਉਸੇ ਗੱਲ ਦੇ ਨਾਲ ਗੱਲ ਜੋੜਾਂਗਾ। ਗੱਲ ਬਹੁਤ ਵਧੀਆ ਕਰਕੇ ਗਏ ਜੀ ਕਿਉਂਕਿ ਇਹ ਜਿਹੜਾ ਲੋਕਾਂ ਦੇ ਵਿੱਚ ਭੰਬਲ ਭੂਸਾ ਬਣਦਾ ਨਾ ਉਹ ਜ਼ਰੂਰ ਕੋਈ ਬਾਹਰ ਕੋਈ ਵਿਦਵਾਨ ਕੋਈ ਵੀ ਜਿਹੜੇ ਇਹਨਾਂ ਦੇ ਕੰਮ ਕਰਦੇ ਨੇ ਉਹਨੂੰ ਕੱਢਣਾ ਚਾਹੀਦਾ ਜੀ। ਮੈਂ ਉਸੇ ਵਿਸ਼ੇ ਦੀ ਨਾਲ ਲੈ ਕੇ ਗੱਲ ਜੋੜ ਕੇ ਇਹ ਗੱਲ ਕਰਨ ਲੱਗਾ ਵੀ ਇਹ ਗੱਲ ਇੱਕ ਥਾਂ ਤੇ ਚੱਲਦੀ ਪਈ ਹੈ ਕਿ ਜਿੱਥੇ ਟੈਂਪਰੇਚਰ ਹੈਵੀ ਹੋ ਜਾਏਗਾ ਯਾਨੀ ਕਿ ਗਰਮੀ ਹੋ ਜਾਏਗੀ ਤੇ ਇਹ ਕਰੋਨਾ ਜਿਹੜਾ ਹੈ ਮਰ ਜਾਵੇਗਾ, ਖਤਮ ਹੋ ਜਾਏਗਾ ਹਥਿਆਰ। ਜੀ ਜੀ ਜੀ। ਜੇ ਤਾਂ ਇਹ ਗਰਮੀ ਨਾਲ ਖਤਮ ਹੁੰਦਾ ਹੈ ਠੀਕ ਹੈ ਤੁਹਾਡੇ ਨੇ ਕਿਹਾ ਤੇ ਇਹਦਾ ਵੀ ਵੇਰਵਾ ਕੱਢਣਾ ਚਾਹੀਦਾ। ਜੇ ਚੰਦੀ ਸਾਹਿਬ ਢਿੱਲੋਂ ਸਾਹਿਬ ਬੜੀ ਵਿਚਾਰਨ ਵਾਲੀ ਗੱਲ ਹੈ ਕਿ ਜੇ ਇਹ ਗਰਮੀ ਨਾਲ ਖਤਮ ਹੁੰਦਾ ਹੈ ਜੀ ਤੇ ਉਧਰ ਭਾਈ ਨਿਰਮਲ ਸਿੰਘ ਹੋਰੀ ਜਿਹੜੇ ਨੇ ਉਹਨਾਂ ਇੱਥੋਂ ਅਕਾਲ ਚਲਾਣਾ ਕਰ ਗਏ ਨੇ। ਜੋ ਕੁਝ ਹੋਇਆ ਉਹ ਮਤਲਬ ਵੀ ਬਹੁਤ ਦੁਖਦਾਈ ਤੇ ਨਿੰਦਣਯੋਗ ਹੈ। ਗੱਲ ਮੈਂ ਉਹਦੇ ਨਾਲ ਇਹ ਜੋੜਨ ਲੱਗਾ ਕਿ ਉਹਨਾਂ ਦਾ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਕਿ ਇਹਦੇ ਨਾਲ ਕਰੋਨਾ ਇਹਦੀ ਜਿਹੜੀ ਹਵਾ ਨਿਕਲੇਗੀ ਜਿਹੜੀ ਭਾਪ ਨਿਕਲੇਗੀ ਜੋ ਵੀ ਨਿਕਲਦਾ ਵਿੱਚੋਂ ਕਿ ਇਹਦੇ ਨਾਲ ਕਰੋਨਾ ਫੈਲੇਗਾ। ਦੇਖੋ ਜੇ ਇੱਕ ਬੰਦੇ ਕਹਿੰਦੇ ਕਿ ਗਰਮੀ ਨਾਲ ਖਤਮ ਹੋ ਜਾਂਦਾ ਤੇ ਜਿਹੜੇ ਬੰਦੇ ਨੇ ਸੜ ਜਾਣਾ ਫਿਰ ਉਹਦੇ ਚ ਕਰੋਨਾ ਕਿੱਥੋਂ ਨਿਕਲੇਗਾ? ਬਿਲਕੁਲ ਜੀ। ਗੱਲ ਵਿਚਾਰਨ ਵਾਲੀ ਹੈ ਕਿ ਜੇ ਤਾਂ ਗਰਮੀ ਨਾਲ ਕਰੋਨਾ ਖਤਮ ਹੋ ਜਾਂਦਾ ਹੈ ਇੰਨੀ ਗਰਮੀ ਨਾਲ ਕਰੋਨਾ ਖਤਮ ਹੋ ਜਾਂਦਾ ਹੈ ਫਿਰ ਕੀ ਬੰਦੇ ਦਾ ਸੰਸਕਾਰ ਕਰਨਾ ਜਿਹੜੀ ਇੰਨੀ ਵੱਡੀ ਅੱਗ ਬਲਦੀ ਹੈ ਕਿ ਉਹਦੇ ਵਿੱਚ ਕਰੋਨਾ ਰਹਿ ਸਕਦਾ ਜੀ? ਇਹ ਗੱਲ ਆਪਸ ਵਿੱਚ ਮੇਲ ਨਹੀਂ ਖਾਂਦੀ। ਇਹਦੇ ਉੱਤੇ ਡਾਕਟਰਾਂ ਨੂੰ ਮਾਹਰਾਂ ਨੂੰ ਜਿਹੜੇ ਮੈਡੀਕਲ ਦੇ ਨੇ ਉਹਨਾਂ ਨੂੰ ਇਹ ਸਪਸ਼ਟ ਦੱਸਣਾ ਚਾਹੀਦਾ ਤੇ ਤਾਂ ਕਿ ਇਹ ਹੈ ਤੇ ਉਹਨਾਂ ਨੂੰ ਇਹਦੀ ਐਡ ਜਾਂ ਮਤਲਬ ਇਹਦੇ ਬੋਰਡ ਲਿਖਤੀ ਰੂਪ ਦੇਣੇ ਚਾਹੀਦੇ ਨੇ ਕਿ ਜਿਹੜੇ ਬੰਦੇ ਦੀ ਡੈਥ ਹੋ ਜਾਂਦੀ ਹੈ ਉਹਦਾ ਸੰਸਕਾਰ ਜਿੱਥੇ ਮਰਜ਼ੀ ਤੋਂ ਕਰੇ। ਇਹਦੇ ਨਾਲ ਕੋਈ ਵੀ ਚੀਜ਼ ਬਿਮਾਰੀ ਜਿਹੜੀ ਹੈ ਨਹੀਂ ਫੈਲਦੀ। ਅੱਜ ਤਾਂ ਭਾਈ ਨਿਰਮਲ ਸਿੰਘ ਨਾਲ ਇਹ ਗੱਲ ਹੋਈ ਹੈ, ਕੱਲ ਨੂੰ ਕੋਈ ਗਰੀਬ ਗੁਰਬੇ ਨਾਲ ਹੋ ਗਈ ਤੇ ਇਸ ਪਿੰਡ ਵਾਲੇ ਨੂੰ ਛੱਡ ਦੇਣਾ ਤੇ ਉਹਦੇ ਅਗਲੇ ਵਾਲੇ ਨੂੰ ਛੱਡ ਦੇਣਾ ਤੇ ਕਿੱਥੇ ਚੁੱਕ ਕੇ ਤੁਰਿਆ ਫਿਰੇਗਾ ਆਪਣੇ ਦੇਸ਼ ਦੇ ਵਿੱਚ? ਕਿੱਥੇ ਲੈ ਕੇ ਜਾਏਗਾ ਗਰੀਬ ਆਦਮੀ ਕੋਈ? ਇਸ ਕਰਕੇ ਮਹਾਰਾਂ ਨੂੰ ਬੇਨਤੀ ਕਰਦੇ ਆ, ਅਸੀਂ ਵੀ ਮੈਂ ਕਰ ਰਹਾ
ਤੁਸੀਂ ਵੀ ਕਰਨਾ ਕਿ ਇਹ ਗੱਲ ਦਾ ਜਿਹੜਾ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਕੀ ਗਰਮੀ ਨਾਲ ਖਤਮ ਹੁੰਦਾ ਹੈ, ਕਿ ਇਹ ਜਦੋਂ ਬੰਦੇ ਦਾ ਸੰਸਕਾਰ ਕੀਤਾ ਜਾਂਦਾ ਕਿ ਉਹਦੇ ਵਿੱਚੋਂ ਕੁਝ ਨਿਕਲਦਾ ਕਿ ਨਹੀਂ ਨਿਕਲਦਾ। ਜੇ ਨਹੀਂ ਨਿਕਲਦਾ ਤਾਂ ਲੋਕਾਂ ਨੂੰ ਬਿਲਕੁਲ ਇਹ ਅੱਜ ਕੱਲ੍ਹ ਸਾਡੇ ਕੋਲ ਬਹੁਤ ਵੱਡੇ ਵੱਡੇ ਸਾਧਨ ਨੇ, YouTube ਹੈ, Facebook ਹੈ, WhatsApp ਹੈ, ਅਖਬਾਰਾਂ ਨੇ, TV ਹੈ, ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ ਕਿ ਭਾਈ ਜਿਸ ਬੰਦੇ ਦੀ ਡੈਥ ਹੁੰਦੀ ਹੈ ਉਹਦਾ ਜਦੋਂ ਸੰਸਕਾਰ ਹੋ ਜਾਂਦਾ ਉਹਦੇ ਵਿੱਚ ਕੁਝ ਨਹੀਂ ਰਹਿ ਜਾਂਦਾ ਜੀ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਬਿਲਕੁਲ ਬਾਜਵਾ ਸਾਹਿਬ ਨੇ ਬਹੁਤ ਸੋਹਣੇ ਵਿਚਾਰ ਪ੍ਰਗਟ ਕੀਤੇ ਹੈ, ਲੇਕਿਨ ਸਰਦਾਰ ਗੁਰਮੇਲ ਸਿੰਘ ਹੋਣਾ ਨੇ ਜਿਹੜਾ ਪਹਿਲਾ ਸਵਾਲ ਕੀਤਾ ਸੀ ਜੀ, ਉਹ ਗੱਲ ਠੀਕ ਹੈ। ਕਈ ਵਾਰੀ ਨਾ ਚੰਗੇ ਭਲੇ ਬੰਦੇ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ ਹੈ ਜੀ। ਕੱਲ ਦਾ ਰੌਲਾ ਇਹ ਪੈ ਗਿਆ ਕਿ ਵੇਰਕਾ ਵਾਲਿਆਂ ਨੇ ਸੰਸਕਾਰ ਰੋਕੇ, ਲੇਕਿਨ ਜਿਹੜੀਆਂ ਖਬਰਾਂ ਆਈਆਂ, ਖਬਰਾਂ ਇਹ ਕਿ ਜਿੱਥੇ ਭਾਈ ਸਾਹਿਬ ਦਾ ਸੰਸਕਾਰ ਕਰਨ ਦਾ ਪਹਿਲਾ ਪ੍ਰੋਗਰਾਮ ਬਣਿਆ ਸੀ ਜੀ, ਉਹ ਬਣਿਆ ਸੀ ਜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈਗੀ ਸ਼ਹੀਦਾਂ ਦਾ ਜੀ, ਸ਼ਹੀਦਾਂ ਸਾਹਿਬ ਨੇ ਜਿਹੜਾ ਸ਼ਹੀਦਾਂ ਸਾਹਿਬ ਵਾਲਾ ਸ਼ਮਸ਼ਾਨ ਘਾਟ ਹੈ, ਪਹਿਲਾ ਪ੍ਰੋਗਰਾਮ ਉੱਥੇ ਸੀ ਜੀ। ਉੱਥੋਂ ਇਹ ਕਹਿ ਕੇ ਇਹਨਾਂ ਨੇ ਮਨ ਬਦਲ ਲਿਆ ਕਿ ਜੀ ਇੱਥੇ ਨਹੀਂ ਕਰਨਾ। ਲੋਕਾਂ ਨੇ ਵਿਰੋਧ ਕੀਤਾ ਕਿਉਂਕਿ ਕਹਿੰਦੇ ਜੀ ਇਹ ਵਾਇਰਸ ਦੇ ਨਾਲ ਮਰੇ ਹੋਏ ਹੈ, ਕਰੋਨਾ ਨਾਲ ਇਹਨਾਂ ਦੀ ਮੌਤ ਹੋਈ ਵੀ ਹੈ ਤੇ ਸ਼ਾਇਦ ਕਰੋਨਾ ਫੈਲ ਜਾਣਾ। ਉਹ ਤੋਂ ਬਾਅਦ ਫਿਰ ਕਹਿੰਦੇ ਵੀ ਚਲੋ ਬਾਹਰ ਲੈ ਚਲੋ। ਦੁਰਗਿਆਨਾ ਮੰਦਿਰ ਵਾਲਿਆਂ ਨੇ ਵੀ ਜਿਹੜਾ ਹੈਗਾ ਇੱਕ ਸ਼ਮਸ਼ਾਨ ਘਾਟ ਉਹਨਾਂ ਦਾ ਵੀ ਬਣਾਇਆ ਜਿਹਦਾ ਨਾਂ ਸ਼ਿਵਪੁਰੀ ਰੱਖਿਆ ਹੋਇਆ ਜੀ। ਪਹਿਲਾਂ ਸ਼ੁਰੂ 'ਚ ਖਬਰ ਆਈ ਹੈ ਕਿ ਸ਼ਿਵਪੁਰੀ ਵਾਲਿਆਂ ਨੇ ਵੀ ਇਨਕਾਰ ਕਰਤਾ ਸੀ ਕਿ ਅਸੀਂ ਭਾਈ ਸਾਹਿਬ ਦਾ ਸੰਸਕਾਰ ਇੱਥੇ ਨਹੀਂ ਕਰ ਦੇਵਾਂਗੇ, ਲੇਕਿਨ ਸ਼ਿਵਪੁਰੀ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਰਮੇਸ਼ ਸ਼ਰਮਾ, ਉਹਨਾਂ ਦਾ ਇੱਕ ਬਿਆਨ ਆਇਆ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਪ੍ਰਸ਼ਾਸਨ ਨੇ ਜਾਂ ਪ੍ਰਬੰਧਕਾਂ ਨੇ ਇਹ ਗੱਲ ਕਹੀ ਨਹੀਂ ਕਿ ਅਸੀਂ ਇੱਥੇ ਭਾਈ ਸਾਹਿਬ ਦਾ ਸੰਸਕਾਰ ਕਰਨਾ ਹੈ। ਇਨ ਕੇਸ ਜੇ ਉਹ ਕਹਿ ਵੀ ਦਿੰਦੇ ਤੇ ਅਸੀਂ ਸੰਸਕਾਰ ਦੀ ਇਜਾਜ਼ਤ ਨਹੀਂ ਸੀ ਦੇਣੀ ਕਿਉਂਕਿ ਭਾਈ ਸਾਹਿਬ ਨੂੰ ਵਾਇਰਸ ਹੋਇਆ ਸੀ। ਹੁਣ ਜਿੱਥੋਂ ਤੱਕ ਸੰਸਕਾਰ ਦਾ ਸਵਾਲ ਹੈ, ਸੰਸਕਾਰ ਤਾਂ ਉਸੇ ਪਿੰਡ ਦੀ ਜ਼ਮੀਨ ਦੇ ਵਿੱਚ ਹੀ ਹੋਇਆ ਜਿਹੜਾ ਵੇਰਕਾ ਪਿੰਡ ਹੈ। ਵੇਰਕਾ ਪਿੰਡ ਵਾਲਿਆਂ ਨੇ ਕਹਿਤਾ ਜੀ ਸ਼ਹਿਰ ਵਾਲੇ ਨਹੀਂ ਹੋਣ ਦਿੰਦੇ, ਆ ਜਿਹੜਾ ਸਾਡੇ ਤੁਸੀਂ ਇੱਥੇ ਨਾ ਕਰੋ, ਕਿਰਪਾ ਕਰਕੇ ਪਾਸੇ ਕਰ ਲਓ ਜਿੱਥੇ ਜ਼ਿਆਦਾ ਲੋਕ ਆਉਂਦੇ ਹੈ। ਔਰ ਉਹ ਜ਼ਮੀਨ ਦਿੱਤੀ। ਮੈਨੂੰ ਪਤਾ ਲੱਗਿਆ ਕਿ ਉਸ ਜ਼ਮੀਨ ਬਾਰੇ ਇਹ ਐਲਾਨ ਵੀ ਕਰਤਾ ਉਹਨਾਂ ਨੇ ਕਿ ਇਹ ਜ਼ਮੀਨ ਭਾਈ ਸਾਹਿਬ ਦੇ ਨਿਮਿਤ ਹੈ, ਇਹ ਉਹਨਾਂ ਨੂੰ ਸਮਰਪਿਤ ਹੈ। ਇੱਥੇ ਜਿਹੜੀ ਉਹਨਾਂ ਦੀ ਯਾਦਗਾਰ ਬਣਾਉਣੀ ਹੈ ਤੁਸੀਂ ਉਹ ਬਣਾ ਲਓ। ਇਹ ਠੀਕ ਹੈ, ਕਈ ਵਾਰੀ ਅਸੀਂ ਪੜਤਾਲ ਨਹੀਂ ਕਰਦੇ ਤੇ ਬਗੈਰ ਪੜਤਾਲ ਕੀਤਾ ਤੋਂ ਮੀਡੀਆ ਚੱਕ ਦਿੰਦਾ ਜਾਂ ਸੋਸ਼ਲ ਮੀਡੀਆ ਇਹੋ ਜਿਹੀ ਗੱਲ ਨੂੰ ਚੱਕ ਦਿੰਦਾ, ਤਸਦੀਕ ਨਹੀਂ ਕਰਦਾ ਮੀਡੀਆ ਦੀ। ਅੱਜ ਕੱਲ੍ਹ ਬਦਕਿਸਮਤੀ ਹੈ। ਮੈਂ ਖੁਦ ਮੀਡੀਆ ਨਾਲ ਜੁੜਿਆ ਹੋਣ ਕਰਕੇ ਕਹਿਣਾ ਕਿ ਜਿਹੜੀ ਕੋਈ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਉਸ ਇਨਫੋਰਮੇਸ਼ਨ ਨੂੰ ਉਨੀ ਦੇਰ ਤੱਕ ਛਾਇਆ ਨਾ ਕਰੋ, ਉਹਨੂੰ ਉਨੀ ਦੇਰ ਤੱਕ ਪ੍ਰਸਾਰਿਤ ਨਾ ਕਰੋ, ਉਹਨੂੰ ਪ੍ਰਸਾਰਣ ਨਾ ਕਰੋ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਪੁਖਤਾ ਸਬੂਤ ਨਹੀਂ ਹੁੰਦੇ ਕਿ ਅਸਲ ਵਿੱਚ ਕਹਾਣੀ ਕੀ ਹੈ ਜੀ। ਹਾਂ ਬਿਲਕੁਲ ਜੀ। ਬਾਕੀ ਜਿਹੜੀ ਗਰਮੀ ਵਾਸਤੇ ਉਹਨਾਂ ਪੁੱਛਿਆ ਜੀ ਵੀ ਗਰਮੀ 'ਚ ਮਰ ਜਾਂਦਾ ਕਰੋਨਾ। ਨਹੀਂ, ਗਰਮੀ 'ਚ ਤਾਂ ਮੈਨੂੰ ਨਹੀਂ ਪਤਾ ਵੀ ਮਰ ਜਾਂਦਾ ਹੈ ਨਹੀਂ ਮਰ ਜਾਂਦਾ, ਇਹ ਤਾਂ ਵੱਖਰੀ ਗੱਲ ਹੈ। ਪਰ ਜਿਹੜੀ ਇਸ ਗੱਲ ਉੱਤੇ ਰਿਊਮਰ ਬਹੁਤ ਛਿੜੀ ਉਹ ਤਾਂ ਜਿਹੜੀ ਚੀਜ਼ ਨੇ ਮੱਚਣਾ ਹੈ। ਮਸਲਨ ਆਪਾਂ ਕਿਸੇ ਦੀ ਡੈਡ ਬੋਡੀ ਹੈ, ਡੈਡ ਬੋਡੀ ਨੂੰ ਆਪਾਂ ਸੰਸਕਾਰ ਕਰਨੇ ਉਹਦਾ ਡੈਡ ਬੋਡੀ ਦੇ ਨਾਲ ਜੋ ਵੀ ਚੀਜ਼ ਹੈ ਜਿੰਨਾ ਵੀ ਉਹਦੇ ਨਾਲ ਕੋਈ ਮਤਲਬ ਆਪਾਂ ਕਹਿ ਸਕਦੇ ਵੀ ਕੋਈ ਵੀ ਜੀਵ ਹੈ ਉਹ ਜੀਵ ਜਿਉਂਦਾ ਰਹਿ ਨਹੀਂ ਸਕਦਾ। ਬਿਲਕੁਲ ਜੀ। ਵੱਡੀ ਤੋਂ ਵੱਡੀ ਕੋਈ ਵੀ ਚੀਜ਼ ਹੈ ਜਿਹੜੀ ਅੱਗ ਦੇ ਵਿੱਚ ਚਲੀ ਗਈ ਉਹਨੇ ਤਾਂ ਖਤਮ ਹੀ ਹੋਣਾ ਉਹਦਾ ਤਾਂ ਵਜੂਦ ਜਿਹੜਾ ਹੈਗਾ ਸਿਰਫ ਤੇ ਸਿਰਫ ਉਹਦਾ ਵਜੂਦ ਇਹ ਹੈ ਕਿ ਇੱਕ ਮੁੱਠੀ ਰਹਿ ਜਾਣੀ ਹੈ ਸੁਆਦ ਦੀ। ਕਿੱਡੇ ਵੱਡੇ ਦਰਖਤ ਹੁੰਦੇ ਆ ਉਹ ਹੋ ਜਾਂਦੇ ਹੈ ਇਹ। ਇਸ ਕਰਕੇ ਮੈਂ ਕਿਉਂਕਿ ਇਹ ਮਾਮਲਾ ਸਾਇੰਸ ਨਾਲ ਜੁੜਿਆ ਹੋਇਆ ਹੈ, ਬਿਲਕੁਲ ਇਹ ਡਾਕਟਰਾਂ ਨਾਲ ਸੰਬੰਧਿਤ ਗੱਲ ਹੈ। ਇਹਦਾ ਪ੍ਰੋਪਰ ਜਵਾਬ ਉਹੀ ਦੇ ਸਕਦੇ ਆ। ਮੈਂ ਅਟਕਲ ਪੱਚੀਆਂ ਮਾਰੀ ਜਾਵਾਂ ਮੈਂ ਇਹ ਠੀਕ ਨਹੀਂ, ਮੇਰੇ ਪਾਰਟ ਤੇ ਠੀਕ ਨਹੀਂ ਜੀ। ਜੀ ਬਿਲਕੁਲ ਜੀ। ਆਪਾਂ ਨੈਕਸਟ ਕਾਲ ਤੇ ਚੱਲਦੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 2156। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਦੇਖੋ ਜਿਹੜੀ ਮੋਮਬੱਤੀਆਂ ਦੀ ਗੱਲ ਹੈਗੀ ਹੈ ਨਾ, ਕੋਈ ਵੀ ਗੌਰਮੈਂਟ ਹੈਗੀ ਆ, ਚਾਹੇ ਇੱਥੇ ਦੀ ਆ ਤੇ ਚਾਹੇ ਉੱਥੇ ਦੀ ਆ, ਕਿਸੇ ਵੀ ਕੰਟਰੀ ਦੀ ਆ, ਜਿਨ੍ਹਾਂ ਕੰਪਨੀਆਂ ਨੇ ਉਹਨਾਂ ਨੂੰ ਇਲੈਕਸ਼ਨ ਵੇਲੇ ਡੋਨੇਸ਼ਨ ਕਰਨੀ ਹੁੰਦੀ ਆ, ਔਖਾ ਸਮਾਂ ਹੋਵੇ ਜਾਂ ਸੌਖਾ ਹੋਵੇ, ਉਹਨਾਂ ਨੂੰ ਲਾਭ ਪਹੁੰਚਾਉਣਾ ਹੁੰਦਾ। ਹੁਣ ਉਹਨਾਂ ਕੰਪਨੀਆਂ ਨੂੰ ਲਾਭ ਹੋਣਾ ਜਿਹੜੇ ਮੋਮਬੱਤੀਆਂ ਬਣਾਉਂਦੇ ਆ, ਉਹਨਾਂ ਨੇ ਗਾਹਾਂ ਡੋਨੇਸ਼ਨ ਕਰਨੀ ਆ। ਉਹੀ ਹਿਸਾਬ ਇੱਥੇ ਚੱਲਦਾ। ਕਾਰਾਂ ਲੋਕਾਂ ਦੀਆਂ ਘਰਾਂ 'ਚ ਖੜੀਆਂ ਔਰ ਸੋਰਸਾਂ ਦਾ ਰੇਟ ਵੱਧ ਕੇ ਆ ਰਿਹਾ $100 ਜੀ। ਉਹ ਕਾਰਾਂ ਤਾਂ ਅਸੀਂ ਚਲਾਉਂਦੇ ਨਹੀਂ, ਉਹ ਖੜੀਆਂ, ਕਿਤੇ ਐਕਸੀਡੈਂਟ ਨਹੀਂ ਹੁੰਦੇ, ਰੋਡਾਂ ਖਾਲੀ ਆ। ਉਹ ਕਿਹੜੀ ਖੁਸ਼ੀ ਵਿੱਚ ਇੰਸ਼ੋਰੈਂਸ ਵੱਧ ਗਈ। ਇਹ ਗੌਰਮੈਂਟ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਇਹ ਰੋਕ ਸਕਦੇ ਆ ਪਰ ਇਹ ਉਹਨਾਂ ਨੂੰ ਸ਼ਹਿ ਲੈਂਦੇ ਆ ਵੀ ਪੈਸੇ 4 ਕਮਾ ਲਓ, ਗਾਹਾਂ ਤੁਸੀਂ ਸਾਡੇ ਕੰਮ ਆਉਣਾ।
ਆਹ ਕੁਛ ਚੱਲਦਾ ਇੱਥੇ। ਇਹ ਏਦਾਂ ਹੀ ਹਰ ਪਾਸੇ ਇਹੀ ਧਾਂਦਲੀ ਮਚੀ ਹੋ ਆ। ਇਹ ਚਿਚੜੀਆਂ ਇਹਨਾਂ ਨੇ, ਚਿਚੜੀਆਂ ਨੇ ਸਾਨੂੰ ਖਾਣਾ ਆ। ਜਿੰਨਾ ਚਿਰ ਮੱਝ ਮਾਰਦੀ ਨਹੀਂ ਚਿਚੜੀ ਉਹਨੂੰ ਛੱਡਦੀ ਨਹੀਂ। ਉਹ ਹਾਲ ਆ। ਇਹਨਾਂ ਕੋਲ ਸਾਨੂੰ ਕੁਛ ਦਊਗੇ, ਇਹਨਾਂ ਹਮੇਸ਼ਾ ਸਾਡਾ ਲੈਣਾ ਆ। ਇਹਨਾਂ ਆਪ ਤਾਂ ਕੋਈ ਕੰਮ ਹੀ ਨਹੀਂ ਕਰਦੇ, ਅਸੀਂ ਇਹਨਾਂ ਲਈ ਕੰਮ ਕਰਦੇ ਆ। ਉੱਥੋਂ ਇਹਨਾਂ ਨੇ ਖਾਣਾ ਤਾਂ ਸਾਡਾ ਘਰ ਘੁੱਟਣਾ। ਇਹ ਹਰ ਮੁਲਕ ਦੀ ਇਹ ਚਾਲ ਵਾ। ਇਹ ਸਮਝਣੀ ਚਾਹੀਦੀ ਲੋਕਾਂ ਨੂੰ। ਬਸ ਇਹਨਾਂ ਕੀ ਜਿਹੜੇ ਕਹਿੰਦੇ ਵੀ ਕੋਰੋਨਾ ਨਾਲ ਜਿਹੜੇ ਬੰਦੇ ਮਾਰਦੇ ਆ, ਇੱਦਾਂ ਦਾ ਫਲੂ ਨਾ ਮਰ ਜਾਂਦੇ, ਇਹਦਾ ਮਤਲਬ ਡਾਕਟਰ ਘਰ ਬੈਠ ਨਾਲ ਇਲਾਜ ਨਾ ਕਰਨ। ਕੈਨੇਡਾ ਵਰਗੀ ਧਰਤੀ ਦੇ ਉੱਤੇ ਇੱਕ ਮੈਂ ਤਾਂ ਕਹਿੰਦਾ ਪਰਿੰਦਾ ਵੀ ਨਹੀਂ ਮਰਨਾ ਚਾਹੀਦਾ। ਇੰਨੀ ਖੁਸ਼ਹਾਲੀ ਆ। ਬੰਦਾ ਤਾਂ ਕਿਸੇ ਦੇ ਘਰ ਤੋਂ ਤੁਰ ਜਾਂਦਾ ਨਾ, ਬੰਦਾ ਉਹਨੂੰ ਪੁੱਛ ਕੇ ਦੇਖੋ। ਅਸੀਂ ਗੱਲਾਂ ਬਹੁਤ ਬੜੀਆਂ ਕਰਦੇ ਨੇ, ਇਹਦੇ ਫਲੂ ਨਾ ਮਾਰ ਜਾਂਦੇ, ਏਦਾਂ ਮਰ ਜਾਂਦੇ ਆ। ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਹੈ ਫੇਰ ਅੱਗ ਦਿਖਦੀ ਹੈ, ਓਦਾਂ ਬਸੰਤਰ ਦਿਖਦਾ। ਅਸੀਂ ਏਦਾਂ ਦੀਆਂ ਗੱਲਾਂ ਨਾ ਕਰੀਏ। ਲੋਕਾਂ ਦਾ ਸਮਾਂ ਉਹਨਾਂ ਨੂੰ ਥੋੜਾ ਜਿਹਾ ਹੈਲਪ ਦੇਈਏ, ਹੌਸਲਾ ਦੇਈਏ ਜੀ। ਹਾਂ, ਇਹ ਲੈ ਕੇ ਮਰ ਗਏ ਕੋਈ ਗੱਲ ਨਹੀਂ, ਇੰਨੇ ਤਾਂ ਅੱਗੇ ਵੀ ਮਰਦੇ ਆ। ਕਾਹਤੇ ਮਰਦੇ ਆ? ਇਹਨਾਂ ਨੂੰ ਰੋਕੋ, ਰੁਕਣੇ ਚਾਹੀਦੇ ਆ, ਮਰਨੇ ਨਹੀਂ ਚਾਹੀਦੇ ਨਾ। ਸਾਨੂੰ ਇਹ ਕਹਿਣਾ ਚਾਹੀਦਾ ਅੱਗੇ ਵੀ ਮਰਦੇ ਹੋਰ ਮਰ ਜਾਣਗੇ, ਕੋਈ ਗੱਲ ਨਹੀਂ। ਨਹੀਂ, ਇਹ ਗੱਲ ਗਲਤ ਆ। ਕੋਈ ਨਹੀਂ ਮਰਨਾ ਚਾਹੀਦਾ ਇੱਥੇ। ਇੱਕ ਪਰਿੰਦਾ ਵੀ ਨਹੀਂ ਮਰਨਾ ਚਾਹੀਦਾ ਕੈਨੇਡਾ ਵਰਗੀ ਧਰਤੀ ਤੇ। ਬੰਦਾ ਤਾਂ ਇੱਕ ਪਾਸੇ ਆ। ਧੰਨਵਾਦ ਵੀਰ ਜੀ। ਓਕੇ ਜੀ, ਓਕੇ ਜੀ, ਓਕੇ। ਵਾਕਿਆ ਗੱਲ ਸਹੀ ਆ ਜੀ। ਤੁਸੀਂ ਜੇ ਤੁਹਾਡੀਆਂ ਕੋਲ 2-2 3-3 ਗੱਡੀਆਂ ਜੀ, ਤੇ ਇੱਕ ਗੱਡੀ ਰੱਖ ਕੇ ਤੁਸੀਂ ਬਾਕੀਆਂ ਦੀ ਇੰਸ਼ੋਰੈਂਸ ਜਿਹੜੀ ਆ ਉਹਨੂੰ ਹੋਲਡ ਕਰਾ ਸਕਦੇ ਆ ਜੀ। ਉਹਨੂੰ ਪਾਰਕਿੰਗ ਇੰਸ਼ੋਰੈਂਸ ਲੈ ਸਕਦੇ ਆ, ਤੁਹਾਡੇ ਪੈਸੇ ਬਚ ਸਕਦੇ ਆ। ਆਪਣੀ ਕੰਪਨੀ ਨੂੰ ਕਾਲ ਕਰੋ, ਰਾਈਟ ਵੇ ਪਾਰਕਿੰਗ ਇੰਸ਼ੋਰੈਂਸ ਲੈ ਲਓ। ਜੇ ਤੁਹਾਡੇ ਕੋਲ ਇੱਕ ਤੋਂ ਵੱਧ ਗੱਡੀ ਹੈ, ਤੁਹਾਡਾ ਸਰਦਾ ਆ, ਤੇ ਇੱਕ ਗੱਡੀ ਰੱਖ ਲਓ, ਕਿਉਂਕਿ ਬਾਹਰ ਤਾਂ ਕਿਸੇ ਇੱਕ ਅੱਧੇ ਮੈਂਬਰ ਨੇ ਜਾਣਾ ਹੁੰਦਾ, ਤੁਸੀਂ 4 ਪੈਸੇ ਬਚਾ ਸਕਦੇ ਹੋ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ 9 ਵਜੇ 5 ਅਪ੍ਰੈਲ ਨੂੰ 9 ਮਿੰਟ ਲਈ ਲਾਈਟਾਂ ਦੀਵੇ ਬਾਲ ਲਓ, ਜਿਹੜੇ ਅੱਜ ਤੱਕ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਇੰਨੀਆਂ ਝੂਠਾਂ ਜਗਦੀਆਂ ਆ ਰਹੀਆਂ, ਉਹਨਾਂ ਦਾ ਕੋਈ ਅਸਰ ਹੀ ਨਹੀਂ ਸੀਗਾ ਇਹਦਾ ਮਤਲਬ ਜੀ। ਤੇ ਦੂਜਾ ਭਾਜੀ ਇਹ ਆ, ਜਿੱਦਾਂ ਮਤਲਬ ਏਦਾਂ ਫੀਲ ਹੋ ਰਿਹਾ ਵੀ ਖਾਲਸਾ ਜੀ ਜਿੰਨੇ ਉਹਨਾਂ ਦਾ ਸੰਘਰਸ਼, ਜਿੱਦਾਂ ਜੀਵਨੀ ਪੜ੍ਹਦੇ ਆ ਆਪਾਂ, ਉਹ ਕਿੰਨਾ ਸੰਘਰਸ਼ ਕੀਤਾ ਉਹਨਾਂ ਨੇ ਜੀ। ਏਦਾਂ ਲੱਗਦਾ ਵੀ ਉਹ ਜੀਂਦੇ 'ਚ ਵੀ ਸੰਘਰਸ਼ ਕੀਤਾ ਤੇ ਉਹ ਮਰ ਕੇ ਵੀ ਵਿਚਾਰੇ ਸੰਘਰਸ਼, ਉਹਨਾਂ ਦੀ ਬੋਡੀ ਵੀ ਸੰਘਰਸ਼ ਕਰਦੀ ਰਹੀ। ਮਤਲਬ ਏਦਾਂ ਮਹਿਸੂਸ ਹੋ ਰਿਹਾ ਜਿੱਦਾਂ ਸਾਡੇ ਲੋਕਾਂ ਨੇ ਉਹਨਾਂ ਦੇ ਨਾਲ ਕੀਤਾ ਆ। ਹੁਣ ਮੈਂ ਢਿੱਲੋਂ ਭਾਜੀ ਦਾ ਇਹ ਕੁਐਸਚਨ ਮਤਲਬ ਇੱਥੇ ਟਿੱਪਣੀ ਕਰਨਾ ਵੀ ਹੁਣ ਕਹਿੰਦੇ ਯਾਦਗਾਰ ਬਣਾਉਣੀ ਆ। ਇੱਕ ਪਾਸੇ ਦਾ ਸਿਫਤ ਸਲਾਹ ਲਿਖੀ ਜਾਊਗੀ ਭਾਈ ਸਾਹਿਬ ਦੀ, ਖਾਲਸਾ ਜੀ ਦੀ, ਹਨਾ, ਸਾਰੀ ਜਿੰਨੀ ਵੀ ਆ। ਬਹੁਤ ਜਾਣੀ ਕਿ ਵਧੀਆ ਬੰਦੇ ਸੀ, ਹਿਊਮਨ ਬੀਇੰਗ, ਜਾਣੀ ਕਿ ਕਹਿਣ ਦਾ ਮਤਲਬ ਉਹਨੇ ਗੱਲ ਦੇ ਵਿੱਚ ਐਕਸਪੀਰੀਅੰਸ ਝਲਕਦਾ ਸੀਗਾ। ਤੇ ਦੂਜੇ ਪਾਸੇ ਅੱਜ ਦਾ ਨਾਂ ਲਿਆ ਦੁਰਗਿਆਣਾ ਮੰਦਿਰ ਨੂੰ ਆਪਾਂ ਮੈਂ ਨਹੀਂ ਕਹਿ ਸਕਦਾ, ਕਿਉਂਕਿ ਉਹ ਹਿੰਦੂ ਮਿੱਥਿਆ ਵੱਖਰਾ ਆ ਹਨਾ। ਤੇ ਜਿਹੜੇ ਸਾਡੇ ਸ਼ਹੀਦਾਂ ਜਿਹੜੇ ਕਹਿੰਦੇ ਆ ਗੁਰਦੁਆਰਾ ਸਾਹਿਬ, ਜਿੱਦਾਂ ਭਾਜੀ ਨੇ ਦੱਸਿਆ, ਜਾਂ ਬੇਰਕਾ ਸਾਹਿਬ ਵਾਲੇ ਲਾ ਲਓ, ਸਿੱਖਾਂ ਚਾਹੁੰਦੇ ਬੰਦੇ ਉਹ। ਇਹਨਾਂ ਦੀਆਂ ਨਲੈਕੀਆਂ ਵੀ ਨਾਲ ਲਿਖੀਆਂ ਜਾਣਗੀਆਂ ਵੀ ਹਾਂ ਵੀ ਜਿੱਦਾਂ ਕਹਿੰਦੇ ਨੇ ਕਈ ਵਾਰ ਗੁਰਦੁਆਰੇ ਕਿਤੇ ਜਾਈਦਾ ਜਾਂ ਮਸੀਤ ਤੇ ਵੀ ਛਿੱਤਰ ਮਾਰੀ ਰਿਹਾ, ਏਦਾਂ ਦਾ ਜੁਗਾੜ ਵੀ ਨਾਲ ਰੱਖਣਾ ਚਾਹੀਦਾ ਵੀ ਆਹ ਬੰਦੇ ਸੀਗੇ ਤੇ ਆਹ ਬੰਦਾ ਸੀਗਾ ਤੇ ਆਹ ਸ਼ਹੀਦਾਂ ਵਾਲੇ ਸੀਗੇ, ਇਹਨਾਂ ਦੇ ਵੀ ਛਿੱਤਰ ਮਾਰੋ ਵੀ ਇਹਨਾਂ ਨੇ ਆਹ ਏਦਾਂ ਕੀਤਾ ਸੀ। ਏਦਾਂ ਨਾਲ ਹੋ ਸਕਦਾ ਕਿ ਇਕੱਲੀ ਸਿਰਫ ਆਪਣੇ ਪੈਸੇ ਬਣਾਉਣ ਲਈ ਜਾਂ ਸਿਰਫ ਮੁੜ ਕੇ ਫੇਰ ਉਹਨਾਂ ਦੀ ਵਿਚਾਰਿਆਂ ਦੀ ਜਿਹੜੀ ਉਹ ਚੰਗਾ ਪਾਲਿਆ ਜਾਂ ਉਹਨਾਂ ਦਾ ਉਹਨੂੰ ਖਾਣ ਲਈ ਸਿਰਫ ਯਾਦਗਾਰ ਬਣਾਇਆ ਜਾਊਗਾ। ਇਹਦੇ ਬਾਰੇ ਦੱਸੋ ਜੀ। ਧੰਨਵਾਦ ਵੀਰ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਮੈਂ 100% ਸਹਿਮਤ ਹਾਂ ਕਿ ਉਹ ਤਾਂ ਨਾਇਕ ਬਣ ਗਏ। ਕਿਉਂਕਿ ਭਾਵੇਂ ਇਹ ਠੀਕ ਹੈ ਕਿ ਉਹਨਾਂ ਨੂੰ ਜਿਉਂਦਿਆਂ ਵੀ ਸੰਘਰਸ਼ ਕਰਨਾ ਪਿਆ ਤੇ ਉਹਨਾਂ ਦੀ ਡੈੱਡ ਬਾਡੀ ਨੂੰ ਵੀ ਰਾਤ ਦੇ 9 ਵਜੇ ਤੱਕ ਸੰਘਰਸ਼ ਕਰਨਾ ਪਿਆ ਜੀ। ਐਡੀ ਸਨਮਾਨਿਤ ਸ਼ਖਸੀਅਤ ਜਿਨ੍ਹਾਂ ਨੇ 31 ਰਾਗਾਂ ਦੇ ਵਿੱਚ, ਜਿਹੜੇ ਗੁਰੂ ਗ੍ਰੰਥ ਸਾਹਿਬ 31 ਰਾਗਾਂ ਦੇ ਵਿੱਚ ਸਾਡੀ ਬਾਣੀ ਹੈ ਜੀ, ਤੇ 31 ਰਾਗਾਂ ਦੇ ਵਿੱਚ ਉਹਨਾਂ ਨੇ ਨਿਪੁੰਨਤਾ ਹਾਸਲ ਕਰਕੇ ਉਹ ਬਾਣੀ ਦਾ ਗਾਇਨ ਕਰਦੇ ਰਹੇ ਹੈ, ਜਿਨ੍ਹਾਂ ਨੂੰ ਭਾਰਤ ਦੀ ਸਰਕਾਰ ਨੇ, ਉਹ ਜੇ ਆਪਾਂ ਦੇਖੀਏ ਤਾਂ ਉਹ ਅਸਲ ਦੇ ਵਿੱਚ ਸਿੱਖ ਸੰਪਰਦਾ ਦੇ, ਸਿੱਖ ਭਾਈਚਾਰੇ ਦੇ, ਸਿੱਖ ਕਮਿਊਨਿਟੀ ਦੇ, ਸਿੱਖ ਡਾਇਸਪੋਰਾ ਦੇ ਜਿਹੜੇ ਹੈਗੇ ਹੈ ਬਾਣੀ ਨਾਲ ਸੰਬੰਧਿਤ ਸੀ, ਗੁਰੂਆਂ ਦੀ ਬਾਣੀ ਨਾਲ ਸੰਬੰਧਿਤ ਸੀ। ਲੇਕਿਨ ਉਹਨਾਂ ਦੀ ਕਾਬਲੀਅਤ ਨੂੰ ਦੇਖਦੇ ਆ, ਉਹਨਾਂ ਦੀ ਲਿਆਕਤ ਨੂੰ ਦੇਖਦੇ ਆ, ਜਿਹੜੀ ਉਹਨਾਂ ਕੋਲ ਕਲਾ ਸੀ ਉਹਨੂੰ ਦੇਖਦੇ ਆ। ਭਾਰਤ ਸਰਕਾਰ ਨੇ ਵੀ ਉਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਇਹੋ ਜਿਹੀ ਸ਼ਖਸੀਅਤ ਦੇ ਦਾਹ ਸੰਸਕਾਰ ਵਾਸਤੇ ਵੀ ਕਿੰਨਾ ਲੰਬਾ ਸਮਾਂ ਲੱਟਣਾ ਪਵੇ। ਕਈ ਵਾਰੀ ਇਹ ਹੁੰਦਾ ਵੀ ਚਲੋ ਕਿਸੇ ਦੇ ਭੈਣ ਭਰਾ ਨੇ ਆਉਣਾ, ਪੁੱਤ ਧੀ ਨੇ ਆਉਣਾ, ਆਪਾਂ ਡੈਡ ਬੋਡੀ ਰੋਕ ਸਕਦੇ ਹਾਂ, ਲੇਕਿਨ ਜਿਹੜੇ ਹੈਗੇ ਪ੍ਰਬੰਧ ਕਰਨਾ ਚਾਹੁੰਦੇ ਹੈ, ਪ੍ਰਸ਼ਾਸਨ ਕਰਨਾ ਚਾਹੁੰਦਾ, ਪਰਿਵਾਰ ਸੰਸਕਾਰ ਕਰਨਾ ਚਾਹੁੰਦਾ ਹੈ ਤੇ ਸਾਡੇ ਆਪਣੇ ਲੋਕ ਜਿਹੜੇ ਹੈਗੇ ਉਹ ਸੰਸਕਾਰ ਦੇ ਵਿੱਚ ਅੜਿੱਕੇ ਪਾਉਂਦੇ ਆ। ਮੈਂ ਕਿਸੇ ਦਾ ਨਾਂ ਨਹੀਂ ਲਊਗਾ। ਬਿਲਕੁਲ ਉਹਨਾਂ ਦੇ ਅਸਲ ਖਲਨਾਇਕ ਉਹ ਬੰਦੇ ਹੈ, ਉਹਨਾਂ ਦਾ ਵੀ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ 'ਚ ਨਾਂ ਲਿਖਣਾ ਚਾਹੀਦਾ। ਮੈਂ ਤਾਂ ਬੇਨਤੀ ਇਹ ਕਰੂੰਗਾ ਵੀਰ ਜੀ ਦੀ ਗੱਲ ਦੀ ਪ੍ਰੋੜਤਾ ਕਰਦਾ ਹੋਇਆ ਕਿ ਅਖਬਾਰਾਂ ਨੂੰ ਹੁਣੇ ਨੋਟਿਸ ਲੈਣਾ ਚਾਹੀਦਾ ਹੈ। ਨਹੀਂ ਤਾਂ ਹੁੰਦਾ ਕੀ ਹੈ ਕਿ ਜਿਹੜੇ ਇਸ ਕਿਸਮ ਦੇ ਲੋਕ ਹੈ, ਜਿਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਧਰੋਹ ਕਮਾਇਆ ਹੁੰਦਾ ਹੈ, ਉਹ ਬਚ ਜਾਂਦੇ ਹੈ।
ਤੇ ਹੋਰ ਜਿਹੜੇ ਹੈਗੇ ਲੋਕ ਉਹਨਾਂ ਨੂੰ ਅਸੀਂ ਕਰ ਦਿੰਦੇ ਹਾਂ। ਜੇ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਦੇਖੀਏ, ਅਸੀਂ ਜਿਹੜੇ ਸਾਡੇ 11 ਦੁਸ਼ਮਣ ਦਿਖਦੇ ਹੈ ਉਹਨਾਂ ਤੋਂ ਕੰਮ ਕਰਨੇ, ਲੇਕਿਨ ਜਿਹੜੇ ਬੁੱਕਲ ਦੇ ਦੁਸ਼ਮਣ ਹੁੰਦੇ ਹੈ ਉਹ ਜ਼ਿਆਦਾ ਖਤਰਨਾਕ ਹੁੰਦੇ ਆ। ਬੁੱਕਲ ਦੇ ਦੁਸ਼ਮਣਾਂ ਨੂੰ ਵੀ ਬੇਨਕਾਬ ਕਰਨਾ ਚਾਹੀਦਾ ਜੀ। ਬਿਲਕੁਲ ਜੀ, ਤੁਸੀਂ ਲਾਈਨਾਂ ਇਦਾਂ ਹੀ ਹੋਲਡ ਕਰਿਓ। ਆਪਾਂ ਇੱਕ ਐਡ ਲੈ ਲਈਏ ਤੇ ਖਬਰ ਤੋਂ ਬਾਅਦ ਚੱਲਦੇ ਹਾਂ ਜੀ। ਇਸ ਪ੍ਰੋਗਰਾਮ ਦੇ ਇਸ ਨੂੰ ਸਪਾਂਸਰ ਕੀਤਾ ਜੀ ਕਿਰਨ ਕੌਰ ਪੱਡਾ ਨੇ। ਜੇ ਤੁਸੀਂ ਫਸਟ ਜਾਂ ਸੈਕੰਡ ਮਾਰਗੇਜ ਲੈਣੀ ਚਾਹੁੰਦੇ ਹੋ 416 710 20 416 710 20 ਆਪਣੀ ਘੜੀ ਠੀਕ ਕਰਾਉਣੀ ਹੈ, ਬੈਟਰੀ ਪਾਉਣੀ ਜਾਂ ਚੈਨ ਛੋਟੀ ਵੱਡੀ ਕਰਾਉਣੀ ਹੈ, ਆਪਣੇ ਨਾਂ ਦਾ ਵਾਲ ਕਲੌਕ ਬਣਾਉਣਾ, ਕਿਸੇ ਕੰਪਨੀ ਦਾ ਟਰਾਂਸਪੋਰਟ ਦਾ ਨਾਂ ਲਿਖਾਉਣਾ, ਸੋਮਲ ਵਾਚ ਕਲੌਕ ਐਂਡ ਪਾਰਟਸ, ਰਾਡੋ, ਰੋਲੈਕਸ, ਕਿਸੇ ਵੀ ਤਰ੍ਹਾਂ ਦੀਆਂ ਸਿਟੀਜ਼ਨ ਸਿਕੋ 5 ਘੜੀਆਂ ਲੈ ਸਕਦੇ ਹੋ 905 790 2188 ਤੇ ਨਾਲ ਹੀ ਜੇ ਤੁਸੀਂ ਸੋਫਾ ਲੈਣਾ ਚਾਹੁੰਦੇ ਜੀ ਐਲ ਸ਼ੇਪ ਕਸਟਮ ਮੇਡ ਸੋਫਾ, ਰਾਉਂਡ ਸੋਫਾ ਬੈਸਟ ਕੁਆਲਿਟੀ ਦੇ ਵਿੱਚ ਤੇ ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣਾ ਨਾਲ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੋ 905 799 8877 ਤੇ ਕਾਲ ਕੀਤੀ ਜਾ ਸਕਦੀ ਆ। ਢਿੱਲੋਂ ਸਾਹਿਬ, ਆਪਾਂ ਖਬਰ ਤੇ ਚੱਲਦੇ ਜੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਕੀਤਾ ਸਵਾਲ, ਲਾਕਡਾਊਨ ਤੋਂ ਪਹਿਲਾਂ ਰਾਜਾਂ ਨੂੰ ਕਿਉਂ ਨਹੀਂ ਲਿਆ ਵਿਸ਼ਵਾਸ ਦੇ ਵਿੱਚ? ਬਿਲਕੁਲ ਜੀ, ਕੱਲ 2 ਘਟਨਾਵਾਂ ਵਾਪਰੀਆਂ ਜੀ। ਇੱਕ ਘਟਨਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਟੈਲੀ ਕਾਨਫਰੰਸ ਦੇ ਜ਼ਰੀਏ ਸੰਪਰਕ ਕੀਤਾ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਵਿਚਾਰ ਵਟਾਂਦਰਾ ਕੀਤਾ ਕਿ ਕਰੋਨਾ ਵਾਇਰਸ ਦਾ ਮੁਕਾਬਲਾ ਸਾਨੂੰ ਕਿਵੇਂ ਕਰਨਾ ਚਾਹੀਦਾ ਹੈ ਜੀ। ਇੱਕ ਘਟਨਾਕ੍ਰਮ ਤਾਂ ਇਹ ਸੀ। ਦੂਜਾ ਘਟਨਾਕ੍ਰਮ ਸੀ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ, ਉਹ ਵੀ ਟੈਲੀ ਕਾਨਫਰੰਸ ਦੇ ਜ਼ਰੀਏ ਹੋਈ ਸੀਗੀ। ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਜ਼ਿਆਦਾ ਗੱਲ ਸਾਹਮਣੇ ਨਹੀਂ ਆਈ ਜੀ, ਲੇਕਿਨ ਪ੍ਰਧਾਨ ਮੰਤਰੀ ਦਫ਼ਤਰ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਉਸ ਪ੍ਰੈਸ ਨੋਟ ਦੇ ਰਾਹੀਂ ਇਹ ਦਾਅਵਾ ਕੀਤਾ ਗਿਆ ਕਿ ਸਾਰੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਪ੍ਰਗਟ ਕਰਦਿਆਂ ਇਹ ਗੱਲ ਕਹੀ ਹੈ ਕਿ ਜਿਹੜੇ ਵੀ ਉਹਨਾਂ ਨੇ ਕਦਮ ਚੁੱਕੇ ਹੈ ਕਰੋਨਾ ਵਾਇਰਸ ਨੂੰ ਕਾਬੂ ਕਰਨ ਵਾਸਤੇ, ਅਸੀਂ ਉਹਦਾ ਸਮਰਥਨ ਕਰ ਰਹੇ ਹਾਂ। ਲੇਕਿਨ ਇਸੇ ਦੌਰਾਨ ਇੱਕ ਖਬਰ ਆਉਂਦੀ ਹੈ ਭੁਪੇਸ਼ ਬਘੇਲ ਹੋਰਾਂ ਦੇ ਹਵਾਲੇ ਨਾਲ। ਭੁਪੇਸ਼ ਬਘੇਲ ਜਿਹੜੇ ਆ ਛੱਤੀਸਗੜ੍ਹ ਦੇ ਮੁੱਖ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਸਵਾਲ ਕੀਤਾ ਕਿ ਅੱਜ ਤੁਸੀਂ ਇੰਨੇ ਦਿਨਾਂ ਬਾਅਦ ਮੀਟਿੰਗ ਸਾਡੇ ਨਾਲ ਰਾਬਤਾ ਕਾਇਮ ਕੀਤਾ ਹੈ, ਅੱਜ ਤੁਸੀਂ ਸਾਨੂੰ ਕਹਿੰਦੇ ਹੋ ਕਿ ਆਪਾਂ ਕਰੋਨਾ ਵਾਇਰਸ ਨੂੰ ਕਾਬੂ ਕਰਨਾ ਹੈ। ਇਹ ਜਿਹੜੀ ਗੱਲ ਤੁਸੀਂ ਹੁਣ ਕਹਿੰਦੇ ਹੋ ਲਾਕਡਾਊਨ ਕਰਨ ਤੋਂ ਪਹਿਲਾਂ ਸਾਡੇ ਨਾਲ ਵਿਚਾਰ ਵਟਾਂਦਰਾ ਕਿਉਂ ਨਹੀਂ ਕੀਤਾ, ਇਹਦਾ ਸਾਨੂੰ ਜਵਾਬ ਦਿਓ। ਪ੍ਰਧਾਨ ਮੰਤਰੀ ਸਾਹਿਬ ਨੇ ਕੀ ਜਵਾਬ ਦਿੱਤਾ ਮੈਨੂੰ ਇਹਦੀ ਜਾਣਕਾਰੀ ਨਹੀਂ, ਲੇਕਿਨ ਮੈਂ ਇੱਥੇ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ 3 ਕਿਸਮ ਦਾ ਪ੍ਰਬੰਧ ਹੈ। ਉਹ 3 ਕਿਸਮ ਦਾ ਪ੍ਰਬੰਧ ਕੀ ਹੈ ਕਿ ਇੱਕ ਤਾਂ ਕੁਝ ਹੱਕ ਹੈਗੇ ਆ ਰਾਜਾਂ ਦੇ, ਜਿਵੇਂ ਲਾ ਐਂਡ ਆਰਡਰ ਰਾਜ ਦਾ, ਕਈ ਜਿਹੜੇ ਹੈਗੇ ਆ ਕੰਮ ਰਾਜਾਂ ਦੇ, ਉਹ ਰਾਜਾਂ ਦੇ ਅਧਿਕਾਰ ਖੇਤਰ 'ਚ ਹੈ। ਕਈ ਕੰਮ ਜਿਹੜੇ ਹੈਗੇ ਆ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਕਈ ਕੰਮ ਦੋਨਾਂ ਧਿਰਾਂ ਨਾਲ ਸੰਬੰਧਿਤ ਹੁੰਦੇ ਆ ਜਿਹੜੇ ਤੇ ਉਹਨੂੰ ਅਸੀਂ ਕਹਿ ਦਿੰਦੇ ਆ ਸਾਂਝੀ ਸੂਚੀ। ਉਹ ਸਾਂਝੀ ਸੂਚੀ 'ਚ ਪਾ ਦਿੰਦੇ ਆ ਕਿ ਦੋਨਾਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਜਿਹੜਾ ਹੈਲਥ ਦਾ ਜਿਹੜਾ ਹੈਗਾ ਮਹਿਕਮਾ, ਹੈਲਥ ਜਿਹੜੀ ਹੈਗੀ ਹੈ ਇਹ ਰਾਜ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਕਰੋਨਾ ਕਿਉਂਕਿ ਹੈਲਥ ਨਾਲ ਰਿਲੇਟਡ ਮਾਮਲਾ ਹੈ, ਇਹਦੇ ਤੇ ਜੇ ਕੋਈ ਫੈਸਲਾ ਲੈਣਾ ਤਾਂ ਤੁਹਾਨੂੰ ਰਾਜ ਸਰਕਾਰਾਂ ਦੀ ਸਹਿਮਤੀ ਨਾਲ ਲੈਣਾ ਪੈਣਾ, ਕਿਉਂਕਿ ਉਸ ਫੈਸਲੇ ਨੂੰ ਲਾਗੂ ਹੀ ਰਾਜ ਸਰਕਾਰਾਂ ਨੇ ਕਰਨੇ। ਬਿਲਕੁਲ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਰਾਤ ਨੂੰ 8 ਵਜੇ ਐਲਾਨ ਕਰਤਾ ਜੀ 12 ਵਜੇ ਲਾਕਡਾਊਨ ਹੋ ਜਾਊਗਾ। 12 ਵਜੇ ਲਾਕਡਾਊਨ ਹੋਣ ਤੋਂ ਬਾਅਦ ਹੋਇਆ ਕੀ ਹੈ, ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਵਰਗੇ ਸ਼ਹਿਰਾਂ ਚੋਂ ਜਿਹੜੇ ਲੋਕ ਮਜ਼ਦੂਰੀ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਆਪੋ ਆਪਣੇ ਘਰਾਂ ਨੂੰ ਜਾਣਾ ਪੈ ਗਿਆ। ਗੱਡੀਆਂ ਬੰਦ ਹੋ ਗਈਆਂ, ਜਹਾਜ਼ ਬੰਦ ਹੋ ਗਏ, ਵੈਸੇ ਗਰੀਬ ਵਿਚਾਰੇ ਜਹਾਜ਼ਾਂ ਤੱਕ ਚੜ੍ਹ ਹੀ ਨਹੀਂ ਸਕਦੇ, ਬੱਸਾਂ ਬੰਦ ਹੋ ਗਈਆਂ, ਪੈਦਲ ਚਾਲੇ ਪਾਉਣੇ ਪਏ ਲੋਕਾਂ ਨੂੰ ਤੇ ਉਹਨਾਂ ਨੂੰ ਕਿੰਨੇ ਕਈ ਦਿਨ ਲੱਗੇ, ਕਈ ਹਜ਼ਾਰ ਕਿਲੋਮੀਟਰ ਤੁਰ ਕੇ ਉਹਨਾਂ ਦੇ ਪੈਰ ਛਿੱਲੇ ਗਏ, ਛਾਲੇ ਪੈ ਗਏ, ਬੁਰਾ ਹਾਲ ਹੋ ਗਿਆ। ਕੁਝ ਲੋਕ ਰਸਤੇ 'ਚ ਮਰ ਵੀ ਗਏ, ਕਈ ਮਰਿਆਂ ਤੋਂ ਭੈੜੇ ਹੋ ਗਏ। ਔਰ ਜਦੋਂ ਉਹ ਆਪੋ ਆਪਣੀਆਂ ਮੰਜ਼ਿਲਾਂ ਦੇ ਨੇੜੇ ਪਹੁੰਚਦੇ ਆ, ਪ੍ਰਸ਼ਾਸਨ ਉਹਨਾਂ ਦੇ ਉੱਤੇ ਦਵਾਈਆਂ ਦੀ ਸਪਰੇਅ ਕਰਦਾ ਹੈ ਕਿ ਭ੍ਰਿਸ਼ਟ ਲੋਕ ਆ ਗਏ, ਇਹ ਬਿਮਾਰ ਲੋਕ ਆ ਗਏ, ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਅਸੀਂ ਇਨਫੈਕਸ਼ਨ ਮੁਕਤ ਕਰੀਏ। ਇਸ ਕਿਸਮ ਦੀ ਸਥਿਤੀ ਹੁੰਦੀ ਹੈ। ਇਹਦੇ ਤੇ ਵਕੀਲ ਸਾਹਿਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਸਲਾਹ ਮਸ਼ਵਰਾ ਕੀਤਾ ਹੁੰਦਾ ਤਾਂ ਅਸੀਂ ਕੋਈ ਨਾ ਕੋਈ ਪ੍ਰਬੰਧ ਕਰ ਲੈਂਦੇ, ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਉਜੜਨ ਦੀ ਲੋੜ ਨਾ ਪੈਂਦੀ। ਆ ਜਿਹੜਾ ਸੰਕਟ ਖੜਾ ਹੋਇਆ ਤੁਹਾਡਾ ਸੋਸ਼ਲ ਡਿਸਟੈਂਸ ਗਿਆ ਕਿੱਥੇ? ਇਹ ਤਾਂ ਕਾਫਲਿਆਂ ਦੇ ਕਾਫਲੇ ਜਾ ਰਹੇ, ਇਹਨਾਂ ਨੂੰ ਨਾ ਤਾਂ ਆਪਾਂ ਮਾਰ ਸਕਦੇ ਹਾਂ, ਨਾ ਇਹਨਾਂ ਨੂੰ ਕੁੱਟ ਸਕਦੇ ਹਾਂ, ਨਾ ਇਹਨਾਂ ਨੂੰ ਜੇਲ੍ਹਾਂ 'ਚ ਸੁੱਟ ਸਕਦੇ ਹਾਂ। ਇਹਨਾਂ ਲੋਕਾਂ ਦਾ ਕਸੂਰ ਕੀ ਹੈ? ਜਿਹੜਾ ਬੰਦਾ ਭੁੱਖਾ ਬੈਠਾ ਜਿਹਨੇ ਕਿਰਾਇਆ ਦੇਣਾ ਉਹ ਦਿੱਲੀ ਵਰਗੇ ਸ਼ਹਿਰ 'ਚ ਬੈਠੂਗਾ ਕੀ? ਬਿਲਕੁਲ।
ਉੱਥੋਂ ਧੱਕੇ ਮਾਰ ਕੇ ਕੱਢਿਆ ਜਾਂਦਾ ਜੀ, ਤੁਸੀਂ ਸਾਨੂੰ ਕਿਰਾਇਆ ਨਹੀਂ ਦਿੰਦੇ, ਜੇ ਕਿਰਾਇਆ ਨਹੀਂ ਦਿੰਦੇ ਤੁਸੀਂ ਜਾਓ। ਕੁਝ ਮਿਸਾਲਾਂ ਮੇਰੇ ਸਾਹਮਣੇ ਆਈਆਂ, ਭਾਵੇਂ ਕੇਜਰੀਵਾਲ ਸਾਹਿਬ ਨੇ ਅਪੀਲ ਕੀਤੀ ਹੈ, ਤੁਸੀਂ ਦੇਖਿਆ ਹੋਣਾ ਟੀਵੀ 'ਚ ਵਾਰ-ਵਾਰ ਆ ਰਹੇ ਹੈ ਕਿ ਜੇ ਤੁਹਾਡੇ ਕੋਲੇ ਕੋਈ ਬੰਦਾ ਰਹਿ ਰਿਹਾ ਹੈ ਉਹ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ ਜਾਂਦਾ, ਕਿਰਾਇਆ ਉਹਨੂੰ ਤੁਸੀਂ ਮੁਲਤਵੀ ਕਰ ਦਿਓ ਮਹੀਨਾ 2 ਮਹੀਨੇ, ਔਰ ਉਹ ਬੰਦਾ ਤੁਹਾਨੂੰ ਕਿਸ਼ਤਾਂ ਦੇ ਵਿੱਚ ਦੇ ਦੂਗਾ। ਲੇਕਿਨ ਜਿੱਥੇ ਮੁਨਾਫਾ ਮੂਹਰੇ ਹੁੰਦਾ ਹੈ ਉੱਥੇ ਉਹਨਾਂ ਨੂੰ ਬਿਜਲੀ ਕੱਟਦੀ ਹੈ, ਕਨੈਕਸ਼ਨ ਕੱਟਦੇ, ਪਾਣੀ ਦੇ ਕਨੈਕਸ਼ਨ ਕੱਟਦੇ, ਤੇ ਉਹ ਵਿਚਾਰੇ ਫਿਰ ਰਹਿਣ ਕਿਵੇਂ? ਇਹ ਸਾਰੀਆਂ ਗੱਲਾਂ ਠੀਕ ਹੈ। ਅਗਲੀ ਗੱਲ ਮੈਂ ਕਰਦਾ ਸੀ ਕਿ ਜਿਹੜੀ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ, ਉਸ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਦਾ ਇੱਕ ਅਧਿਕਾਰਤ ਬਿਆਨ ਹੈ। ਇਹ ਤੋਂ ਪਹਿਲਾਂ ਜਦੋਂ ਲਾਕਡਾਊਨ ਦਾ ਐਲਾਨ ਕੀਤਾ ਹੈ, ਉਦੋਂ ਤੁਸੀਂ ਦੇਖੋ ਨਾ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਦਮ ਦੀ ਹਮਾਇਤ ਕੀਤੀ ਸੀ ਕਿ ਤੁਸੀਂ ਠੀਕ ਕੀਤਾ ਹੈ। ਪੀ ਚਿਦੰਬਰਮ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਾਡੇ ਕਮਾਂਡਰ ਹੈ, ਅਸੀਂ ਲੋਕ ਜਿਹੜੇ ਹੈਗੇ ਉਹਨਾਂ ਦੀ ਪੈਦਲ ਫੌਜ ਆ, ਦੇਸ਼ ਉਹਨਾਂ ਦੇ ਨਾਲ ਹੈ ਇਸ ਕੰਮ ਦੇ ਵਿੱਚ। ਸੋਨੀਆ ਗਾਂਧੀ ਨੇ, ਪ੍ਰਿੰਕਾ ਗਾਂਧੀ ਨੇ, ਰਾਹੁਲ ਗਾਂਧੀ ਨੇ ਵੀ ਕਿਹਾ ਸੀਗਾ ਜੀ ਸਾਰਾ ਦੇਸ਼ ਇੱਕ ਮੁੱਠ ਹੈ, ਅਸੀਂ ਕਰੋਨਾ ਦਾ ਮੁਕਾਬਲਾ ਕਰਨਾ ਹੈ। ਪਰ ਹੁਣ ਜਦੋਂ ਜਿਹੜੇ ਸਟੈਪ ਲਏ ਪ੍ਰਧਾਨ ਮੰਤਰੀ ਸਾਹਿਬ ਨੇ, ਉਹ ਸਟੈਪ ਲੋਕਾਂ ਦੀ ਤਸੱਲੀ ਨਹੀਂ ਕਰਾਉਂਦੇ, ਲੋਕ ਹਾਹਾਕਾਰ ਕਰਨ ਲੱਗ ਪਏ ਹੈ। ਤੇ ਫਿਰ ਜਿਹੜਾ ਡੈਮੋਕ੍ਰੇਸੀ ਦਾ ਸਿਧਾਂਤ ਹੁੰਦਾ, ਉਹਦੇ ਤਹਿਤ ਕੱਲ ਕਾਂਗਰਸ ਪਾਰਟੀ ਨੇ ਬਕਾਇਦਾ ਇੱਕ ਰੈਗੂਲੇਸ਼ਨ ਪਾਸ ਕਰਕੇ ਗੱਲ ਕਹੀ ਹੈ ਕਿ ਜਿਹੜਾ ਲਾਕਡਾਊਨ ਲਾਗੂ ਕੀਤਾ ਇਹ ਠੀਕ ਹੈ, ਇਹਦੇ ਬਗੈਰ ਸਰਦਾ ਨਹੀਂ ਸੀ, ਕਿਉਂਕਿ ਜੇ ਲਾਕਡਾਊਨ ਨਹੀਂ ਲਾਗੂ ਹੋਊਗਾ ਤਾਂ ਫਿਰ ਸੋਸ਼ਲ ਡਿਸਟੈਂਸ ਜਿਹੜਾ ਉਹ ਨਹੀਂ ਹੋਊਗਾ, ਕੋਰੋਨਾ ਜਿਹੜਾ ਉਹ ਫੈਲੂਗਾ ਬੰਦੇ ਤੋਂ ਬੰਦੇ ਤੱਕ। ਪਰ ਇਹਨੂੰ ਬੇਤਰਤੀਬੇ ਢੰਗ ਨਾਲ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀਆਂ ਦੇ ਵਿੱਚੋਂ ਵੀ ਗੱਲ ਇਹੀ ਆਉਂਦੀ ਹੈ, ਕੋਈ ਬੋਲੇ ਕੋਈ ਨਾ ਬੋਲੇ, ਔਰ ਮੁੱਖ ਆਪੋਜੀਸ਼ਨ ਪਾਰਟੀ ਹੈ, ਦੂਜੀਆਂ ਆਪੋਜੀਸ਼ਨ ਪਾਰਟੀਆਂ ਉਹਨਾਂ ਵੱਲੋਂ ਵੀ ਇਹ ਗੱਲ ਆ ਰਹੀ ਹੈ ਜੀ ਬੇਤਰਤੀਬੇ ਢੰਗ ਨਾਲ ਲਾਗੂ ਕੀਤਾ ਗਿਆ ਹੈ। ਚਲੋ ਸਾਹਿਬ ਕਾਲਾਂ ਸਾਰੀਆਂ ਫਲੈਸ਼ ਕਰ ਰਹੀਆਂ ਜੀ, ਮਾਫ ਕਰਨਾ ਆਪਾਂ WhatsApp ਤੇ ਕਾਲ ਨਹੀਂ ਮੇਰੀ ਗੱਲ ਸੁਣੋ ਜੀ, ਜੇ ਆਪਾਂ ਗੱਲ ਹੀ ਨਹੀਂ ਕਰਨੀ ਪ੍ਰੋਗਰਾਮ ਬੰਦ ਕਰ ਦਿੰਦੇ, ਕਰੋ ਥੋੜਾ ਬਰੀਫ ਰੱਖੋ, ਪੂਰੀ ਗੱਲ ਕਰ ਲੈਂਦਾ ਕਰੋ, ਨਹੀਂ ਫਿਰ ਮੈਂ ਛੱਡ ਦੇਣਾ ਜੀ, ਬਰੀਫ ਕਰੋ। ਹਾਂਜੀ ਕਰੋ ਕੋਈ ਗੱਲ ਨਹੀਂ, ਬਰੀਫ ਰੱਖੋ। ਨਹੀਂ ਤੁਸੀਂ ਕਾਲਾਂ ਲਓ, ਕੋਈ ਗੱਲ। ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ। ਹੈਲੋ ਸ਼ਾਇਦ ਕਾਲ ਕੱਟੀ ਗਈ ਆ, ਥੋੜਾ ਜਿਹਾ ਜਾਨੀ ਕਿ ਸ਼ਾਰਟ ਦੇ ਵਿੱਚ ਰੱਖੀਆਂ ਜਾਣ ਕਿਉਂਕਿ ਆਪਣੀਆਂ ਖਬਰਾਂ ਰਹਿ ਜਾਂਦੀਆਂ ਵੀਰ ਜੀ। ਹਾਂਜੀ 7380 ਸਵਾਗਤ ਹੈ ਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਮੈਨੂੰ ਇਹ ਲੱਗਦਾ ਇੰਡੀਆ ਦੇ ਵਿੱਚ ਜਿੰਨੀਆਂ ਆਪਣੇ ਹਿੰਦੂ ਤੇ ਸਿੱਖਾਂ ਦੇ ਜਥੇਬੰਦੀਆਂ ਨੇ ਉਹਨਾਂ ਦੇ ਮੋਹਤਬਾਰ ਨੇ ਜੀ, ਸਭ ਨੂੰ ਮੂਰਖ ਬੰਦੇ ਲੱਗਦੇ ਨੇ ਭਾਰਤ ਨਾ। ਹੁਣ ਮੋਦੀ ਸਾਹਿਬ ਤਾਂ ਹੁਣ ਵਿਚਾਰੇ ਬਥੇਰਾ ਕੁਛ ਕਰੀ ਜਾਂਦੇ ਨੇ, ਹੁਣ ਥਾਲੀਆਂ ਖੜਕਾ ਕੇ ਵਾਇਰਸ ਵੀ ਮਾਰਤੀਆਂ, ਮੋਮਬੱਤੀਆਂ ਦੇ ਨਾਲ ਸੰਸਕਾਰ ਵੀ ਹੋ ਜਾਣਾ। ਉਹ ਵਿਚਾਰੇ ਭਗਤ ਇਨਸਾਨ ਨੇ, ਉਹਨਾਂ ਨੂੰ ਪਤਾ ਨਹੀਂ ਕਾਹਤੋਂ ਵਿਚਾਰਿਆਂ ਨੂੰ ਸਾਰੇ ਨਿੰਦੀ ਜਾਂਦੇ ਹਨ ਜੀ। ਇੰਨਾ ਸੋਹਣਾ ਦੇਖੋ, ਕਿੰਨੇ ਸੋਹਣੇ ਹਸਪੀਟਲ ਸਾਰੀਆਂ ਸਟੇਟਾਂ 'ਚ ਉਹਨਾਂ ਨੇ ਬਣਾਤੇ ਨੇ, ਕਿੰਨੇ ਇਕੋਨਮੀ ਤਾਂ ਲੈ ਗਏ ਨੇ ਜੀ। ਤੇ ਸਾਨੂੰ ਸਪੋਰਟ ਕਰਨੀ ਚਾਹੀਦੀ। ਮੋਦੀ ਸਾਹਿਬ ਜੀ ਤਾਂ ਬਹੁਤ ਵਧੀਆ ਇਨਸਾਨ ਨੇ, ਤੇ ਇੱਦਾਂ ਦੇ ਪ੍ਰਧਾਨ ਮੰਤਰੀ ਤੇ ਮਤਲਬ ਸਾਡੇ ਇੱਥੇ ਕੈਨੇਡਾ ਨੂੰ ਵੀ ਮਿਲਣਾ ਚਾਹੀਦਾ ਜੀ। ਧੰਨਵਾਦ ਵੀਰ ਜੀ, ਧੰਨਵਾਦ। ਬਿਲਕੁਲ ਜੀ, ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ, ਉਹਨਾਂ ਦੇ ਵੀ ਵਿਚਾਰ ਲੈਣੇ ਆਪਾਂ ਜੀ। ਹਰਜਿੰਦਰ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ ਤੇ ਢਿੱਲੋਂ ਤੇ PTN 24 ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜਿਸ ਤਰ੍ਹਾਂ ਆਪਾਂ ਅੰਟੇਰੀਓ ਤੋਂ ਗੱਲ ਸ਼ੁਰੂ ਕਰਦੇ ਹਾਂ, ਜਿਵੇਂ ਕੇਸਾਂ ਦੀ ਗਿਣਤੀ ਵੱਧ ਕੇ 401 ਹੋ ਗਈ ਸੀ, ਤਾਂ ਟੋਟਲ ਗਿਣਤੀ ਆਪਣੇ ਅੰਟੇਰੀਓ ਦੇ ਵਿੱਚ 2793 ਹੋ ਗਈ ਆ ਜੀ। ਤੇ ਬਾਕੀ ਅੱਜ ਪ੍ਰੀਮੀਅਰ ਡਗ ਫੋਰਡ ਇੱਕ ਆਪਣਾ ਡਾਟਾ ਰਿਲੀਜ਼ ਕਰਨਗੇ, ਉਹਦੇ ਵਿੱਚ ਉਹ ਪ੍ਰੋਜੈਕਟ ਕਰਨਗੇ ਇਹਨਾਂ ਦੇ ਜਿਹੜੇ ਟੌਪ ਡਾਕਟਰ ਆ, ਤੇ ਉਹਨਾਂ ਦੀ ਸਲਾਹ ਦੇ ਨਾਲ ਵੀ ਅੰਟੇਰੀਓ ਦੇ ਵਿੱਚ ਕਿੰਨੀਆਂ ਮੌਤਾਂ ਹੋ ਸਕਦੀਆਂ ਜੀ। ਤੇ ਪਹਿਲਾਂ ਇਹਨਾਂ ਨੇ ਬੁੱਧਵਾਰ ਨੂੰ ਆਪਣੇ ਇਹ ਦੱਸਣਾ ਸੀ, ਫਿਰ ਇਹਨਾਂ ਨੇ ਪੋਸਟਪੋਨ ਕਰਤਾ, ਤੇ ਹੁਣ ਅੱਜ ਫਰਾਈਡੇ ਆਪਣੇ ਪ੍ਰੋਗਰਾਮ ਤੋਂ ਬਾਅਦ 12 ਵਜੇ ਤੋਂ ਬਾਅਦ ਇਹ ਅਨਾਉਂਸਮੈਂਟ ਕਰਨਗੇ। ਇਹ ਜਿਹੜਾ ਡਾਟਾ ਆਊਗਾ ਬੜਾ ਹੈਰਾਨੀਜਨਕ ਹੋਊਗਾ। ਗੱਲ ਹੁਣ ਇੱਥੇ ਸੋਚਣ ਵਾਲੀ ਹੈ ਚੰਦੀ ਸਾਹਿਬ, ਇਹ ਆਪਣੇ ਪ੍ਰੀਮੀਅਰ ਡਗ ਫੋਰਡ ਨੂੰ ਇਹ ਕਿਉਂ ਦੱਸਣਾ ਪੈ ਰਿਹਾ ਲੋਕਾਂ ਨੂੰ, ਤੇ ਉਹਦਾ ਕਾਰਨ ਇਹ ਹੀ ਆ, ਜਸਟਿਨ ਟਰੂਡੋ ਨੇ ਵੀ 2 ਦਿਨ ਪਹਿਲਾਂ ਦੱਸਣਾ ਸੀ, ਉਹਨਾਂ ਨੇ ਵੀ ਆਪਣਾ ਅੱਗੇ ਪੋਸਟਪੋਨ ਕੀਤਾ। ਉਹਦਾ ਇਹੀ ਕਾਰਨ ਹੈ ਕਿ ਉਹ ਪਹਿਲਾਂ ਦੱਸਣਾ ਨਹੀਂ ਚਾਹੁੰਦੇ। ਡਗ ਫੋਰਡ ਨੂੰ ਕਿਉਂ ਦੱਸਣਾ ਪਿਆ, ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਉਹ ਵੱਖਰੇ ਹਰ ਰੋਜ਼ ਨਵੇਂ ਬਾਈ ਲਾਜ਼ ਬਣ ਰਹੇ ਆ, ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ, ਜਿਹੜੇ ਕੋਈ ਐਸੈਂਸ਼ੀਅਲ ਬਿਜ਼ਨਸ ਆ ਉਹੀ ਬਾਹਰ ਜਾਓ। ਦੁਬਾਰਾ ਅਪੀਲ ਕਰਨ ਤੇ ਜੌਨ ਟੋਰੀ ਨੇ ਵੀ ਦੇਖੋ ਹੁਣ ਨਵਾਂ ਬਾਈ ਲਾ ਕੱਲ ਬਣਾਇਆ ਸੀਗਾ,
$750 ਤੋਂ ਲੱਗ ਕੇ 5000 ਤੱਕ ਟਿਕਟ ਹੋਊਗੀ। ਤੇ ਇਸ ਕਰਕੇ ਹੁਣ ਡਰੱਗ ਫੂਡ ਨੇ ਇਹ ਹੀ ਕਿਹਾ ਆ ਕਿ ਜੋ ਡਾਟਾ ਮੇਰੇ ਕੋਲ ਆਇਆ ਪਿਆ ਆ, ਮੈਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਲੋਕਾਂ ਨੂੰ ਜਿਹੜੀ ਐਕਚੁਅਲੀ ਸਥਿਤੀ ਆ ਉਹ ਲੋਕਾਂ ਦੇ ਸਾਹਮਣੇ ਆਵੇ, ਸ਼ਾਇਦ ਫਿਰ ਲੋਕ ਆਪਣੇ ਘਰਾਂ ਵਿੱਚ ਬੈਠ ਸਕਣ ਜੀ। ਇਸ ਕਰਕੇ ਜਸਟਿਨ ਟਰੂਡੋ ਵੀ ਲੱਗ ਰਿਹਾ ਕਿ ਅਗਲੇ ਵੀਕ ਤੱਕ ਉਹ ਵੀ ਆਪਣਾ ਡਾਟਾ ਸ਼ੇਅਰ ਕਰਨਗੇ ਜੀ। ਤੇ ਇਸੇ ਤਰ੍ਹਾਂ ਜੋ ਆਪਣੇ ਕੈਨੇਡਾ ਦੇ ਵਿੱਚ ਹੁਣ ਤੱਕ ਟੈਸਟ ਹੋਏ ਆ 2,60,000 ਹੋਏ ਆ ਟੋਟਲ ਟੈਸਟ ਜੀ। ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ TTC ਦੀ, ਜਿਹਦਾ ਸੋਸ਼ਲ ਡਿਸਟੈਂਸ ਦੀ ਆਪਾਂ ਹਰ ਚੈਨਲ ਹੀ ਗੱਲ ਕਰਦਾ ਆ, ਉਹਨਾਂ ਨੇ ਵੀ ਬੱਸਾਂ ਦੀ ਜਿਹੜੀ ਗਿਣਤੀ ਵਧਾਈ ਆ। ਉਹਨਾਂ ਨੇ ਕਿਹਾ ਆ ਇੱਕ ਬੱਸ ਦੇ ਵਿੱਚ ਜਿਹੜੀ ਰੈਗੂਲਰ ਬੱਸ ਆ ਉਹਦੇ ਵਿੱਚ 10 ਪੈਸੰਜਰ ਹੀ, ਮਤਲਬ ਕਿ 10 ਕਸਟਮਰ ਹੀ ਉੱਥੇ ਚੜਾਏ ਜਾਣਗੇ। ਜਿਹੜੀਆਂ ਲੰਬੀਆਂ ਬੱਸਾਂ ਆ, ਆਰਟੀਕੂਲੇਟਡ ਬੱਸਾਂ ਜਿਹੜੀਆਂ, ਉਹਨਾਂ 'ਚ ਵੱਧ ਤੋਂ ਵੱਧ 15 ਬੰਦੇ ਹੋਣਗੇ। ਇਸੇ ਤਰ੍ਹਾਂ ਆਪਣੇ ਕੈਨੇਡਾ ਪੋਸਟ ਤੋਂ ਉੱਥੋਂ ਡਿਕਸੀ ਕਲਿੰਟਨ ਮਿਸਾਗਾ ਹੈ, ਉੱਥੋਂ ਵੀ ਇੱਕ EMPLOYE ਉਹਨਾਂ ਦਾ ਪੋਜ਼ਿਟਿਵ ਪਾਇਆ ਗਿਆ ਆ। ਤੇ 25 ਸਾਲ ਦਾ ਆਪਣੇ ਜਵਾਨ ਮੁੰਡਾ ਜੀ ਇੱਥੇ ਟੋਰਾਂਟੋ ਤੋਂ ਜਾਂ ਉਹਦੀ ਲਾਸ਼ ਮਿਲੀ ਆ ਲੇਕ ਅੰਟੇਰੀਓ ਬਰਲਿੰਗਟਨ ਦੇ ਵਿੱਚੋਂ ਜੀ। ਜੇ ਆਪਾਂ ਪੀਲ ਰੀਜਨ ਦੀ ਗੱਲ ਕਰੀਏ ਜੀ, ਆਪਣੇ ਪੀਲ ਰੀਜਨ ਨੇ ਅਪੋਲੋਜਾਈਜ਼ ਕੀਤਾ ਆ। COVID-19 ਦਾ ਜਿਹੜਾ ਟੈਸਟ ਆ 16 ਬੰਦਿਆਂ ਦਾ ਜਿਹੜਾ ਉਹਨਾਂ ਨੇ ਲੈਟਰ ਪਾ ਕੇ ਨੈਗੇਟਿਵ ਦੱਸਤਾ, ਐਕਚੁਅਲੀ ਉਹਨਾਂ ਦਾ ਜਿਹੜਾ ਸੀਗਾ ਉਹ ਪੋਜ਼ਿਟਿਵ ਆਏ ਸੀਗੇ ਚੰਦੀ ਸਾਹਿਬ ਜੀ। ਇਸੇ ਤਰ੍ਹਾਂ ਬਰੈਂਪਟਨ ਸਿਵਿਕ ਹਸਪੀਟਲ ਦੇ ਵਿੱਚ 60 ਸਾਲ ਦੇ ਬੰਦੇ ਦੀ ਮੌਤ ਹੋਈ ਆ। ਤੇ ਇੱਕ ਹੋਰ ਆਪਣੇ ਟੋਰਾਂਟੋ ਪੁਲਿਸ ਨੇ ਇੱਕ ਡਾਟਾ ਸ਼ੇਅਰ ਕੀਤਾ ਜੀ, ਆਪਣੇ ਨਿਊਜ਼ ਸ਼ੇਅਰ ਕੀਤੀ ਆ। ਉਹਨਾਂ ਨੇ ਕਿਹਾ ਆ ਕਿ ਜਿਸ ਤਰ੍ਹਾਂ ਹੁਣ ਰੋਡਾਂ ਦੇ ਉੱਤੇ ਟ੍ਰੈਫਿਕ ਬਹੁਤ ਘੱਟ ਆ, ਲੋਕ ਬਹੁਤ ਜ਼ਿਆਦਾ ਸਪੀਡ ਕਰਦੇ ਆ। ਉਹਨਾਂ ਨੇ ਦੱਸਿਆ ਕਿ ਮਾਰਚ 15 ਤੋਂ ਲੱਗ ਕੇ 31 ਮਾਰਚ ਤੱਕ ਹੁਣ ਤੱਕ ਉਹਨਾਂ ਨੇ 2727 ਟਿਕਟਾਂ ਜਿਹੜੀਆਂ ਉਹ ਦਿੱਤੀਆਂ ਆ। ਜੇ ਉਹ ਕੰਪੇਅਰ ਕਹਿੰਦੇ ਆਪਾਂ 2019 ਦੀ ਕਰੀਏ, ਮਾਰਚ ਦੀ ਗੱਲ ਕਰੀਏ, 35% ਜਿਹੜੀਆਂ ਟਿਕਟਾਂ ਉਹ ਜ਼ਿਆਦਾ ਦਿੱਤੀਆਂ ਗਈਆਂ ਜੀ। ਤੇ ਰੈਸਟੋਰੈਂਟਾਂ ਦਾ ਜਿੱਦਾਂ ਪਤਾ ਹੀ ਆ ਸਾਰਿਆਂ ਨੂੰ ਵੀ ਬਿਜ਼ਨਸ ਬਹੁਤ ਡਾਊਨ ਹੋਇਆ, ਉੱਥੇ ਬੈਠ ਕੇ ਡਾਈਨ ਇਨ ਨਹੀਂ ਕਰ ਸਕਦੇ। ਤੇ ਉੱਥੋਂ ਖਬਰ ਆਈ ਆ ਫੂਡ ਸਰਵਿਸ ਇੰਡਸਟਰੀ ਨੇ ਡਿਕਲੇਅਰ ਕੀਤਾ ਕਿ ਹੁਣ ਤੱਕ ਜਿਹੜੀਆਂ ਆ 8 ਲੱਖ ਜੌਬਾਂ ਉਹ ਲਾਸ ਹੋ ਗਈਆਂ। ਜੇ ਰੈਸਟੋਰੈਂਟ ਦੀ ਗੱਲ ਕੀਤੀ ਜਾਵੇ, 10 ਰੈਸਟੋਰੈਂਟ ਦੇ ਵਿੱਚੋਂ ਇੱਕ ਰੈਸਟੋਰੈਂਟ ਬੰਦ ਹੋ ਰਿਹਾ ਜੀ। ਜਿਹੜੀ ਮੈਂ 8 ਲੱਖ ਜੌਬ ਦੀ ਚੰਦੀ ਸਾਹਿਬ ਗੱਲ ਕੀਤੀ ਆ, 3 ਲੱਖ ਜਿਹੜੀ ਆ ਜੌਬ ਉਹ ਅੰਟੇਰੀਓ ਦੇ ਵਿੱਚੋਂ ਹੀ ਆ ਜੀ। ਸੋ ਨਿਊਯਾਰਕ ਬੜੇ ਡੈਸਪਰੇਸ਼ਨ ਦੇ ਵਿੱਚ ਆ ਜੀ। ਉਹਨਾਂ ਦੇ ਜਿਹੜੀਆਂ ਮੈਡੀਕਲ ਇਕਵਿਪਮੈਂਟ ਆ ਉਹ ਕਹਿੰਦੇ ਵੀ ਇੰਨੀਆਂ ਜ਼ਿਆਦਾ ਮਹਿੰਗੀਆਂ ਹੋ ਗਈਆਂ, ਨਾਰਮਲ ਪ੍ਰਾਈਸ ਦੇ ਨਾਲੋਂ 15 ਟਾਈਮ ਮੋਰ ਹੋ ਗਈਆਂ ਜੀ। ਕਹਿੰਦੇ ਪਹਿਲਾਂ ਜਿਵੇਂ ਗਲਵਜ਼ ਸਾਨੂੰ 20 ਸੈਂਟ ਦੇ ਵਿੱਚ ਮਿਲ ਜਾਂਦਾ ਹੈ, ਮਾਸਕ ਹੁਣ ਜੀ $7.5 ਦਾ, ਇਨਫਿਊਸ਼ਨ ਪੰਪ ਜਿਹੜਾ ਆ ਹੁਣ 2795 ਦਾ, ਜਿਹੜਾ ਉਹ 4 ਔਰ 5 ਗੁਣਾ ਅੱਗੇ ਨਾਲੋਂ ਵੱਧ ਕੇ ਆਉਂਦਾ ਆ। ਸਭ ਤੋਂ ਜ਼ਿਆਦਾ ਗੱਲ ਹੈਗੀ ਆ ਜੀ ਪੋਰਟੇਬਲ ਜਿਹੜੇ ਐਕਸਰੇ ਮਸ਼ੀਨ ਆ, ਜਿਹੜੀ ਉਹ ਪਹਿਲਾਂ ਡਿਪੈਂਡ ਕਰਦਾ ਸੀ ਮਾਡਲ ਦੇ ਉੱਤੇ, 30,000 ਤੋਂ ਲੱਗ ਕੇ $80,000 ਤੱਕ ਪੋਰਟੇਬਲ ਐਕਸਰੇ ਮਸ਼ੀਨ ਉਹਨਾਂ ਨੂੰ ਮਿਲ ਜਾਂਦੀ ਸੀਗੀ। ਹੁਣ ਜਿਹੜੀ ਆ ਉਹੀ ਮਸ਼ੀਨ $2.5 ਲੱਖ ਤੋਂ $3 ਲੱਖ ਦੀ ਮਿਲਦੀ ਹੈ ਜੀ। ਤੇ ਇਸੇ ਤਰ੍ਹਾਂ ਨਿਊਯਾਰਕ ਦੇ ਮੇਅਰ ਤੇ ਨਿਊ ਜਰਸੀ ਦੇ ਮੇਅਰ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ, ਕਿਉਂਕਿ ਉੱਥੇ ਚੰਦੀ ਸਾਹਿਬ ਬਹੁਤ ਗਿਣਤੀ ਕਾਫੀ ਵੱਧ ਗਈ ਆ। ਇਸ ਕਰਕੇ ਉਹ ਕਹਿੰਦੇ ਆ ਜੇ ਤੁਸੀਂ ਬਾਹਰ ਕਿਤੇ ਗਰੋਸਰੀ ਕਰਨ ਜਾਂ ਕਿਤੇ ਹੋਰ ਵੀ ਜਾਣਾ ਤੇ ਆਪਣੇ ਮਾਸਕ ਜਿਹੜੇ ਆ ਉਹ ਪਾ ਕੇ ਨਿਕਲੋ। ਤੇ ਜੇ ਮੈਂ ਗੱਲ ਕਰਾਂ ਹੁਣ ਕੁਬੈਕ ਦੇ ਵਿੱਚ ਗਿਣਤੀ ਵੱਧ ਕੇ 5518, ਅੰਟੇਰੀਓ ਵਿੱਚ 2793 ਤੇ BC 1121 ਹੋ ਗਈ ਆ। ਤੇ ਜੇ ਮੈਂ ਟੋਟਲ ਕੇਸ ਦੀ ਗੱਲ ਕਰਾਂ ਤੇ 10,40,000 ਹੋ ਗਏ ਆ ਜੀ। ਜੇ ਡੈਥ ਦੀ ਗੱਲ ਕਰਾਂ 55,170 ਜੀ। ਰਿਕਵਰੀ ਵੀ ਚੰਦੀ ਸਾਹਿਬ ਕਾਫੀ ਹੋਈ ਆ, 2,22,000 ਦੀ ਹੋਈ ਆ। ਤੇ ਐਕਟਿਵ ਕੇਸ ਅਜੇ ਵੀ 7,62,512 ਜੀ। ਜੇ ਆਪਾਂ USA ਇਕੱਲੇ ਦੀ ਗੱਲ ਕਰੀਏ, ਉੱਥੇ ਹੁਣ ਵੱਧ ਕੇ ਟੋਟਲ ਕੇਸ 2,45,442 ਤੇ 6100 ਲੋਕਾਂ ਦੀ ਉੱਥੇ ਮੌਤ ਹੋ ਗਈ ਆ। ਜਿਸ ਤਰ੍ਹਾਂ ਹੁਣ ਸਪੇਨ ਵੀ ਬੜੀ ਸਪੀਡ ਅਪ ਕਰ ਰਿਹਾ ਜੀ, ਉਹਨੇ ਇਟਲੀ ਨੂੰ ਪਿੱਛੇ ਛੱਡ ਕੇ 1,17,710 ਤੇ 11,000 ਦੇ ਕਰੀਬ ਉੱਥੇ ਵੀ ਮੌਤ ਹੋ ਗਈ ਆ। ਇਟਲੀ 1,15,242 ਤੇ 13,915 ਦੀ ਉੱਥੇ ਵੀ ਮੌਤ ਹੋਈ ਆ ਜੀ। ਤੇ ਜਰਮਨੀ ਚਾਈਨਾ ਤੋਂ ਵੀ ਅੱਗੇ ਉਹਦਾ ਨੰਬਰ ਵੱਧ ਗਿਆ, 5,000 ਦੇ ਕਰੀਬ ਉਸਦਾ ਨੰਬਰ ਅਪ ਆਇਆ ਜੀ, 86,667। ਇਸੇ ਤਰ੍ਹਾਂ ਚਾਈਨਾ ਦਾ ਜਿਸ ਤਰ੍ਹਾਂ ਹਰ ਆਪਾਂ ਸੋਚਦੇ ਹਾਂ ਕਿ ਉਹਨਾਂ ਦੇ ਨੰਬਰ ਉੱਥੇ ਹੀ ਖੜੇ ਆ, ਕੋਈ ਬੜਾ ਵਾਧਾ ਨਹੀਂ ਹੋ ਰਿਹਾ, 81,620 ਤੇ 2322 ਦੀ ਉੱਥੇ ਮੌਤ ਹੋਈ ਆ। ਜੇ ਕੈਨੇਡਾ ਦਾ ਵੀ ਚੰਦੀ ਸਾਹਿਬ ਨੰਬਰ ਕਾਫੀ ਆ, 10,000 ਨੂੰ ਪਾਰ ਕਰ ਗਿਆ ਜੀ, 11,283 173 ਦੀ ਉੱਥੇ ਮੌਤ ਹੋਈ ਆ। ਇੰਡੀਆ 'ਚ 2,567 ਤੇ 72 ਲੋਕਾਂ ਦੀ ਉੱਥੇ ਵੀ ਮੌਤ ਹੋਈ ਆ। ਤੇ ਇਹੀ ਆ ਕਿ ਹੋਰ ਤੁਸੀਂ ਮੈਂ ਰੇਡੀਓ ਸੁਣ ਰਿਹਾ ਸੀ ਚੰਦੀ ਸਾਹਿਬ, ਆਪਣੇ ਕਿਸੇ ਸਰੋਤੇ ਨੇ ਕਿਹਾ ਸੀਗਾ ਕਿ ਇਹ
ਬਿਲਕੁਲ ਜੀ। ਗਰਮੀ ਦੇ ਵਿੱਚ ਜਿੱਦਾਂ ਕਹਿੰਦੇ ਸਾਊਥ ਅਫਰੀਕਾ ਦੇ ਵਿੱਚ ਕਹਿੰਦੇ ਗਰਮੀ ਦੇ ਵਿੱਚ ਇਹ ਸ਼ਾਇਦ ਮਰ ਜਾਊਗਾ, ਤੇ ਕਹਿੰਦੇ ਪੁੱਛੋ ਵੀ ਸਵਾਲ ਇਹਦੇ ਗਰਮੀ ਦੇ ਨਾਲ ਕੋਈ ਫਰਕ ਪਊਗਾ ਟੈਂਪਰੇਚਰ ਵਧਣ ਦੇ ਨਾਲ? ਹਾਂਜੀ ਚੰਦੀ ਸਾਹਿਬ, ਜੇ ਆਪਾਂ ਗਰਮ ਮੁਲਕ ਦੀ ਗੱਲ ਕਰੀਏ, ਜਿਵੇਂ ਮੈਕਸੀਕੋ ਦੇ ਵਿੱਚ ਆਪਾਂ ਛੁੱਟੀਆਂ ਕੱਟਣ ਜਾਂਦੇ ਆ, ਉੱਥੇ ਵੀ ਜੇ ਮੈਂ ਹੁਣ ਕੇਸ ਦੇਖਾਂ 1510 ਕੇਸ ਉੱਥੇ ਹੋਏ ਆ, 50 ਲੋਕਾਂ ਦੀ ਉੱਥੇ ਮੌਤ ਹੋਈ ਆ। ਪਨਾਮਾ 1475 ਉੱਥੇ ਆ 37 ਦੀ ਮੌਤ ਹੋਈ ਆ। ਸਾਊਥ ਅਫਰੀਕਾ ਦੀ ਗੱਲ ਕਰੇ ਉੱਥੇ ਵੀ 1462 ਕੇਸ ਆ। ਡੋਮਿਨਿਕਨ ਰਿਪਬਲਿਕ ਦੀ ਗੱਲ ਕਰਾਂ 1380 ਆ। ਤੇ ਆਪਾਂ ਤੁਹਾਨੂੰ ਯਾਦ ਹੋਣਾ ਕਿ ਇਸ ਜਵਾਬ ਦੇਣ ਤੋਂ ਪਹਿਲਾਂ ਮੈਂ ਵਿੱਚ ਹੋਰ ਐਡ ਅਪ ਕਰਦਾ, ਆਪਾਂ 2-3 ਦਿਨ ਪਹਿਲਾਂ ਆਪਾਂ ਨਿਊਜ਼ ਸ਼ੇਅਰ ਕੀਤੀ ਸੀਗੀ। ਇਹ ਜਿਹੜਾ ਵਾਇਰਸ ਆ ਮੈਟਲ ਤੇ ਸਟੇਨਲੈਸ ਸਟੀਲ ਦੇ ਜਿੱਦਾਂ ਬਾਹਰ ਆਪਾਂ ਜਾਂਦੇ ਆ ਆਪਣੇ ਟਰੱਕਾਂ ਵਾਲੇ ਵੀਰ ਆ ਜਾਂ ਹੋਰ ਕਿਤੇ ਵੀ ਆ ਨਾ, ਇਹ 4 ਦਿਨ ਤੱਕ ਮੈਟਲ ਦੇ ਉੱਤੇ ਜੀ ਜੇ ਕਿਸੇ ਦਾ ਕਰੋਨਾ ਵਾਇਰਸ ਨਾਲ ਕੋਈ ਅਫੈਕਟ ਹੋਇਆ, ਉਹਦਾ ਕੋਈ ਹੱਥ ਲੱਗਦਾ ਤਾਂ ਉਹ 4 ਦਿਨ ਤੱਕ ਰਹਿੰਦਾ ਜੀ। ਪਲਾਸਟਿਕ ਦੇ ਉੱਤੇ ਜਿਵੇਂ ਆਪਾਂ ਹੁਣ ਗਰੋਸਰੀ ਕਰਨ ਜਾਂਦੇ ਆ, ਉਹ ਟਰਾਲੀਆਂ ਹੁੰਦੀਆਂ ਜੀ, ਉਹਦਾ ਉੱਤੇ ਪਲਾਸਟਿਕ ਲੱਗੀ ਹੁੰਦੀ ਆ ਜਾਂ ਕਿਤੇ ਹੋਰ ਪਲਾਸਟਿਕ ਹੋਵੇ, ਪਲਾਸਟਿਕ ਦੇ ਉੱਤੇ ਇਹ ਜਿਹੜਾ ਵਾਇਰਸ ਆ ਇਹ 24 ਘੰਟੇ ਤੱਕ ਰਹਿੰਦਾ ਹੈ। ਜੇ ਕਾਪਰ ਆ ਉਹਦੇ ਤੇ 4 ਘੰਟੇ ਦਾ। ਇਹਨਾਂ ਨੇ ਹੋਰ ਵੀ ਸੀਗਾ ਕਿ ਜਿਹੜਾ ਇਨਸਾਈਡ ਚਲੋ ਘਰਾਂ 'ਚ ਤਾਂ ਆਪਾਂ ਸਫਾਈ ਕਰਦੇ ਹਾਂ, ਜੇ ਆਪਾਂ ਆਫਿਸ ਬਿਲਡਿੰਗ ਜਾਂ ਕਿਤੇ ਹਸਪੀਟਲ ਜਾਂਦੇ ਹਾਂ ਜਾਂ ਕਿਤੇ ਇਨਸਾਈਡ ਜਾਂਦੇ ਹਾਂ, ਉਹ ਜੀ ਮੋਰ ਡੇਂਜਰਸ ਆ। ਬਾਹਰ ਧੁੱਪ ਦੇ ਨਾਲ ਫਰਕ ਪੈਂਦਾ। ਜੇ ਮੈਂ ਗੱਲ ਚੰਦੀ ਸਾਹਿਬ ਤੁਹਾਡੇ ਇਸ ਗੱਲ ਤੇ ਜਵਾਬ ਤੇ ਆਵਾਂ ਕਿ ਗਰਮੀ ਦੇ ਨਾਲ ਇਹ ਘਟਦਾ ਜਾਂ ਮਰਦਾ ਕਿ ਨਹੀਂ ਹੈ, ਜੇ ਮੈਂ ਡਾਕਟਰ ਫੌਚੀ ਦੀ ਗੱਲ ਕਰਾਂ ਜਾਂ ਡਾਕਟਰ ਰੋਬਰਟ ਓਲੀਵਰ ਦੀ ਗੱਲ ਕਰਾਂ, ਉਹ ਕਹਿੰਦੇ ਗਰਮੀ ਦੇ ਵਿੱਚ ਇਹ ਸਲੋ ਡਾਊਨ ਹੋ ਜਾਂਦਾ ਪਰ ਇਹ ਫਿਨਿਸ਼ ਨਹੀਂ ਹੁੰਦਾ ਜੀ। ਬਾਕੀ ਉਹਨਾਂ ਨੇ ਕਿਹਾ ਆ ਵੀ ਤੁਸੀਂ WHO ਤੋਂ ਜੋ ਵੀ ਅਸੀਂ ਸਾਡੀ ਕੋਈ ਜਾਣਕਾਰੀ ਹੁੰਦੀ ਆ ਅਸੀਂ ਉਹਨਾਂ ਨੂੰ ਦੱਸਦੇ ਕਰਦੇ ਆ, ਉੱਥੋਂ ਲਈ ਜਾ ਸਕਦੀ ਆ। ਇਹ ਜਿਹੜਾ ਵਾਇਰਸ ਆ ਇਹ ਨਵਾਂ ਆ। ਬਹੁਤ ਸਾਰੇ ਲੋਕ ਆਪਣੀਆਂ ਹੀ ਕਿਆਸ ਰਾਈਆਂ ਲਾਈ ਜਾਂਦੇ ਆ, ਇਹ ਏਦਾਂ ਹੋ ਜੀ ਏਦਾਂ ਹੋ ਜੀ, ਨਾ ਕਿ ਜੇ ਇਹਦੀ ਕੋਈ ਮੈਡੀਸਨ ਬਣੀ ਆ 1.5 ਸਾਲ ਲੱਗ ਜਾਣਾ ਇਹਦੀ ਮੈਡੀਸਨ ਬਣਨ ਨੂੰ। ਬਾਕੀ ਚੰਦੀ ਸਾਹਿਬ ਜਿਹੜੀ ਹੁਣ ਡਾਗ ਫੂਡ ਵੀ ਅੱਜ ਆਉਣਗੇ 12 ਵਜੇ ਤੋਂ ਬਾਅਦ, ਉਹਨਾਂ ਦਾ ਹੁਣ ਤੁਸੀਂ ਜੇ ਮੈਂ ਗੱਲ ਕਰਾਂ ਡਾਕਟਰ ਅਲੀਨ ਜਾਂ ਡਾਕਟਰ ਟਰੀਸਾ ਟੈਮ ਦੀ ਗੱਲ ਕੀਤੀ ਜਾਵੇ, ਇਹਨਾਂ ਨੇ ਹੁਣ ਹੌਲੀ ਹੌਲੀ ਲੋਕਾਂ ਨੂੰ ਕਹਿਣਾ ਦੱਸ ਦਿੱਤਾ ਕਿ ਆਪਣੇ ਆਪ ਨੂੰ ਪ੍ਰਪੇਅਰ ਕਰੋ ਕਿ ਤੁਸੀਂ 3 ਮਹੀਨੇ ਆਪਣੇ ਆਪ ਨੂੰ ਅੰਦਰ ਕਿਵੇਂ ਰੱਖਾਂਗੇ। ਜੇ ਚੰਦੀ ਸਾਹਿਬ ਇਹ ਇੱਕਦਮ ਕੋਈ ਚੀਜ਼ ਤੁਹਾਨੂੰ ਦੱਸੀ ਜਾਵੇ ਕਿ ਤੁਹਾਨੂੰ 3 ਮਹੀਨੇ ਅੰਦਰ ਰਹਿਣਾ ਪੈਣਾ, ਉਸ ਵੇਲੇ ਸ਼ੌਕ ਹੋਊਗਾ। ਇਹ ਹੌਲੀ ਹੌਲੀ ਦੱਸਣ ਲੱਗ ਗਿਆ। ਇਸ ਕਰਕੇ ਜਿਹੜਾ ਅੱਜ ਡਾਟਾ ਆਪਣੇ ਡਾਗ ਫੂਡ ਦੇਣਗੇ ਜੀ ਅੱਜ ਜਾਂ ਜਸਟਿਨ ਟਰੂਡੋ ਨੈਕਸਟ ਵੀਕ ਤੱਕ ਆਊਗਾ, ਉੱਥੋਂ ਆਪਾਂ ਨੂੰ ਪਤਾ ਲੱਗੂਗਾ। ਇਸ ਕਰਕੇ ਜੇ ਆਪਾਂ ਗੱਲ ਕਰੀਏ ਚੰਦੀ ਸਾਹਿਬ, ਚਲੋ ਜਿਹੜੇ ਤਾਂ ਇੰਡੀਆ 'ਚ ਜਾਂ ਹੋਰ ਕਿਤੇ ਲੋਕ ਫਸੇ ਆ, ਹੁਣ ਮੈਂ ਬਹੁਤ ਸਾਰੇ ਫੈਮਿਲੀ ਨੂੰ ਜਾਣਦਾ ਕਿ ਜਦੋਂ ਜਸਟਿਨ ਟਰੂਡੋ ਵਾਰ-ਵਾਰ ਅਪੀਲ ਕਰ ਰਿਹਾ ਸੀ, ਆਪਣੇ ਲੋਕ ਜਿਹੜੇ ਈਵਨ ਗੋਰੇ ਵੀ ਵਿੱਚ ਆ ਜਾਂਦੇ, ਸਾਰੇ ਆ ਜਾਂਦੇ ਆ, ਸੁਣਦਾ ਕੋਈ ਨਹੀਂ। ਆਪਣੀਆਂ ਵਕੇਸ਼ਨਾਂ ਕਿਸੇ ਨੇ ਕੱਟ ਆਫ ਨਹੀਂ ਕੀਤੀਆਂ। ਉਹ ਕਿਊਬਾ ਵੀ ਗਏ ਆ, ਕੈਰੀਬੀਅਨ ਵੀ ਗਏ ਆ, ਹੁਣ ਉੱਥੇ ਉਹ ਫਸੇ ਆ ਕਿ ਹੁਣ ਆਪਣੇ ਵੈਸਟ ਜੈਟ ਨਾਲ ਗੱਲ ਕੀਤੀ ਆ, 2 ਫਲਾਈਟਾਂ ਦੇ ਵਿੱਚ ਉਹ ਕੈਰੀਬੀਅਨ ਤੇ ਕਿਊਬਾ ਤੋਂ ਲੋਕ ਉਹ ਆ ਰਹੇ ਆ। ਇਸ ਕਰਕੇ ਉਹਨਾਂ ਨੂੰ ਹੁਣ ਡਾਟਾ ਲੋਕਾਂ ਦੇ ਨਾਲ ਸ਼ੇਅਰ ਕਰਨਾ ਪਊਗਾ। ਉਹ ਡਾਟਾ ਦੇਖ ਕੇ ਹੀ ਸ਼ਾਇਦ ਲੋਕਾਂ ਦੇ ਦਿਮਾਗ ਵਿੱਚ ਗੱਲ ਆਵੇ ਵੀ ਵਾਕਈ ਇਹ ਬੜਾ ਭਿਆਨਕ ਆ ਜੀ, ਤੇ ਤਾਂ ਹੀ ਲੋਕ ਅੰਦਰ ਰਹਿਣਗੇ ਜੀ ਇਹ। ਬਾਕੀ ਹੁਣ ਜਦੋਂ 12 ਵਜੇ ਤੋਂ ਬਾਅਦ ਆਊਗਾ ਤੇ ਉਸ ਹਿਸਾਬ ਦੇ ਨਾਲ ਆਪਾਂ ਨੂੰ ਪਤਾ ਲੱਗੂਗਾ। ਇੱਕ ਮੈਂ ਹੋਰ ਥੋੜੀ ਜਿਹੀ ਜਾਣਕਾਰੀ ਜਿੱਦਾਂ ਆਪਣੇ ਕਾਫੀ ਲਿਸਨਰ ਹੈ PTN 24 ਦੇ, ਮੈਂ ਥੋੜੀ ਸ਼ੇਅਰ ਕਰਨੀ ਚਾਹੁੰਦਾ। ਜਿੱਦਾਂ ਮੇਰਾ ਬੇਟਾ ਜੀ ਉੱਥੇ ਵਾਟਰਲੂ ਯੂਨੀਵਰਸਿਟੀ ਪੜ੍ਹਦਾ, ਚਲੋ ਹੁਣ ਤਾਂ ਸਾਰਾ ਕੁਝ ਬੰਦ ਕਰਕੇ ਉਹ ਘਰੇ ਆਇਆ। ਜਦੋਂ ਮਾਰਚ ਦਾ ਐਂਡ ਹੋਇਆ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਉੱਥੇ ਤੂੰ ਰੈਂਟ ਪੇ ਨਾ ਕਰੀ, ਪਤਾ ਨਹੀਂ ਡਾਗ ਫੂਡ ਜਾਂ ਆਪਣੇ ਪ੍ਰਾਈਮ ਮਿਨਿਸਟਰ ਟਰੂਡੋ ਕੋਈ ਨਵਾਂ ਕੋਈ ਲਾ ਆਵੇ ਕਿ ਸਟੂਡੈਂਟ ਨੂੰ ਕੁਝ ਫਾਇਦਾ ਹੋ ਸਕੇ ਜੀ। ਚਲੋ ਜੀ, ਕਿਤੇ ਉਹਨਾਂ ਨੂੰ ਈਮੇਲ ਆਈ, ਉਹਨੇ ਮੇਰੇ ਨਾਲ ਸ਼ੇਅਰ ਤਾਂ ਨਹੀਂ ਕੀਤੀ। ਉਹਨੇ ਮੈਨੂੰ ਕੱਲ ਦੱਸਿਆ ਕਿ ਇਹ ਜਿੰਨੇ ਵੀ ਇਹ ਫਰੈਂਡ ਉੱਥੇ ਰਹਿੰਦੇ ਸੀਗੇ ਉਹਨਾਂ ਸਾਰਿਆਂ ਨੂੰ ਈਮੇਲ ਆਈ ਆ। ਜਿੱਥੇ ਰਹਿੰਦੇ ਉਸ ਪਲੇਸ ਤੋਂ ਈਮੇਲ ਦੇ ਵਿੱਚ ਲਿਖਿਆ ਕੀ ਸੀਗਾ ਕਿ COVID-19 ਕਰਕੇ ਅਸੀਂ ਆਪਣੀ ਜਿਹੜੀ ਆ ਈਮੇਲ ਅਸੀਂ ਚੇਂਜ ਕਰ ਰਹੇ ਹਾਂ ਕਿ ਤੁਸੀਂ ਆਪਣੀ ਜਿਹੜੀ ਮਨੀ ਆ ਟ੍ਰਾਂਸਫਰ ਇਸ ਨਵੀਂ ਈਮੇਲ ਤੇ ਕਰੋ। ਚਲੋ ਮੇਰੇ ਬੇਟੇ ਨੇ ਤਾਂ ਮੇਰੇ ਤੋਂ ਸੁਣਿਆ ਸੀਗਾ ਕਿ 1 ਵੀਕ ਵੇਟ ਕਰੀ, ਅਪ੍ਰੈਲ ਦੇ 6-7 ਤੱਕ ਕਰੀ, ਉਸ ਤੋਂ ਬਾਅਦ ਕੋਈ ਨਹੀਂ ਤੂੰ ਪੇ ਆਊਟ ਕਰ ਦੇ। ਤੇ ਇਹਨੇ ਆਪਣੇ ਦੂਸਰੇ ਫਰੈਂਡਾਂ ਨੂੰ ਵੀ ਦੱਸਿਆ। ਇੱਕ ਫਰੈਂਡ ਨੇ ਉਹੀ ਜੀ ਨੋਟ ਲਿਸਨਿੰਗ, ਜਿੱਦਾਂ ਆਪਾਂ ਗੱਲ ਕਰਕੇ ਹੀ ਹਟੇ ਆ ਪਹਿਲਾਂ, ਉਹਨੇ ਸੁਣਿਆ ਨਹੀਂ। ਉਹਨੇ ਆਪਣਾ ਜਿਹੜਾ 1 ਮਹੀਨੇ ਦਾ ਰੈਂਟ ਆ ਉਹ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ। ਤੇ 2 ਦਿਨ ਬਾਅਦ ਉਹਨਾਂ ਨੇ ਦੇਖਿਆ ਕਿ ਮੈਨੂੰ ਕੋਈ ਰਿਸਪੌਂਸ ਬੈਕ ਨਹੀਂ ਆਇਆ ਤੇ ਉਹਨਾਂ ਨੇ ਜਿਹੜੀ ਐਕਚੁਅਲ ਈਮੇਲ ਜਿਹੜੀ ਪੁਰਾਣੀ ਸੀਗੀ ਉਹ ਈਮੇਲ ਤੇ ਕਨਫਰਮ ਕੀਤਾ। ਉਹ ਕਹਿੰਦੇ ਸਾਨੂੰ ਤਾਂ ਕੋਈ ਮਨੀ ਮਿਲੀ ਨਹੀਂ। ਜਾਣੀ ਕਿ ਲੌਂਗ ਸਟੋਰੀ ਐਂਡ ਸ਼ਾਰਟ ਸਟੋਰੀ ਇਹੀ ਆ ਜੀ, ਉਹ
ਫਰਾਡ ਸੀਗਾ ਜੀ। ਮੈਂ ਸਾਰੇ ਸਰੋਤਿਆਂ ਨੂੰ ਇਹੀ ਕਰਦਾ, ਜੇ ਤੁਹਾਡੇ ਬੱਚੇ ਆ, ਕਿਉਂਕਿ COVID-19 ਕਰਕੇ ਇੱਕ ਤਾਂ ਬਿਜ਼ਨਸ ਬਹੁਤ ਘਟਿਆ, ਲੋਕ ਘਰਾਂ 'ਚ ਬੈਠੇ ਆ। ਇਹ ਜਿਹੜੇ ਚੋਰ ਲੋਕ ਆ, ਚੰਦੀ ਸਾਹਿਬ ਤੁਸੀਂ ਹਮੇਸ਼ਾ ਹੀ ਗੱਲ ਕਰਦੇ, ਇਹਨਾਂ ਤੋਂ ਬਚਣ ਦੀ ਲੋੜ ਹੈ ਜੀ। ਮੈਂ ਇੰਨੀ ਕੁ ਜਾਣਕਾਰੀ ਸਾਂਝੀ ਕਰਨੀ ਸੀ। ਧੰਨਵਾਦ ਜੀ। ਧੰਨਵਾਦ ਜੀ। ਵਾਕਿਆ ਬੜੀਆਂ ਕਾਲਾਂ ਆਉਂਦੀਆਂ ਜੀ, ਜਿੱਦਾਂ ਫੇਕ ਕਾਲਾਂ ਆਉਂਦੀਆਂ, ਤਾਂ ਸਾਰਿਆਂ ਨੂੰ ਸੰਕੋਚ ਕਰਨਾ ਚਾਹੀਦਾ ਇਹਨਾਂ ਦੇ ਉੱਤੋਂ। ਧੰਨਵਾਦ ਸਾਹਿਬ। ਆਪਣੀਆਂ ਸਾਰੀਆਂ ਲਾਈਨਾਂ ਫਲੈਸ਼ ਆ, ਤੇ ਵੀਰ ਜੀ ਥੋੜਾ ਹੀ ਸਮਾਂ ਲਿਓ, ਜਿਹੜਾ 30 ਸੈਕਿੰਡ ਦੇ ਵਿੱਚ ਹੀ ਨਿਬੇੜੀਏ ਆਪਾਂ, ਕਿਉਂਕਿ ਆਪਣੀਆਂ ਖਬਰਾਂ ਰਹਿ ਜਾਂਦੀਆਂ ਆ ਜੀ। 9200 ਸਵਾਗਤ ਹੈ ਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਢਿੱਲੋਂ ਸਾਹਿਬ ਨੂੰ ਪਤਾ ਕਰਨਾ ਚਾਹੁੰਦਾ ਵੀ ਪਰਸੋਂ ਇੱਕ ਸਾਡੇ ਰਿਸ਼ਤੇਦਾਰਾਂ ਦੇ ਪਿੰਡ 'ਚ ਇੱਕ ਹਾਦਸਾ ਹੋਇਆ, ਆਪਣੇ ਨਵੇਂ ਸ਼ਹਿਰ ਏਰੀਏ ਗੜ੍ਹਸ਼ੰਕਰ ਦੇ ਕੋਲ। ਤੇ ਬਜ਼ੁਰਗ ਸੀਗਾ ਭਾਜੀ, ਤੇ 60-62 ਸਾਲ ਦਾ ਸੀਗਾ, ਤੇ ਉਹਦੇ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਲੱਗਾ ਸੀਗਾ, ਤੇ ਪਾਠ ਪੂਜਾ ਕਰਦਾ ਸੀ ਆਪਣੀ, ਤੇ ਉਹਦੇ ਚੈਸਟ ਦੇ ਵਿੱਚ ਪੇਨ ਹੋਈ ਹੈ ਨਾ ਜੀ। ਤੇ ਉਹ ਘਰ ਵਾਲੇ ਇਕੱਠੇ ਹੋ ਕੇ ਕੀ ਹੋਇਆ ਜਾ ਕੇ ਹਸਪੀਟਲ ਲੈ ਕੇ ਗੜ੍ਹਸ਼ੰਕਰ, ਮੇਰੇ ਖਿਆਲ ਨਾਲ ਜਾਂ ਨਵੇਂ ਸ਼ਹਿਰ, ਇੰਨਾ ਨਹੀਂ ਪਤਾ, ਗੜ੍ਹਸ਼ੰਕਰ ਨਵੇਂ ਸ਼ਹਿਰ ਇੱਕ ਥਾਂ ਲੈ ਗਏ ਆ ਜੀ। ਤੇ ਉੱਥੇ ਜਾ ਕੇ ਜਦੋਂ ਭਾਜੀ ਡਾਕਟਰ ਨੇ ਚੈੱਕ ਚੁੱਕ ਕੀਤਾ, ਤੇ ਕਹਿੰਦੇ ਵੀ ਉਹਨੇ, ਡਾਕਟਰ ਨੇ ਮਾੜਾ ਮੋਟਾ ਚੈੱਕ ਚੁੱਕ ਕਰਕੇ ਤਾਂ ਪਹਿਲੇ ਘੰਟੇ ਦੇ ਵਿੱਚ ਉਹਨੇ ਇੱਕ ਟੀਕਾ ਲਾਤਾ ਜੀ। ਉਹ ਟੀਕਾ ਲਾ ਕੇ ਇੱਕਦਮ ਸ਼ਾਂਤ ਹੋ ਗਿਆ, ਤੇ 3-4 ਘੰਟੇ ਬਾਅਦ ਡਾਕਟਰ ਮੁੜ ਕੇ ਆ ਕੇ ਕਹਿੰਦਾ ਪੂਰਾ ਹੋ ਗਿਆ ਹਨਾ। ਤੇ ਮੁੜ ਕੇ ਕਹਿੰਦੇ ਉਦੋਂ ਘਰ ਵਾਲਿਆਂ ਨੂੰ ਘਰ ਤੋੜਤਾ, ਤੇ ਕਹਿੰਦੇ ਅਸੀਂ ਆਪਣੇ ਆਪ ਬੋਡੀ ਘਰ ਪਹੁੰਚਾਵਾਂਗੇ ਜੀ। ਦੂਏ ਦਿਨ ਉਹ ਐਂਬੂਲੈਂਸ ਲੈ ਕੇ ਬੋਡੀ ਲੈ ਕੇ ਘਰ ਆਏ, ਤੇ ਜਦੋਂ ਬੋਡੀ ਦੇਖੀ ਤਾਂ ਸਾਰੀ ਮੂੰਹ ਮਜਾਮੇ ਚ ਲਪੇਟੀ ਹੋਆ, ਜਿੱਦਾਂ ਆ ਕਰ ਦਈਏ ਕਰੋਨਾ ਵਾਇਰਸ ਵਾਲਿਆਂ ਨਾਲ ਜੀ। ਤੇ ਪਰਿਵਾਰਾਂ ਨੂੰ ਕਹਿੰਦੇ ਵੀ ਸੰਸਕਾਰ ਰਾਈਟ ਵੇ ਕਰਨਾ ਆ, ਤੇ ਉਹ ਕਹਿੰਦੇ ਸਾਨੂੰ ਕੁਝ ਦੱਸੋ ਸਹੀ ਹੋਇਆ ਕੀ ਆ। ਕਹਿੰਦੇ ਸਾਨੂੰ ਨਹੀਂ ਪਤਾ, ਰਾਈਟ ਵੇ ਕਰਨਾ। ਪਰਿਵਾਰ ਨੂੰ ਐਂਬੂਲੈਂਸ ਨਾਲ ਬਿਠਾ ਕੇ ਲੈ ਗਏ, 4-5 ਜਣਿਆਂ ਨੂੰ, ਇਕੱਠਿਆਂ ਨੂੰ ਜੀ। ਤੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਕੀਤਾ ਨਾ ਸਭਾ ਜੀ। ਤੇ ਹੁਣ ਇਹ ਸ਼ੰਕਾ ਉਠਾਈ ਜਾ ਰਹੀ ਹੈ ਵੀ ਕੀ ਵੀ ਇਹਨਾਂ ਕੋਲ ਜਾਨੀ ਕਿ ਕੋਈ ਇਕਵਿਪਮੈਂਟ ਹੈ ਨਹੀਂ, ਤਾਂ ਕਰਕੇ ਲੋਕਾਂ ਨੂੰ ਜਾਣ ਬੁੱਝ ਕੇ ਮਰੀ ਜਾਂਦੇ, ਜਿਹਨੂੰ ਮਾੜਾ ਮੋਟਾ ਨਾ ਲੱਗਦਾ ਵੀ ਕਰੋਨਾ ਜਾਂ ਕੀ ਆ ਜਾਂ ਚੱਕਰ ਕੀ ਹੈ। ਮੜ ਜਾ ਚਲੋ ਸਾਨੂੰ ਕਿਉਂ ਪਤਾ ਕਰਕੇ ਦੱਸੋ ਵੀ ਉਦੋਂ ਤਾਂ ਨਹੀਂ ਟੀਕੇ ਲਾ ਕੇ ਮਾਰੀ ਜਾਂਦੇ ਵੀ ਕਰੋਨਾ ਵਾਇਰਸ ਕਰਕੇ ਮਾਰ ਦੋ, ਕੋਈ ਚੱਕਰ ਨਹੀਂ। ਪੋਸਟਮਾਰਟਮ ਦਾ ਵੀ ਹੋਣਾ ਨਹੀਂ, ਜਿਹੜੇ ਸਾਨੂੰ ਹੋਈ ਜਾਂਦੇ ਜੀ। ਧੰਨਵਾਦ ਵੀਰ ਜੀ। ਪੁੱਛਦੇ ਆਪਾਂ ਹੁਣੇ ਢਿੱਲੋਂ ਸਾਹਿਬ ਨੂੰ ਜੀ। ਢਿੱਲੋਂ ਸਾਹਿਬ ਨਹੀਂ ਜੀ, ਦੇਖੋ ਇਸ ਤਰ੍ਹਾਂ ਮਾਰਨ ਦਾ ਤਾਂ ਨਹੀਂ ਕੋਈ। ਕਈ ਵਾਰੀ ਇੰਜੈਕਸ਼ਨ ਵਗੈਰਾ ਜਦੋਂ ਲਾਉਂਦੇ ਆ ਨਾ, ਉਹ ਇੰਜੈਕਸ਼ਨ ਰਿਐਕਟ ਕਰ ਜਾਂਦਾ ਹੈ। ਜਦੋਂ ਉਹਦਾ ਰਿਐਕਸ਼ਨ ਹੁੰਦਾ ਹੈ, ਰਿਐਕਸ਼ਨ ਹੋਣ ਤੋਂ ਬਾਅਦ ਡਾਕਟਰ ਆਪਦੀ ਅਣਗਹਿਲੀ ਨੂੰ ਛੁਪਾਉਣ ਵਾਸਤੇ ਫਿਰ ਇਸ ਕਿਸਮ ਦੀ ਗੱਲ ਕਹਿੰਦੇ ਕਿ ਸਾਰਾ ਜਿਹੜਾ ਹੈਗਾ ਇਹ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਅਣਗਹਿਲੀਆਂ ਉਹ ਵੀ ਕਰੋਨਾ ਵਰਗੇ ਖਾਤੇ ਦੇ ਵਿੱਚ ਹੀ ਪਾ ਦਿੰਦੀ ਹੈ। ਪਹਿਲਾਂ ਵੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਜਿਹੜਾ ਖਦਸ਼ਾ ਪ੍ਰਗਟ ਕੀਤਾ ਹੈ, ਕਿਉਂਕਿ ਇਹ ਹੁਣ ਨਹੀਂ ਹੋਇਆ, ਇਹ ਤੋਂ ਪਹਿਲਾਂ ਵੀ ਕਈ ਵਾਰੀ ਅਸੀਂ ਦੇਖਿਆ ਮਰੀਜ਼ ਜਿਹੜੇ ਆ ਉਹ ਡਾਕਟਰ ਦੀ ਅਣਗਹਿਲੀ ਕਰਕੇ ਮਰ ਜਾਂਦੇ ਆ। ਹੁਣ ਜਿਹੜਾ ਤਰੀਕਾਕਾਰ ਆ, ਸਹੀ ਜਿਹੜਾ ਢੰਗ ਆ, ਉਹ ਹੈ ਕਿ ਇੰਜੈਕਸ਼ਨ ਲਾਉਣ ਤੋਂ ਪਹਿਲਾਂ ਇੰਜੈਕਸ਼ਨ ਨੂੰ ਚੈੱਕ ਕਰੋ, ਕਿਤੇ ਉਹ ਦਵਾਈ ਰਿਐਕਟ ਤਾਂ ਨਹੀਂ ਕਰਦੀ। ਆਮ ਤੌਰ ਤੇ ਡਾਕਟਰ ਉਹ ਚੈੱਕ ਨਹੀਂ ਕਰਦੇ ਔਰ ਸਿੱਧੀ ਲਾ ਦਿੰਦੇ ਹੈ, ਰਿਐਕਸ਼ਨ ਕਰ ਜਾਂਦਾ ਹੈ। ਇਹ ਪੋਸੀਬਿਲਿਟੀ ਲੱਗਦੀ ਹੈ ਜੀ। ਧੰਨਵਾਦ ਜੀ। ਇੰਦਰਮੋਹਨ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਬਸ ਮੇਰਾ ਇੰਨਾ ਹੀ ਸਵਾਲ ਸੀ ਜੀ, ਜਿਹੜਾ ਆਪਣੇ ਗਿਆਨੀ ਆਪਣਾ ਨਿਰਮਲ ਸਿੰਘ ਜੀ ਖਾਲਸਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੇ ਸੰਸਕਾਰ ਨਹੀਂ ਕਰਨ ਦਿੱਤਾ, ਤੇ ਉਹਦੇ ਵਾਸਤੇ ਮੈਂ 25 ਸਾਲ ਪਹਿਲਾਂ ਮੈਂ ਇੱਕ ਗੱਲ ਕਿਹਾ ਸੀਗਾ, ਮੈਂ ਕਿਹਾ ਵੀ ਜਿੰਨੇ ਵੀ ਇਹ ਸ਼ਮਸ਼ਾਨ ਘਾਟ ਹੈ ਸ਼ਹਿਰਾਂ ਦੇ ਵਿੱਚ, ਉਹ ਜ਼ਿਆਦਾਤਰ ਉਹ ਜੱਟ ਬਰਾਦਰੀ ਨੇ ਦਾਨ ਕੀਤੀ ਹੋਈ ਜਗ੍ਹਾ ਹੈ। ਸਾਡੇ ਬਠਿੰਡੇ ਦੇ ਵਿੱਚ ਵੀ ਕਾਫੀ ਮਹਿਣਾ ਪਿੰਡ ਹੈ, ਜਿਹੜਾ ਤਕਰੀਬਨ ਢਿੱਲੋਂ ਪਰਿਵਾਰਾਂ ਦਾ ਪਿੰਡ ਸੀ, ਛਾਉਣੀ ਦੇ ਵਿੱਚ ਆ ਗਿਆ, ਤੇ ਉੱਥੇ ਵੀ ਬਠਿੰਡੇ ਦੇ ਵਿੱਚ ਵੀ ਜੱਟ ਪਰਿਵਾਰਾਂ ਦੇ ਜਿਹੜੇ ਦਾਨ ਕੀਤੇ ਹੋਈ ਜਗ੍ਹਾ ਦੇ ਵਿੱਚ ਸ਼ਮਸ਼ਾਨ ਘਾਟ ਬਣੇ ਹੈ। ਤੇ ਗੁਰੂ ਰਾਮਦਾਸ ਜੀ ਨੇ ਜਿਹੜਾ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ, ਸ਼ਹੀਦਾਂ ਵਾਲਾ ਗੁਰਦੁਆਰੇ ਦੇ ਨੇੜੇ ਜਿਹੜਾ ਸ਼ਮਸ਼ਾਨ ਘਾਟ ਹੈ, ਉਹ ਵੀ ਗੁਰੂ ਰਾਮਦਾਸ ਜੀ ਨੇ ਜ਼ਮੀਨ ਖਰੀਦੀ ਸੀ। ਜੇ ਬਾਅਦ ਦੇ ਵਿੱਚ ਕਾਰਪੋਰੇਸ਼ਨ ਬਣ ਗਈ ਹੈ ਤਾਂ ਕੀ ਹੋ ਗਿਆ? ਹੁਣ ਦੇਖੋ ਹਰ ਇੱਕ ਸ਼ਮਸ਼ਾਨ ਘਾਟ ਦਾ ਪ੍ਰਬੰਧ ਹੈ ਉਹ ਹਿੰਦੂ ਸੰਸਥਾਵਾਂ ਚਲਾ ਰਹੀਆਂ। ਕੀ ਸਾਡੇ ਸਿੱਖ ਨਹੀਂ ਇਹ ਕਰ ਸਕਦੇ ਵੀ ਇਹ ਘੱਟੋ ਘੱਟ SGPC ਕੋਲ ਅਰਬਾਂ ਆਪਣਾ 11 ਕਿੱਲੇ ਏਕੜ ਜ਼ਮੀਨ ਹੈ, ਤੇ ਕਿੰਨੀਆਂ ਜਾਇਦਾਦਾਂ, ਅਰਬਾਂ ਦੀਆਂ ਜਾਇਦਾਦਾਂ, ਕਿੰਨਾ ਉੱਥੇ ਚੜਾਵਾ ਚੜਦਾ ਹੈ। ਇੱਕ ਸ਼ਹਿਰਾਂ ਦੇ ਵਿੱਚ ਸਿੱਖਾਂ ਵਾਸਤੇ ਕੋਈ ਵੱਖਰੇ ਸ਼ਮਸ਼ਾਨ ਘਾਟਾਂ ਦਾ ਇੰਤਜ਼ਾਮ ਨਹੀਂ ਕਰ ਸਕਦੇ? 25 ਸਾਲ ਪਹਿਲਾਂ ਵੀ ਮੈਂ ਇਹ ਗੱਲ ਉਠਾਈ ਸੀ ਜੀ। ਧੰਨਵਾਦ ਵੀਰ ਜੀ। ਜੀ ਢਿੱਲੋਂ ਸਾਹਿਬ ਨਹੀਂ, ਬਾਕੀ ਤਾਂ ਮੈਨੂੰ ਪਤਾ ਨਹੀਂ, ਲੇਕਿਨ ਬਠਿੰਡੇ ਦੇ ਵਿੱਚ ਜਿਹੜੇ 2 ਵੱਡੇ ਸ਼ਮਸ਼ਾਨ ਘਾਟ ਹੈ, ਸਭ ਤੋਂ ਵੱਡਾ ਜਿਹੜਾ ਹੈਗਾ ਉਹ ਦਾਣਾ ਮੰਡੀ ਕੋਲੇ ਹੈ, ਉਹਨੂੰ ਅਸੀਂ ਰਾਮਬਾਗ ਕਹਿ ਦਿੰਦੇ ਹਾਂ ਜੀ। ਉਹਦਾ ਪ੍ਰਬੰਧ ਜ਼ਰੂਰ ਸਨਾਤਨ ਧਰਮ ਸਭਾ ਵਾਲਿਆਂ ਕੋਲੇ ਹੈ, ਉਹਨਾਂ ਨੇ ਅਗਾਂਹ ਕੋਈ ਕਮੇਟੀ ਬਣਾਈ ਹੋਈ ਹੈ, ਉਹ ਕਰਦੀ ਹੈ। ਦੂਜਾ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਮਹਿਣਾ ਪਿੰਡ ਵਾਲੀ ਗੱਲ, ਅਸਲ ਦੇ ਵਿੱਚ ਉਹ ਮਹਿਣਾ ਪੱਤੀ ਹੈ ਬਠਿੰਡਾ ਸ਼ਹਿਰ ਦੇ ਵਿੱਚ ਹੀ। ਮਹਿਣਾ ਪੱਤੀ ਦੀ ਸ਼ਾਮਲਾਤ ਜ਼ਮੀਨ ਦੇ ਵਿੱਚ ਉਹ ਸ਼ਮਸ਼ਾਨ ਘਾਟ ਬਣਿਆ ਵਾ। ਉਹਦਾ ਕੰਟਰੋਲ ਜਿਹੜਾ ਹੈਗਾ ਉਹ ਇੱਕ ਅਜਿਹੀ ਸੰਸਥਾ ਕੋਲੇ ਹੈ ਜਿਹੜੀ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਈਸਾਈ ਹੈ। ਉਹ ਹੈ ਸਹਾਰਾ ਕਲੱਬ ਵਾਲੇ।
ਸਹਾਰਾ ਕਲੱਬ ਇੱਕ ਅਜਿਹਾ ਕਲੱਬ ਹੈ ਜਿਹੜਾ ਕਲੱਬ ਬਗੈਰ ਜਾਤ ਪਾਤ ਦੇਖਿਆ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੇ ਬੰਦੇ ਆਪ ਚੁੱਕ ਕੇ ਲਿਆਉਂਦੇ ਆ। ਜੇ ਕਿਸੇ ਬੰਦੇ ਦੇ ਕੀੜੇ ਪੈ ਗਏ, ਕਈ ਵੀ ਬਹੁਤ ਬੰਦੇ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਆ, ਉਹਨਾਂ ਦੀ ਸੇਵਾ ਵਗੈਰਾ ਵੀ ਕਰਦੇ ਆ, ਉਹ ਹੈ। ਬਾਕੀ ਮੇਰੇ ਖਿਆਲ ਮੁਤਾਬਕ ਜਿਹੜਾ ਦਾਹ ਸੰਸਕਾਰ ਕਰਨ ਵਾਲੀ ਜਗ੍ਹਾ ਹੈ ਉਹ ਤਾਂ ਇੱਕੋ ਹੀ ਚਾਹੀਦੀ ਹੈ ਸਾਰੇ ਫਿਰਕਿਆਂ ਵਾਸਤੇ, ਕਿਉਂਕਿ ਅਸੀਂ ਜੇ ਜਾਤਾਂ ਦੇ ਆਧਾਰ ਦੇ ਉੱਤੇ ਧਰਮਾਂ ਦੇ ਆਧਾਰ ਤੇ ਬਣਾਉਣ ਲੱਗ ਗਏ ਤਾਂ ਉਹਦਾ ਕਈ ਵਾਰੀ ਬੜਾ ਉਲਟ ਰਿਐਕਸ਼ਨ ਹੋ ਜਾਂਦਾ। ਪਿੰਡਾਂ ਦੇ ਵਿੱਚ ਅਸੀਂ ਗੁਰਦੁਆਰੇ ਵੀ ਬਣਾ ਕੇ ਦੇਖਿਆ ਜਿਹੜੇ ਧਰਮਾਂ ਆਪਣੇ ਜਾਤਾਂ ਦੇ ਆਧਾਰ ਤੇ ਬਣੇ ਹੋਏ ਹੈ, ਉਹਦਾ ਫਾਇਦਾ ਵੀ ਹੋਇਆ, ਸਮਾਜ ਨੂੰ ਨੁਕਸਾਨ ਹੋਇਆ, ਭਾਈਚਾਰੇ ਨੂੰ ਵੀ ਨੁਕਸਾਨ ਹੋਇਆ। ਜੀ ਜੀ ਬਿਲਕੁਲ ਜੀ। ਇਦਾਂ ਹੀ ਲਾਈਨਾਂ ਹੋਲਡ ਰੱਖਿਓ ਜੀ, ਆਪਾਂ 1 ਬਾਈ 1 ਲਾਈਨ ਲੈ ਰਹੇ ਹਾਂ ਔਨ ਏਅਰ। ਹਾਂਜੀ ਥਾਪਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸੁਖਵਿੰਦਰ ਜੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰੇ ਸਰੋਤਿਆਂ ਨੂੰ ਸਵਾਗਤ ਹੈ ਜੀ। ਧੰਨਵਾਦ। ਔਰ ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿਹੜੀਆਂ ਡੀਲ ਨੇ ਜੀ ਸੈੱਲ ਫੋਨ ਦੇ ਖਾਸ ਤੌਰ ਉੱਤੇ ਆਪਣੇ ਕੋਲ ਬਹੁਤ ਸਾਰੇ ਪਲਾਨ ਨੇ ਜਿੱਥੇ ਆਪਣੇ ਸਰੋਤੇ ਡਾਲਰ ਸੇਵ ਕਰ ਸਕਣਗੇ ਜੀ, ਕਿਉਂਕਿ 1 ਮਹੀਨੇ ਦੀ ਸਰਵਿਸ ਦੇ ਨਾਲ ਤੇ 1 ਮਹੀਨੇ ਦੀ ਫ੍ਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ। ਆਹ 2 ਪਲਾਨ ਜਿਹੜੇ ਨੇ, ਇੱਕ ਤਾਂ $25 ਦਾ ਪੂਰੇ ਕੈਨੇਡਾ ਵਾਈਡ ਅਨਲਿਮਟਿਡ ਟਾਕ ਟੈਕਸਟ ਮੈਸੇਜ ਤੇ 1 GB ਦਾ ਡਾਟਾ। ਦੂਸਰਾ ਆਪਣੇ ਕੋਲ $40 ਦਾ ਪਲਾਨ ਹੈ, ਕੈਨੇਡਾ ਵਾਈਡ 5 GB ਹੈ। $50 ਦੇ ਵਿੱਚ ਆਪਣੇ ਕੋਲ 8.5 GB ਡਾਟਾ ਹੈ। ਤੇ ਇੱਕ ਸਪੈਸ਼ਲ ਡੀਲ ਚੱਲ ਰਹੀ ਹੈ US ਤੇ ਕੈਨੇਡਾ, ਜਿਹੜੇ ਵੀਰ ਸਪੈਸ਼ਲੀ US ਵਾਲਾ ਪਲਾਨ ਚਾਹੁੰਦੇ ਨੇ ਕੈਨੇਡੀਅਨ ਨੰਬਰ ਦੇ ਉੱਤੇ, ਸੋ ਡਾਇਰੈਕਟ ਕੈਨੇਡੀਅਨ ਨੰਬਰ ਤੇ ਡੀਲ ਮਿਲੂਗੀ। 50 GB ਡਾਟਾ ਮਿਲੂਗਾ ਜੀ, ਔਰ 50 GB ਦੇ ਡਾਟਾ ਤੋਂ ਬਾਅਦ ਡਾਟਾ ਅਨਲਿਮਟਿਡ ਹੋ ਜਾਊਗਾ। ਤੇ ਉਸ ਤੋਂ ਬਾਅਦ ਜਿਹੜਾ ਜੀ $101 ਦਾ ਬਿੱਲ ਆਏਗਾ। ਔਰ ਨਾਲ ਹੀ ਕੋਈ ਸੈੱਲਫੋਨ ਅਗਰ ਐਡ ਕਰਨਾ ਚਾਹੁੰਦੇ ਹੋ ਤਾਂ ਬਹੁਤ ਸਾਰੇ ਸੈੱਲਫੋਨ ਜਿਹੜੇ ਨੇ ਜੀ $0 ਦੇ ਉੱਤੇ ਪਲਾਨ ਦੇ ਵਿੱਚ ਐਡ ਕਰ ਸਕਦੇ ਨੇ। ਇਸ ਦੇ ਬਾਰੇ ਕੁਝ ਟਰਮ ਐਂਡ ਕੰਡੀਸ਼ਨਾਂ ਹੁੰਦੀਆਂ ਨੇ, ਉਸ ਦੇ ਬਾਰੇ ਸਾਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਆ। ਤੇ ਨਾਲ ਹੀ ਮੈਂ ਦੱਸ ਦਵਾਂ ਕਿ ਆਪਣੇ ਕੋਲ ਹਾਈ ਸਪੀਡ ਇੰਟਰਨੈਟ ਦੇ ਬਹੁਤ ਹੀ ਵਧੀਆ ਪਲਾਨ ਇਸ ਵਕਤ ਚੱਲਦੇ ਪਏ ਨੇ, ਕਿਉਂਕਿ ਬਹੁਤ ਸਾਰੀ ਇੰਟਰਨੈਟ ਯੂਜ਼ ਹੋ ਰਹੀ ਆ। ਅਗਰ ਇੰਟਰਨੈਟ ਘਰ ਦੇ ਵਿੱਚ ਸਲੋ ਆ ਜਾਂ ਫਿਰ ਬਿੱਲ ਜ਼ਿਆਦਾ, ਤੇ ਆਪਣੇ ਕੋਲ $40 ਤੋਂ ਲੈ ਕੇ $60 ਦੇ ਵਿੱਚ ਸਾਰੇ ਦੇ ਸਾਰੇ ਪਲਾਨ ਅਵੇਲੇਬਲ ਨੇ। ਘਰ ਦਾ ਫੋਨ ਲੋਕਲ ਪਲੱਸ ਵਰਲਡ ਵਾਈਡ ਇੰਡੀਆ ਦੇ ਨਾਲ ਤਕਰੀਬਨ ਬਹੁਤ ਸਾਰੀਆਂ ਕੰਟਰੀਆਂ ਨੇ, ਯੂਰਪ ਵਾਲੀਆਂ ਜਾਂ ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਆਪਾਂ ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਗੱਲਬਾਤ ਕਰ ਸਕਦੇ ਹਾਂ। ਸੋ ਕਿਸੇ ਵੀ ਸਰੋਤੇ ਨੇ ਨਵਾਂ ਕਨੈਕਸ਼ਨ ਲੈਣਾ ਜੀ, ਜਾਂ ਫਿਰ ਆਪਣਾ ਕਨੈਕਸ਼ਨ ਪਹਿਲਾਂ ਦਾ ਲੱਗਾ ਹੋਇਆ ਤੇ ਬਿੱਲ ਉਹਨਾਂ ਦਾ ਹੁਣ $20 ਤੋਂ ਜ਼ਿਆਦਾ ਹੋ ਚੁੱਕਾ, ਸਰੋਤੇ ਸੰਪਰਕ ਕਰ ਲੈਣ। ਬਿੱਲ ਦੀ ਗਰੰਟੀ ਕਰਾਂਗੇ ਕਿ ਬਿੱਲ ਬਾਰ-ਬਾਰ ਨਹੀਂ ਵਧੂਗਾ। ਫੋਨ ਦਾ ਅਡੈਪਟਰ ਨੰਬਰ ਪੋਰਟਿੰਗ ਬਿਲਕੁਲ ਫ੍ਰੀ ਹੈਗੀ ਆ। ਸੈੱਲਫੋਨਾਂ ਦੇ ਉੱਤੇ ਐਪ ਡਾਊਨਲੋਡ ਕਰੋ, ਉੱਥੋਂ ਵੀ ਵਰਲਡ ਵਾਈਡ ਸਰੋਤੇ ਜਿਹੜੇ ਆ ਜੀ ਗੱਲਾਂ ਬਾਤਾਂ ਕਰ ਸਕਦੇ ਨੇ। ਘਰ ਦੇ ਉੱਤੇ ਬਿਜ਼ਨਸ ਸਿਕਿਉਰਿਟੀ ਦੇ ਕੈਮਰੇ ਲਾਉਣੇ ਨੇ, 24 ਘੰਟੇ ਮੋਨੀਟਰਿੰਗ ਕਰਨੀ ਆ, ਔਰ ਲਾਈਵ ਆਪਣੇ ਫੋਨਾਂ 'ਚ ਦੇਖ ਸਕਦੇ ਨੇ ਜੀ। ਵਧੀਆ ਪੈਕੇਜ ਆਫਰ ਕੀਤਾ ਜਾ ਰਿਹਾ। ਔਰ ਸਾਡੇ ਕੋਲ ਜਿਹੜੀ ਬਿਜ਼ਨਸ ਇੰਟਰਨੈਟ ਹੈਗੀ ਆ ਜੀ $40 'ਚ, ਔਰ ਬਿਜ਼ਨਸ ਫੋਨ ਲਾਈਨ ਸੁਖਿੰਦਰ ਜੀ ਇਸਦਾ ਫਾਇਦਾ ਇਹ ਹੈ ਕਿ ਜਿੱਥੇ ਆਪਾਂ ਆਪਣਾ ਨੰਬਰ ਲਵਾਂਗੇ ਆਫਿਸ ਦੇ ਵਿੱਚ, ਉੱਥੇ ਨਾਲ ਹੀ ਆਪਾਂ ਆਪਣੇ ਲੈਪਟਾਪ ਜਾਂ ਕੰਪਿਊਟਰ ਦੇ, ਕਿਉਂਕਿ ਵਰਕ ਫਰੋਮ ਹੋਮ ਹੈ ਜੀ ਅੱਜ ਕੱਲ੍ਹ, ਸੋ ਆਪਾਂ ਉੱਥੋਂ ਵੀ ਜਿਹੜੀ ਗੱਲਬਾਤ ਆਪਾਂ ਕਰ ਸਕਦੇ ਹਾਂ। ਬਿਜ਼ਨਸ ਵਾਲੇ ਨੰਬਰ ਆਪਣੇ ਲੈਪਟਾਪ ਜਾਂ ਕੰਪਿਊਟਰ ਤੇ ਕਿਵੇਂ ਇੰਸਟਾਲ ਕਰਨੇ, ਇਸ ਬਾਰੇ ਸਰੋਤੇ ਜਾਣਕਾਰੀ ਲੈ ਲੈਣ। ਸੋ ਸਾਡਾ ਨੰਬਰ ਹੈ ਜੀ 905 203 3636 905 203 36 36 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਹੁਤ ਧੰਨਵਾਦ ਸੁਖਿੰਦਰ ਜੀ। ਧੰਨਵਾਦ ਸੁਖਦੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਕਾਲ ਕੀਤੀ ਹੈ ਜੀ। 905 203 3636 ਤੇ ਸਾਨੂੰ ਵੀ 1.5 ਸਾਲ ਹੋ ਗਏ ਜੀ ਇਹਨਾਂ ਦੇ ਨਾਲ ਜੁੜਿਆ ਹੋਇਆ ਨੂੰ। ਬੜੀ ਵਧੀਆ ਸੇਵਾਵਾਂ ਜੀ, ਤੇ ਜਿੰਨਾ ਬਿੱਲ ਆ ਉਹ ਉਨਾ ਹੀ ਆਉਂਦਾ, ਇਹ ਨਹੀਂ ਗਾ ਵੱਧ ਕੇ ਆ ਗਿਆ ਜੀ, ਇਦਾਂ ਹੋ ਗਿਆ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਤੁਸੀਂ ਕਾਲ ਕਰ ਸਕਦੇ 905 203 3636 ਤੇ। ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। 0190 ਬੇਨਤੀ ਜੀ ਸ਼ਾਰਟ ਦੇ ਵਿੱਚ ਸਵਾਲ ਰੱਖਿਓ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ। ਹਾਂਜੀ ਸਤਿ ਸ਼੍ਰੀ ਅਕਾਲ ਚੰਨੀ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਵਿਲਗਾ ਬੋਲ ਰਿਹਾ ਸੀ। ਗੱਲ ਹੈ ਤੁਸੀਂ ਜਿਹੜੇ ਮੋਦੀ ਸਾਹਿਬ ਦੀ ਗੱਲ ਕੀਤੀ ਹੈ ਕਿ ਭਈਆ ਹੁਣ ਉਦੋਂ ਦੀਏ ਜਗਾਣੇ ਜਾਂ ਮੋਬਾਈਲ ਜਗਾਣੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਉਹਨਾਂ ਦਾ ਪਹਿਲਾ ਡਿਸੀਜ਼ਨ ਗਲਤ ਹੋ ਚੁੱਕਾ ਹੈ। ਜਿਹੜਾ ਉਦੋਂ ਥਾਲੀਆਂ ਦਾ ਰੱਖਿਆ ਸੀ, ਲੋਕਾਂ ਨੇ ਉਸ ਚੀਜ਼ ਨੂੰ ਮਿਸਟੁਕ ਕੀਤਾ। ਕਹਿਣ ਦਾ ਮਤਲਬ ਉਹਨੂੰ ਗਲੀਆਂ 'ਚ ਬਾਹਰ ਆ ਗਏ, ਉਹ ਲੱਗ ਗਏ ਇਹ ਗੱਲਾਂ ਕਰਨਾ ਪਏ। ਜਦੋਂ ਉਹਨਾਂ ਦੇ ਲੋਕਾਂ ਨੇ ਉਹਨਾਂ ਦੀ ਗੱਲ ਉਦੋਂ ਹੀ ਨਹੀਂ ਸੁਣੀ ਸੀ ਚੰਗੀ ਢੰਗ ਨਾਲ, ਤੇ ਇਹਨਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਸੀ। ਮੈਨੂੰ ਡਰ ਲੱਗਦਾ ਜਿੱਦਾਂ ਹੁਣ ਦੀਵੇ ਬੱਤੀਆਂ ਦਾ ਕਿਹਾ, ਕਿਤੇ ਲੋਕੀ ਪਟਾਕੇ ਨਾ ਚਲਾਉਣ ਲੱਗ ਪੈਣ ਉੱਥੇ ਦੇ ਜਿਹੜੇ ਮੰਡੀਰ ਖਾਨਾ ਹੈ, ਹੋਰ ਹੀ ਖਪਖਾਨਾ ਪਾ ਦੇਣ। ਇਸ ਕਰਕੇ ਡਿਸੀਜ਼ਨ ਸਹੀ ਨਹੀਂ। ਬਾਕੀ ਜਿਹੜਾ ਗੱਲ ਹੋ ਰਹੀ ਹੈ ਅਮਰੀਕਾ ਦੀ ਵੀ, ਦੇਖੋ ਭਾਈ ਸਾਹਿਬ ਗੱਲ ਕਰਕੇ ਗਏ ਨੇ, ਉੱਥੇ ਵੀ ਮੈਡੀਕਲ ਇਕਵਿਪਮੈਂਟ ਮਹਿੰਗੇ ਹੋ ਰਹੇ ਨੇ, ਮਿਲ ਨਹੀਂ ਰਹੇ, ਉੱਥੇ ਵੀ ਨਰਸਾਂ ਪ੍ਰੋਟੈਸਟ ਕਰ ਰਹੀਆਂ ਨੇ। ਤੇ ਉਹੀ ਸਾਡੇ ontario 'ਚ ਵੀ ਲੱਗ ਰਿਹਾ ਵੀ ਸ਼ਾਰਟੇਜ ਹੈ, ਜੋ ਗੌਰਮੈਂਟ ਆਪਣੇ ਵੱਲੋਂ ਸ਼ੰਕਾ ਕਰ ਰਹੀ ਹੈ। ਕਿਉਂਕਿ ਚਾਈਨਾ ਤੋਂ ਜਿਹੜਾ ਸਮਾਨ ਆਉਣਾ ਸੀ, ਚਾਈਨਾ ਤੋਂ ਵੀ ਹੁਣ ਪਤਾ ਲੱਗਿਆ ਵੀ ਨਹੀਂ ਆ ਰਿਹਾ। ਕਹਿੰਦੇ ਕਨਫਰਮ ਸੀ ਆ ਰਿਹਾ, ਹੁਣ ਨਹੀਂ ਆ ਰਿਹਾ। ਬਾਕੀ ਭਾਰਤ ਦੇ ਵਿੱਚ ਮੈਂ ਕੋਈ ਪੋਜ਼ਿਟਿਵ ਵਾਲੀ ਗੱਲ ਨਹੀਂ, ਕੋਈ ਉਹਨਾਂ ਨੂੰ ਤਾਰੀਫਾਂ ਕਰ ਰਿਹਾ, ਗੱਲ ਉਹ ਨਹੀਂ। ਉਹਨਾਂ ਨੇ ਵੀ ਹੁਣ ਅੱਜ ਦੀ ਖਬਰ ਆਈ, IIT ਜਿਹੜਾ ਰੁੜਕੀ ਦਾ ਬੜਾ ਪੁਰਾਣਾ ਸੰਸਥਾਨ ਹੈ, ਉਹਨਾਂ ਨੇ ਏਮਸ ਨਾਲ ਮਿਲ ਕੇ ਤਿਆਰ ਕੀਤਾ ਜਿਹੜਾ ਵੈਂਟੀਲੇਟਰ ਹੈ।
1.5 ਲੱਖ ਦੇ ਵਿੱਚ ਹੈ, 10,000 ਵੈਂਟੀਲੇਟਰ ਤਿਆਰ ਕਰ ਰਹੇ ਨੇ। ਇੱਕ ਚੰਗੀ ਖਬਰ ਹੈ ਉਸ ਭਾਰਤ ਲਈ। ਧੰਨਵਾਦ ਵੀਰ ਜੀ। ਹਾਂਜੀ, ਨੈਕਸਟ ਕਾਲ 8785। ਸਵਾਗਤ ਹੈ ਵੀਰ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਆ ਵੀ ਅਸੀਂ ਜਦੋਂ ਢਿੱਲੋਂ ਸਾਹਿਬ ਆਏ ਨੇ ਨਾ, ਅਸੀਂ ਉਹਨਾਂ ਦਾ ਪ੍ਰੋਗਰਾਮ ਸੁਣਦੇ, ਬੜੀ ਰੀਝ ਨਾਲ ਸੁਣਦੇ। ਤੁਹਾਡੇ ਕੋਲ ਵੀ ਟਾਈਮ ਲਿਮਿਟ ਹੁੰਦਾ ਹੈਗਾ ਜੀ ਜੀ, ਬਟ ਬੇਨਤੀ ਤੁਹਾਨੂੰ ਇਹੀ ਕਰਨੀ ਸੀਗੀ ਵੀ ਜਦੋਂ ਢਿੱਲੋਂ ਸਾਹਿਬ ਬੇਸ਼ੱਕ ਉਹਨਾਂ ਤੋਂ 10 ਦੀ ਜਗ੍ਹਾ ਤੇ 6 ਵਾਰੀ ਉਹਨਾਂ ਤੋਂ ਪੁੱਛ ਲਓ ਵੀ ਭਾਈ ਇਹਦਾ ਕੀ, ਇਸ ਖਬਰ ਦੇ ਬਾਰੇ ਕੀ ਦੱਸਣਾ ਚਾਹੁੰਦੇ ਆ, ਪਰ ਬੇਨਤੀ ਤੁਹਾਨੂੰ ਇਹ ਆ ਵੀ ਉਹਨਾਂ ਨੂੰ ਖੁੱਲ ਕੇ ਐਕਸਪਲੇਨ ਕਰ ਲੈਣ ਦਿਆ ਕਰੋ। ਵੀਰ ਜੀ, ਕਰਨ ਦੇ ਹੀ ਤਾਂ ਮੈਂ ਬੇਨਤੀ ਕੀਤੀ ਸੀ ਸਟਾਰਟਿੰਗ ਦੇ ਵਿੱਚ ਵੀ ਕਾਲਾਂ ਨਾ ਕਰਿਓ। ਮੈਂ ਵੀ ਚਾਹੁੰਦਾ ਪਹਿਲਾਂ ਜਿਹੜੀਆਂ ਢਿੱਲੋਂ ਸਾਹਿਬ ਹੋਣੀ ਬਹੁਤ ਵੱਡਾ ਖਜ਼ਾਨਾ ਆ, ਮੈਨੂੰ ਆਫ ਦੀ ਏਅਰ ਵੀ ਕਾਲਾਂ ਆਉਂਦੀਆਂ। ਮੈਂ ਬੇਨਤੀ ਵੀ ਕੀਤੀ ਸੀ ਵੀਰ ਜੀ ਹਾਲੇ ਕਾਲਾਂ ਨਾ ਕਰਿਓ ਬਾਅਦ ਦੇ ਵਿੱਚ, ਪਰ ਜਦੋਂ ਲੌਂਗ ਟਰਮ 15-15 20 ਮਿੰਟ ਸਾਡੇ ਸਰੋਤੇ ਕਾਲ ਹੋਲਡ ਕੀਤੀ ਹੁੰਦੀ, ਫਿਰ ਮਜਬੂਰੀ 'ਚ ਕਾਲ ਲੈਣੀ ਪੈਂਦੀ। ਸਾਰੀਆਂ ਹੋਲਡ ਹੋ ਗਈਆਂ ਸੀ ਲੈਣਾ ਜੀ। ਤੁਸੀਂ ਬਾਈ ਜੀ ਲਵੋ, ਪਰ ਕਿਸੇ ਹੁਣ ਜਦੋਂ ਤੁਸੀਂ ਕਿਸੇ ਖਬਰ ਤੇ ਉਹਨਾਂ ਤੋਂ ਪੁੱਛਦੇ ਆ ਨਾ ਵੀ ਹਾਂ ਢਿੱਲੋਂ ਸਾਹਿਬ ਦੱਸੋ, ਉਹਨਾਂ ਨੂੰ ਬਾਈ ਜੀ ਖਬਰ ਪੂਰੀ ਦੱਸਣੀ ਪੈਣੀ ਹੈ। ਥੋੜਾ ਜਿਹਾ ਪਾਸਟ ਵੀ ਦੱਸਣਾ ਪੈਣਾ ਜੀ, ਸਾਰਾ ਪ੍ਰੈਜ਼ੈਂਟ ਵੀ ਦੱਸਣਾ ਪੈਣਾ, ਗਾਹਾਂ ਥੋੜਾ ਬਹੁਤ ਆਉਣ ਵਾਲੇ। ਬਿਲਕੁਲ ਜੀ, ਬਿਲਕੁਲ ਸਹੀ ਹੈ ਨਾ। ਜੇ ਹੁਣ ਅਸੀਂ ਕਹਿ ਦਈਏ ਵੀ ਬੂਟੇ ਨੂੰ ਤੁਸੀਂ ਇਹਦੀ ਚਾਕੜੀ ਨਾ ਕੱਢੋ ਜੀ, ਇਹਨੂੰ ਉੱਪਰੋਂ ਖਿੱਚ ਲਓ, ਬਾਈ ਜੀ ਨਾ ਤਾਂ ਉਹਨੇ ਹਰਾ ਹੋਣਾ ਨਾ ਉਹਨੇ ਸੁੱਕਣਾ ਹੋਣਾ। ਬਿਲਕੁਲ ਜੀ, ਬਿਲਕੁਲ ਠੀਕ ਹੈ। ਖਬਰਾਂ ਸਾਡੀਆਂ ਹੈਗੀਆਂ। ਹੁਣ ਮੈਂ ਤੁਹਾਨੂੰ ਕਾਲ ਕਿਤੇ ਜਦੋਂ ਢਿੱਲੋਂ ਸਾਹਿਬ ਆਇਆ, ਮੇਰਾ ਖਿਆਲ ਮੈਂ ਅੱਜ ਦੂਜੀ ਕਾਲ ਹੋਊਗੀ ਮੇਰੀ ਉਦੋਂ। ਥੈਂਕ ਯੂ ਵੀਰ ਜੀ। ਹੁਣ ਕਈ ਕਾਲਰ ਇਹੋ ਜਿਹੇ ਵੀ ਆ ਵੀ ਜਿਨ੍ਹਾਂ ਨੇ 2 ਵਾਰੀ ਵੀ ਕਾਲਾਂ ਕਰਦੀਆਂ ਹਨਾ। ਮੈਂ ਬੇਨਤੀ ਕਰਦਾ ਉਹਨਾਂ ਜੀ ਸ਼ਾਰਟ ਦੇ ਵਿੱਚ ਰੱਖੋ, ਸਵਾਲ ਛੋਟਾ ਹੋਵੇ, ਇੱਕ ਸਵਾਲ ਹੋਵੇ, ਫਿਰ ਛੇਤੀ ਜਵਾਬ ਦਿੱਤਾ ਜਾਂਦਾ। ਤੇ ਉਹ ਜਿਹੜੀ ਆਪਾਂ ਖਾਸ ਕਰਕੇ ਢਿੱਲੋਂ ਸਾਹਿਬ ਉਹਨਾਂ ਦੀ ਵੇਟ ਕਰਦੇ ਹੁੰਦੇ ਆ ਤਾਂ ਸਾਡੀਆਂ ਖਬਰਾਂ ਰਹਿ ਜਾਂਦੀਆਂ। ਮੈਂ ਬੇਨਤੀ ਹਮੇਸ਼ਾ ਕਰਦਾ ਕਾਲ ਛੋਟੀ ਰੱਖੋ। ਧੰਨਵਾਦ। ਬਾਕੀ ਤਾਂ ਜਿੰਨੇ ਕੁ ਹੁੰਦੇ ਆ ਕਾਲ ਕਰ ਲਿਆ ਕਰੋ, ਬਾਕੀ ਇਹਨੂੰ ਟਾਈਮ ਨੂੰ ਆਪਦੀਆਂ ਕਾਲਾਂ ਪਹਿਲਾਂ ਬੰਦ ਕਰ ਦਿਆ ਕਰੋ। ਪਰ ਨਾ ਤਾਂ ਤੁਸੀਂ ਖਫਾ ਹੋਵੋ ਨਾ ਦੂਜਿਆਂ ਨੂੰ, ਜਿਹੜਾ ਬੋਲਦਾ ਬੋਲੀ ਜਾਣਦੇ, ਪਰ ਜਿਹੜੇ ਕਾਲਰ ਆ ਉਹਨਾਂ ਨੂੰ ਲਿਮਿਟ ਦੇ ਕੇ ਤੇ ਉਹਨਾਂ ਦਿਆ ਕਰੋ, ਪਰ ਪਲੀਜ਼ ਉਹਨਾਂ ਨੂੰ ਨਾ ਟੁਕਿਆ ਕਰੋ। ਧੰਨਵਾਦ ਵੀਰ, ਮਿਹਰਬਾਨੀ ਜੀ, ਥੈਂਕ ਯੂ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। 4477। ਹੈਲੋ। ਹਾਂਜੀ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਬੇਨਤੀ, ਤੁਹਾਡਾ ਟ੍ਰੈਫਿਕ ਸਟੇਸ਼ਨ ਨੰਬਰ 1 ਤੇ ਜਾ ਰਿਹਾ। ਆੜੇ ਕਾਲਰ ਬਹੁਤ ਹੀ ਸਲਾਹ ਦਿੰਦੇ, ਇਹੋ ਜਿਹੀ ਬਾਹਲੀ ਲੋੜ ਨਹੀਂ। ਕਾਲਰ ਨੂੰ ਛੋਟਾ ਰੱਖੋ। ਦੂਜੀ ਬੇਨਤੀ ਹੈ, ਸਵੇਰ ਦੀ ਖਬਰ ਆ ਰਹੀ ਇੱਕ, ਤੁਸੀਂ ਨਹੀਂ ਦਿੱਤੀ ਰੇਡੀਓ ਤੇ ਆ ਰਹੀ, ਪਾਕਿਸਤਾਨ ਚ ਜਹਾਜ਼ ਆਇਆ, 24 ਘੰਟੇ ਲੱਗ ਗਿਆ ਇੱਥੇ, ਉਤਰਦਿਆਂ ਨੂੰ ਘਰੋਂ ਘਰੀ ਤੋਰਤੇ ਆ, ਕਹਿਤਾ ਵੀ ਅੰਦਰ ਬੈਠੇ ਰਹੋ। ਉਹਦੇ ਬਾਰੇ ਤੁਸੀਂ ਕੋਈ ਖਬਰ ਨਹੀਂ ਦਿੱਤੀ। ਕਿਤੇ ਦੋਨੋਂ ਭਜਾਈ ਫਿਰਦੇ, ਇੱਥੇ ਕਰ ਲਈ ਫਿਰਦੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਜੀ। ਧੰਨਵਾਦ ਦਿੱਤੀ ਜੋ ਸੋਚ ਕੇ। ਓਕੇ ਜੀ, ਧੰਨਵਾਦ ਦਿੰਦੇ ਖਬਰ ਦਿੱਤੀ ਵੀ। ਹਾਂਜੀ ਵੀਰ ਜੀ, ਸਵਾਗਤ ਹੈ ਜੀ। 5000। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਵੀਰ ਜੀ। ਹਾਂਜੀ, ਮੈਂ ਤੁਹਾਡੇ ਕਈ ਦਿਨ ਤੋਂ ਪ੍ਰੋਗਰਾਮ ਸੁਣਦਾ ਆ ਰਿਹਾ, 6:30 ਤੋਂ 8, 8 ਤੋਂ 9, 9 ਤੋਂ 12, ਤਿੰਨੇ ਪ੍ਰੋਗਰਾਮ ਜੀ। ਤੇ ਇੱਕ ਕਾਲਰ ਤੁਹਾਡਾ ਆ ਰਿਹਾ ਤੇ ਉਹ ਤਿੰਨਾਂ ਪ੍ਰੋਗਰਾਮ 'ਚ ਕਾਲ ਕਰਦਾ ਤੇ ਉਹ ਇਹ ਕਹਿ ਰਿਹਾ ਕਿ ਜੀ ਇਤਨੀਆਂ ਮੌਤਾਂ ਜਿਹੜੀਆਂ ਫਲੂ ਦੇ ਨਾਲ ਵੀ ਹੋ ਜਾਂਦੀਆਂ ਜੀ, ਵਾਇਰਸ ਦੇ ਨਾਲ ਹੋ ਜਾਂਦੀਆਂ। ਬਹੁਤ ਮਤਲਬ ਹਰੇਕ ਪ੍ਰੋਗਰਾਮ 'ਚ ਸਿਰਫ ਜਿੱਦਾਂ ਰਟਿਆ ਰਟਾਇਆ ਲਿਖਿਆ ਹੁੰਦਾ ਨਾ ਪੇਪਰ ਤੇ, ਉਹੀ ਪੜ੍ਹ ਕੇ ਜਾਂਦਾ ਜੀ। ਉਹ ਪਲੀਜ਼ ਉਹਨੂੰ ਬੇਨਤੀ ਹੈ ਉਸ ਕਾਲਰ ਨੂੰ ਕਿ ਉਹ 60+ ਹੈ ਜੀ, ਲੇਡੀ ਹੈ, ਆਪਣੇ ਦੋਹਤਿਆਂ ਪੋਤਿਆਂ ਦਾ ਖਿਆਲ ਰੱਖੇ, ਘਰ ਰੋਟੀ ਦੇਵੇ ਬੱਚਿਆਂ ਨੂੰ। ਉਹ ਅੱਧੀ ਦਿਹਾੜੀ ਇਸੇ ਪ੍ਰੋਗਰਾਮ ਤੇ ਲਾਉਂਦੀ ਹੈ ਕਿ ਜੀ ਇੰਨੀਆਂ ਮੌਤਾਂ ਤਾਂ ਆਮ ਫਲੂ ਨਾ ਹੋ ਜਾਣੀਆਂ। ਅਗਰ ਉਹਦੇ ਘਰ 'ਚ ਪਏਗੀ ਨਾ ਤਾਂ ਉਹਨੂੰ ਪਤਾ ਲੱਗੇਗਾ। ਠੀਕ ਹੈ, ਉਹਦੇ ਘਰ 'ਚ ਨਹੀਂ ਪਈ ਹੋਣੀ। ਅਸੀਂ ਆਪਣੇ ਦੋਹਤਿਆਂ ਪੋਤਿਆਂ ਦਾ ਖਿਆਲ ਨਹੀਂ ਵੀਰ ਜੀ, ਮਹਾਰਾਜ ਤੰਦਰੁਸਤੀ ਦੇਵੇ ਜੀ ਸਾਰਿਆਂ ਨੂੰ। ਧੰਨਵਾਦ ਵੀਰ ਜੀ। ਓਕੇ ਜੀ, ਧੰਨਵਾਦ। ਢਿੱਲੋਂ ਸਾਹਿਬ, ਆਪਾਂ ਚੱਲਦੇ ਜੀ ਅਗਲੀ ਖਬਰ ਤੇ। ਇੰਦੌਰ 'ਚ ਡਾਕਟਰਾਂ ਤੇ ਹਮਲਾ ਕਰਨ ਵਾਲਿਆਂ ਤੇ ਲਾਇਆ NSA। ਬਿਲਕੁਲ ਜੀ, ਜਿਵੇਂ ਆਪਣੇ ਧਨਵਾਦ ਸਾਹਿਬ ਦੱਸ ਕੇ ਗਏ, ਹੁਣ ਤੱਕ ਕਿ 10 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਪੀੜਿਤ ਹੈ। 53,000 ਦੀ ਮੌਤ ਹੋ ਚੁੱਕੀ ਹੈ। ਇਹਨਾਂ ਹਾਲਤਾਂ ਦੇ ਵਿੱਚ ਜੀ ਜਿਹੜੇ ਡਾਕਟਰ ਕੰਮ ਕਰਦੇ, ਉਹਨਾਂ ਡਾਕਟਰਾਂ ਦੀ ਸਥਿਤੀ ਵੀ ਸਾਨੂੰ ਦੇਖਣੀ ਚਾਹੀਦੀ ਹੈ ਜੀ, ਕਿ ਉਹ ਕਿੰਨੇ ਭਿਆਨਕ ਹਾਲਾਤਾਂ ਦੇ ਵਿੱਚ ਕੰਮ ਕਰਦੇ ਹੈ ਜੀ। ਆਪਾਂ ਕੱਲ ਵੀ ਗੱਲ ਕੀਤੀ ਸੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਹੋਣੀ ਜਿਸ ਘਰ ਦੇ ਵਿੱਚ ਚੰਡੀਗੜ੍ਹ ਕੀਰਤਨ ਕਰਨ ਵਾਸਤੇ ਗਏ ਸੀ, ਉਸ ਘਰ ਦਾ ਜਿਹੜਾ ਹੈਗਾ ਪਿਛੋਕੜ ਬਠਿੰਡੇ ਨਾਲ ਸੰਬੰਧਿਤ ਹੈ, ਚੰਡੀਗੜ੍ਹ ਤੋਂ ਜੀ। ਔਰ ਬਠਿੰਡੇ ਦੇ ਉਸ ਪਿੰਡ ਦੇ ਲੋਕ ਵੀ ਉਹਨਾਂ ਦੇ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਸੀ ਜੀ। ਇਨਫੋਰਮੇਸ਼ਨ ਆ ਗਈ, ਪ੍ਰੈਸ ਵਾਲਿਆਂ ਕੋਲ ਇਨਫੋਰਮੇਸ਼ਨ ਆ ਗਈ। ਮੇਰੀ ਮੌਜੂਦਗੀ ਦੇ ਵਿੱਚ ਕੱਲ ਇੱਕ ਪੱਤਰਕਾਰ ਨੇ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਫੋਨ ਕੀਤਾ, ਜੀ ਇੱਥੇ ਤੁਸੀਂ ਆ ਦੇਖੋ। ਔਰ ਕੁਛ ਹੀ ਸਮੇਂ ਦੇ ਵਿੱਚ ਉਸ ਪਿੰਡ ਦੇ ਵਿੱਚ ਉਹਨਾਂ ਦੀ ਕੁਇਕ ਐਕਸ਼ਨ ਟੀਮ ਗਈ। ਉਸ ਟੀਮ ਨੇ ਜਾ ਕੇ ਉਹਨਾਂ ਸਾਰੇ ਬੰਦਿਆਂ ਨੂੰ ਜਿਹੜਾ ਹੈ ਅਲੱਗ ਥਲੱਗ ਕੀਤਾ ਕਿ ਭਾਈ ਘਰਾਂ 'ਚ ਹੀ ਰਹਿਣਾ, ਤੁਸੀਂ ਬਾਹਰ ਨਹੀਂ ਜਾਣਾ ਜੀ। ਉਹਨਾਂ ਨੂੰ ਵਿਚਾਰਿਆਂ ਨੂੰ ਕੀ ਲੋੜ ਸੀ ਉੱਥੇ ਜਾਣ ਦੀ। ਇੰਦੌਰ ਦੇ ਵਿੱਚ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੰਦੌਰ ਦੇ ਵਿੱਚ ਕਿਉਂਕਿ ਜਿਹੜੀ ਨਿਜ਼ਾਮੂਦੀਨ ਉਹ ਦਰਗਾਹ ਦੇ ਵਿੱਚ ਜੋ ਕੁਛ ਹੋਇਆ ਵਾ, ਮਸਜਿਦ ਦੇ ਵਿੱਚ ਜੋ ਕੁਛ ਹੋਇਆ ਵਾ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉੱਥੋਂ ਇਹ ਪਤਾ ਲੱਗਿਆ ਕਿ ਲੋਕ ਕੋਰੋਨਾ ਦੇ ਵਾਇਰਸ ਤੋਂ ਪੀੜਿਤ ਹੈ। ਔਰ ਇੰਦੌਰ ਦੇ ਲੋਕ ਵੀ ਸੀ,
ਉਹ ਜਿਹੜੀ ਹੈਗੀ ਡਾਕਟਰਾਂ ਦੀ ਟੀਮ ਜਿਹਦੇ ਵਿੱਚ ਕੁੜੀਆਂ, ਨੌਜਵਾਨ ਕੁੜੀਆਂ ਡਾਕਟਰ ਹੈ ਜੀ, ਉਹ ਵਿਚਾਰੀਆਂ ਜਾਂਦੀਆਂ ਉੱਥੇ ਜਾ ਕੇ ਗੱਲ ਕਰਦੇ ਤੇ ਉਹਨਾਂ ਨੂੰ ਅੱਗੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਵਿਰੋਧ ਇੰਨਾ ਭਿਆਨਕ ਹੋ ਜਾਂਦਾ ਹੈ ਕਿ ਉਹਨਾਂ ਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ, ਹਮਲਾ ਹੁੰਦਾ ਹੈ, ਉਹ ਭੱਜ ਕੇ ਆਪਣੀ ਜਾਨ ਬਚਾਉਂਦੇ ਜੀ। ਬਾਅਦ ਦੇ ਵਿੱਚ ਪੁਲਿਸ ਆਉਂਦੀ ਹੈ, ਸਾਰਾ ਕੁਝ ਹੁੰਦਾ, ਚਲੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਉੱਪਰ ਫਿਰ NSA ਨੈਸ਼ਨਲ ਸਿਕਿਉਰਿਟੀ ਐਕਟ ਵੀ ਲਾਤਾ ਔਰ ਸਰਕਾਰ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਬਖਸ਼ਾਂਗੇ ਨਹੀਂ ਜੀ। ਅੱਜ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਖਬਰ ਆਈ ਹੈ, ਉਹਨਾਂ ਨੇ ਜਿਹੜੀ ਕੱਲ੍ਹ ਮੁੱਖ ਮੰਤਰੀਆਂ ਦੀ ਗੱਲ ਨਾਲ ਗੱਲ ਕੀਤੀ ਸੀ ਜੀ, ਉਹਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਜੋ ਲੋਕ ਲਾਕ ਆਊਟ ਦੇ ਰਾਹ ਦੇ ਵਿੱਚ ਅੜਿੱਕਾ ਪਾਉਂਦੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਓ, ਲੇਕਿਨ ਜੇ ਵਰਦੀਧਾਰੀ ਲੋਕ ਸਖਤੀ ਨਾਲ ਪੇਸ਼ ਆਉਂਦੇ ਆ, ਲੋਕਾਂ ਨੂੰ ਤੰਗ ਕਰਦੇ ਆ, ਨਜਾਇਜ਼ ਕਰਦੇ ਆ ਉਹਨਾਂ ਦੇ ਧੱਕਾ, ਤਾਂ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਜੀ। ਸੋ ਮੇਰੀ ਤਾਂ ਬੇਨਤੀ ਇੰਨੀ ਕਹਿ ਕਿ ਜਿਨ੍ਹਾਂ ਕੁੜੀਆਂ ਦੇ ਉੱਤੇ, ਜਿਨ੍ਹਾਂ ਡਾਕਟਰਾਂ ਦੇ ਉੱਤੇ, ਮੈਡੀਕਲ ਸਟਾਫ ਦੇ ਉੱਤੇ ਹਮਲਾ ਹੋਇਆ ਸੀ, ਕੁਛ ਹੀ ਘੰਟਿਆਂ ਬਾਅਦ ਉਹ ਦੁਬਾਰਾ ਫਿਰ ਆਪਣੀ ਡਿਊਟੀ ਤੇ ਚਲੇ ਗਏ ਔਰ ਉਸੇ ਖੇਤਰ ਜਾ ਕੇ ਸੇਵਾ ਫਿਰ ਕਰਨ ਲੱਗ ਪਏ। ਘੱਟੋ ਘੱਟ ਜਿਹੜੇ ਸਾਡੇ ਭਾਰਤ ਦੇ ਜਿਹੜੇ ਹੈਗੇ ਸਾਡੇ ਨਾਗਰਿਕ ਹੈ, ਭਾਰਤ ਦੇ ਨਾਗਰਿਕਾਂ ਨੂੰ ਚਾਹੀਦਾ ਕਿ ਉਹ ਡਾਕਟਰ ਹੈ, ਚਾਹੇ ਉਹ ਕਿਸੇ ਦੇ ਬੱਚੇ ਵੀ ਹੈ, ਕਿਸੇ ਦੇ ਮਾਂ-ਬਾਪ ਵੀ ਹੈ, ਉਹਨਾਂ ਦੇ ਨਾਲ ਇੱਕ ਇਨਸਾਨ ਦੇ ਤੌਰ ਦੇ ਉੱਤੇ ਬਿਹੇਵ ਕਰੋ, ਕਿਉਂਕਿ ਉਹ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਤੁਹਾਨੂੰ ਬਚਾਉਣ ਵਾਸਤੇ ਆਈ ਹੈ। ਅੰਕੜੇ ਇਹ ਦੱਸਦੇ ਜੀ ਹੁਣ ਤੱਕ ਜਿਹੜੇ ਡਾਕਟਰ ਇਹ ਤੋਂ ਪੀੜਤ ਹੋਏ ਹੈ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਹੈਗੀ 53 ਡਾਕਟਰ, ਮੈਡੀਕਲ ਸਟਾਫ ਹੈ ਜਿਹੜਾ 53 ਨੂੰ ਕਰੋਨਾ ਦਾ ਜਿਹੜਾ ਹੈਗਾ ਇਨਫੈਕਸ਼ਨ ਹੋ ਗਈ ਹੈ ਔਰ ਉਹਨਾਂ ਚੋਂ 9 ਡਾਕਟਰ ਦਿੱਲੀ ਚੋਂ ਹੈ, ਜਿਹੜੀ ਦੇਸ਼ ਦੀ ਰਾਜਧਾਨੀ ਉੱਥੋਂ ਵੀ। ਉਹ ਤਾਂ ਵਿਚਾਰੇ ਸਾਨੂੰ ਬਚਾਉਂਦੇ ਆਪ ਬਿਮਾਰੀਆਂ ਸਹੇੜਦੇ ਤੇ ਅਸੀਂ ਲੋਕਾਂ ਨੂੰ ਕੁੱਟਦੇ ਹਾਂ। ਮੇਰਾ ਕਹਿੰਦਾ ਜੀ ਸਰਕਾਰ ਨੇ ਵਧੀਆ ਕੀਤਾ, ਵਾਕਈ ਇਹਨਾਂ ਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਚਾਹੀਦਾ ਸੀ, ਉਹ ਲੱਗ ਗਿਆ ਜੀ। ਬਿਲਕੁਲ ਜੀ, ਧੰਨਵਾਦ ਆ। ਤੇ ਮੈਂ ਵੀ ਬੇਨਤੀ ਕਰੂੰਗਾ, ਵੀਰ ਦੀ ਕਾਲ ਆਈ ਸੀ, ਕਹਿੰਦੇ ਕੋਈ ਪਾਕਿਸਤਾਨ ਤੋਂ 에ਅਰਲਾਈਨ ਆਈ ਹੈ ਜੀ ਤੇ ਉਹਨਾਂ ਨੂੰ ਸਿੱਧੇ ਘਰਾਂ ਦੇ ਵਿੱਚ ਭੇਜ ਦਿੱਤਾ ਜੀ। ਹਰਜਿੰਦਰ ਸਿੰਘ ਧਨੋਵਾ ਸੁਣਦੇ ਹੋਣ ਜੇ ਇਹਦੇ ਬਾਰੇ ਕੋਈ ਜਾਣਕਾਰੀ ਆ ਤੇ ਸਾਡੇ ਨਾਲ ਕਾਲ ਕਰਕੇ ਦੱਸ ਸਕਦੇ ਆ। ਆਪਾਂ ਕਾਲ ਲੈਨੇ ਆ ਜੀ। ਹਾਂਜੀ 99 ਸਵਾਗਤ ਹੈ ਵੀਰ ਜੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ, ਦਮਨਵੀਰ ਬੋਲ ਰਿਹਾ ਸੀ ਜੀ। ਸਵਾਗਤ ਹੈ ਵੀਰ ਜੀ। ਹਾਂਜੀ ਢਿੱਲੋਂ ਨੂੰ ਸਵਾਲ ਸੀਗਾ ਇੱਕ ਜੀ, ਜਿਵੇਂ ਹੁਣ ਆਪਣਾ ਵਾਢੀ ਦਾ ਟਾਈਮ ਸ਼ੁਰੂ ਹੋਣ ਵਾਲਾ ਹੈਗਾ ਤੇ ਸਰਕਾਰ ਵੱਲੋਂ ਕੋਈ ਨਿਯਮ ਤਿਆਰ ਕੀਤੇ ਗਏ ਆ ਉਹਨਾਂ ਲੋਕਾਂ ਲਈ ਵੀ ਰੋਕਿਆ ਤਾਂ ਨਹੀਂ ਜਾਊਗਾ, ਤੇ ਬਾਕੀ ਜਿਹੜਾ ਮੰਡੀਆਂ ਦੇ ਵਿੱਚ ਜਦੋਂ ਫਸਲ ਸਿੱਟਣੀ ਹੈ ਤੇ ਉਦੋਂ ਬਾਅਦ ਪੈਸੇ ਤਾਂ ਨਹੀਂ ਰੁਕਣਗੇ, ਇਹਦੇ ਬਾਰੇ ਨਿੱਕਾ ਸਵਾਲ ਸੀ। ਥੈਂਕ ਯੂ ਵੀਰ ਜੀ। ਜੀ ਢਿੱਲੋਂ ਸਾਹਿਬ ਬਹੁਤ ਵਧੀਆ ਕੁਐਸਚਨ ਕੀਤਾ ਵੀਰ ਜੀ, ਤੁਹਾਡਾ ਧੰਨਵਾਦ। ਅਸਲ ਦੇ ਵਿੱਚ ਕੱਲ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਵੀਡੀਓ ਕਾਨਫਰੰਸਿੰਗ ਹੋਈ ਹੈ, ਉਹਦੇ ਵਿੱਚ ਸਾਡਾ ਪੰਜਾਬ ਦੇ ਮੁੱਖ ਮੰਤਰੀ ਨੇ ਭਾਗ ਨਹੀਂ ਸੀ ਲਿਆ ਜੀ। ਉਹ ਇਸ ਕਰਕੇ ਭਾਗ ਨਹੀਂ ਸੀ ਲਿਆ ਕਿਉਂਕਿ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਰਹੀ ਸੀ। ਲੇਕਿਨ ਸਾਡੇ ਚੀਫ ਸੈਕਟਰੀ ਤੇ DGP ਗਏ ਸੀ। ਚੀਫ ਸੈਕਟਰੀ ਮਿਸਟਰ ਕਰਨ ਅਵਤਾਰ ਸਿੰਘ ਨੇ ਇਹ ਧਿਆਨ ਦਵਾਇਆ ਸਰਕਾਰ ਦਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਕਣਕ ਦੀ ਫਸਲ ਆਉਣ ਵਾਲੀ ਹੈ, ਇਹਦੇ ਨਾਲ ਬਹੁਤ ਵੱਡਾ ਸੰਕਟ ਖੜਾ ਹੋਣਾ ਤੇ ਸਾਨੂੰ ਛੇਤੀ ਮਦਦ ਦਿਓ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਜੀ ਕਣਕ ਦੀ ਫਸਲ ਚੁਕਵਾਈ ਜਾਵੇ, ਕਿਸੇ ਕਿਸਮ ਦਾ ਇੱਕਾ ਨਾ ਆਵੇ। ਪਰ ਬਦਕਿਸਮਤੀ ਇਹ ਹੈ ਕਿ ਕਣਕ ਦੀ ਖਰੀਦ ਵਾਸਤੇ ਜਿਹੜਾ ਪੈਸਾ ਹੁਣ ਤੱਕ ਜਾਰੀ ਕਰ ਦੇਣਾ ਚਾਹੀਦਾ ਸੀ ਭਾਰਤ ਸਰਕਾਰ ਨੇ ਉਹ ਨਹੀਂ ਕੀਤਾ ਜੀ। ਅੱਜ ਫਿਰ ਅਖਬਾਰਾਂ 'ਚ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਫਿਰ ਚਿੱਠੀ ਲਿਖੀ ਹੈ ਸਾਡੀ ਜਿਹੜੀ ਵਿੱਤ ਮੰਤਰੀ ਹੈ ਮੈਡਮ ਨਿਰਮਲਾ ਸੀਤਾਰਮਨ, ਉਹਨਾਂ ਨੂੰ ਕਿਹਾ ਕਿ ਮੈਡਮ ਜੀ ਕਿਰਪਾ ਕਰਕੇ ਜਲਦੀ ਤੋਂ ਜਲਦੀ CCL ਜਿਹਨੂੰ ਅਸੀਂ ਕੈਸ਼ ਕ੍ਰੈਡਿਟ ਲਿਮਿਟ ਕਹਿ ਦਿੰਦੇ ਹਾਂ, ਉਹ ਕਾਫੀ ਸਾਰੀ ਬਣਦੀ ਹੈ, ਉਹ ਪੈਸਾ ਜਾਰੀ ਕਰੋ। ਕਿਉਂਕਿ ਮੈਂ ਇੱਥੇ ਜਿਹੜਾ ਸਪਸ਼ਟ ਕਰ ਦੇਵਾਂ ਕਿ ਜਿਹੜਾ ਪੰਜਾਬ ਦੇ ਵਿੱਚ ਕਣਕ ਹੈ ਚਾਹੇ ਚੌਲ ਹੈ, ਇਹਦੀ ਜਿਹੜੀ ਖਰੀਦ ਹੁੰਦੀ ਹੈ ਉਹ ਏਜੰਸੀਆਂ ਰਾਹੀਂ ਜਿਹੜੀ ਹੁੰਦੀ ਹੈ ਉਹ ਸਰਕਾਰੀ ਖਰੀਦ ਹੁੰਦੀ ਹੈ, ਉਹ ਖਰੀਦ ਕਰਦੀ ਪੰਜਾਬ ਸਰਕਾਰ ਹੈ, ਲੇਕਿਨ ਭਾਰਤ ਸਰਕਾਰ ਵਾਸਤੇ ਕੀਤੀ ਜਾਂਦੀ ਹੈ ਜੀ। ਸੋ ਉਹਦਾ ਪਹਿਲਾਂ ਅਤੀਤ ਵਿੱਚ ਵੀ ਪਿੱਛੇ ਵੀ ਭਾਰਤ ਸਰਕਾਰ ਹੀ ਪੈਸੇ ਦਾ ਪ੍ਰਬੰਧ ਕਰਨ ਵੀ ਆਈ ਹੈ ਤੇ ਹੁਣ ਵੀ ਭਾਰਤ ਸਰਕਾਰ ਨੇ ਪੈਸੇ ਦਾ ਪ੍ਰਬੰਧ ਕਰਨਾ ਹੈ ਕਿਉਂਕਿ 15 ਅਪ੍ਰੈਲ ਤਾਂ ਆ ਗਈ, 15 ਅਪ੍ਰੈਲ ਨੂੰ ਵਾਢੀ ਸ਼ੁਰੂ ਹੋ ਜਾਣੀ ਹੈ ਜੀ ਤੇ ਅੰਬਾਰ ਲੱਗ ਜਾਣਗੇ ਮੰਡੀਆਂ ਦੇ ਵਿੱਚ। ਜਿੱਥੋਂ ਤੱਕ ਕਿ ਕਿਸਾਨਾਂ ਨੂੰ ਕਰਫਿਊ ਦਾ ਜਾਂ ਲਾਕਡਾਊਨ ਦਾ ਕੋਈ ਅਸਰ ਪਊਗਾ, ਇਹ ਪੰਜਾਬ ਦੀ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਸੰਭਾਲਣ ਦੀ ਪੂਰੀ ਖੁੱਲ੍ਹ ਹੈ, ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ ਲੱਗਦੀ, ਪਾਬੰਦੀ ਨਹੀਂ ਲੱਗਦੀ। ਪਿੰਡ ਦਾ ਸਰਪੰਚ ਹੀ ਪਰਮਿਟ ਦੇ ਸਕਦਾ ਜੀ, ਆਪਣੇ ਖੇਤ ਜਾਂਦੇ ਹੈ। ਅਗਰ ਪੁਲਿਸ ਵਾਲੇ ਉਹਨਾਂ ਨੂੰ ਰੋਕਦੇ ਆ ਤੇ ਪੁਲਿਸ ਵਾਲਿਆਂ ਨੂੰ ਇਹ ਕਹਿ ਸਕਦੇ ਆ ਜੀ ਆਹ ਸਾਡੇ ਕੋਲੇ ਸਾਡਾ ਸਰਪੰਚ ਦਾ ਦਿੱਤਾ ਹੋਇਆ ਸਰਟੀਫਿਕੇਟ ਹੈ, ਉਹਨਾਂ ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ। ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਉਹ ਹੈ ਕਿ ਜਿੰਨੀ ਤੱਕ CCL ਦਾ ਪੈਸਾ ਜਾਰੀ ਨਹੀਂ ਹੁੰਦਾ ਉਨੀ ਦੇਰ ਤੱਕ ਗੱਲ ਕਲੀਅਰ ਨਹੀਂ ਹੁੰਦੀ ਜੀ। ਧੰਨਵਾਦ ਜੀ। ਹਾਂਜੀ ਹਰਜਿੰਦਰ ਸਿੰਘ ਜੀ, ਤੁਸੀਂ ਜੁੜ ਚੁੱਕੇ ਹੋ ਔਨ ਦੀ ਏਅਰ। ਹਾਂਜੀ ਕੋਈ ਹੈ ਅਪਡੇਟ ਜੀ ਤੁਹਾਡੇ ਕੋਲ 에ਅਰਲਾਈਨ ਦੀ?
ਹਾਂਜੀ ਚੰਦੀ ਸਾਹਿਬ, ਉੱਥੋਂ ਆਪਣੇ ਲਾਹੌਰ ਤੇ ਕਰਾਚੀ ਤੋਂ ਫਲਾਈਟ ਆਈ ਸੀਗੀ, ਜਿਹੜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਇੰਡੀਆ ਦੀ ਪ੍ਰਾਈਸ ਇਹਨਾਂ ਨੇ ਕੋਈ 2970 ਦੇ ਕਰੀਬ ਸੀਗੀ, ਤੇ ਇੱਥੋਂ ਜਿਹੜੀ ਆ ਪਾਕਿਸਤਾਨ ਦੀ ਫਲਾਈਟ ਇੱਥੇ ਆਈ ਆ ਹਾਂਜੀ ਕਰਾਚੀ ਤੋਂ ਲਾਹੌਰ ਤੋਂ, ਉਹਦੀ $2700 ਉਹਦੀ ਟਿਕਟ ਆ। ਤੇ ਇੱਥੇ ਜਦੋਂ ਫਲਾਈਟ ਆਈ ਆ, ਕਿਉਂਕਿ ਕੋਈ ਆਫਸ਼ਲੀ ਤਾਂ ਇਹਨਾਂ ਨੇ ਕੋਈ ਦੱਸਿਆ ਨਹੀਂ, ਨਾ ਇਹ ਦੱਸਣਗੇ ਜੀ ਇਹ ਕੀ ਕਰਦੇ ਆ। ਬਾਕੀ ਜਿੱਦਾਂ ਆਮ ਲੋਕ ਆਉਂਦੇ ਆ ਉਹਨਾਂ ਤੋਂ ਵੀ ਪਤਾ ਲੱਗਾ ਆ ਕਿ ਇਹ ਜਿਵੇਂ ਆਮ ਆਉਂਦੇ ਆ ਜੀ ਫਾਰਮ ਭਰਾਉਂਦੇ ਆ, ਕਿੰਨਾ ਚਿਰ ਰਹੇ ਆ, ਉਹ ਜਾਣਕਾਰੀ ਉਹਨਾਂ ਤੋਂ ਲੈਂਦੇ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ, ਉਹ ਸਾਰਾ ਲਿਖ ਕੇ ਤੇ ਜਾਣ ਲੱਗੇ ਬਸ ਇਹੀ ਕਹਿ ਦਿੰਦੇ ਆ ਵੀ ਤੁਸੀਂ 14 ਦਿਨ ਆਪਣੇ ਆਪ ਨੂੰ ਕੁਆਰੰਟੀਨ ਰੱਖਣਾ, ਬਾਹਰ ਨਹੀਂ ਜਾਣਾ, ਜਿਵੇਂ ਆਮ ਆਪਾਂ ਇਹ ਅਪੀਲ ਕਰਦੇ ਆ ਚੰਦੀ ਸਾਹਿਬ। ਇਹੀ ਜਿਹੜੀ ਖਬਰ ਆ ਆਪਣੇ ਕੋਲ ਹੁਣ ਤੱਕ ਹੈਗੀ ਆ ਜੀ ਇਹ, ਤੇ ਇਸ ਤੋਂ ਵੱਧ ਤਾਂ ਕੋਈ ਨਹੀਂ। ਜਿਸ ਤਰ੍ਹਾਂ ਹੁਣ ਗਾਂਹ ਤੋਂ ਗਾਂਹ ਲੋਕ ਆਉਣਗੇ, ਮਿਲਣਗੇ, ਪਤਾ ਲੱਗੂ, ਇੱਕ ਦੂਜੇ ਫਰੈਂਡਾਂ ਤੋਂ ਪਤਾ ਲੱਗੂਗਾ, ਉਹ ਆਪਾਂ ਜਾਣਕਾਰੀ ਲੋਕਾਂ ਨੂੰ ਫਿਰ ਆਪਾਂ ਮੰਡੇ ਵਾਲੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਸੋ ਫਾਰ ਤਾਂ ਇਹੀ ਹੈ ਜੀ, ਜਿਵੇਂ ਆਮ ਫਲਾਈਟ ਆਉਂਦੀ ਆ, ਆਮ ਸਵਾਲ ਜਵਾਬ ਪੁੱਛ ਕੇ ਸਿੱਖ ਆ ਨਹੀਂ ਆ, ਕਿੰਨਾ ਚਿਰ ਰਹੇ ਆ ਜਾਂ ਕਿਵੇਂ ਆ, ਉਹੀ ਪੁੱਛ ਕੇ ਤਾਂ ਉਹਨਾਂ ਨੂੰ ਘਰਾਂ ਨੂੰ ਜਾਣ ਦਿੰਦੇ ਆ, ਤੇ ਇਹੀ ਕਹਿੰਦੇ ਆ ਵੀ 14 ਦਿਨ ਬਾਹਰ ਨਹੀਂ ਜਾਣਾ, ਘਰੇ ਰਹਿਣਾ ਜੀ। ਜੀ ਧੰਨਵਾਦ ਜੀ, ਧੰਨਵਾਦ। ਹਾਂਜੀ 7621 ਸਵਾਗਤ ਹੈ ਜੀ। ਹਾਂ ਚੰਨੀ ਸਾਹਿਬ ਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ। ਅੱਛਾ ਢਿੱਲੋਂ ਸਾਹਿਬ ਇੱਕ ਤੁਹਾਨੂੰ ਪੁੱਛਣਾ ਸੀ ਕੁਐਸਚਨ, ਜਿਹੜਾ ਇਹ ਚਲੋ ਸੇਵਾ ਕਰ ਰਿਹਾ, ਘਰਾਂ ਤੇ ਖਾਣਾ ਪਹੁੰਚਾ ਰਿਹਾ, ਤੇ ਜਿਹੜਾ 100 ਬੰਦਾ ਇਕੱਠਾ ਕਰਕੇ ਤੇ ਫੋਟੋਆਂ ਖਿਚਾ ਕੇ ਤੇ ਰਸ਼ ਇੰਨਾ ਮਾਰਿਆ ਹੋਇਆ, ਕੀ ਇਹ ਠੀਕ ਹੈ? ਜੀ ਬਿਲਕੁਲ ਗਲਤ ਹੈ ਜੀ, ਬਿਲਕੁਲ ਗਲਤ ਹੈ, 100% ਗਲਤ ਹੈ, ਕਿਉਂਕਿ ਉਹਨਾਂ ਨੂੰ ਜਿਹੜੇ ਲੋੜਵੰਦ ਹੈ ਉਹਨਾਂ ਦਾ ਮਜ਼ਾਕ ਉੱਡਦਾ, ਔਰ ਇਹ ਲੋਕ ਆਪਣੀ ਆਭਾ ਚਮਕਾਉਣ ਵਾਸਤੇ, ਆਪਣੀ ਬੱਲੇ ਬੱਲੇ ਕਰਵਾਉਣ ਵਾਸਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਪਾਉਂਦੇ ਆ, ਅਖਬਾਰਾਂ 'ਚ ਟੈਲੀਵਿਜ਼ਨ 'ਚ ਤਸਵੀਰਾਂ ਲਾਉਂਦੇ ਆ। ਬਦਕਿਸਮਤੀ ਸਾਡੇ ਭਾਰਤ ਦੀ ਹੈ ਕਿ ਭਾਰਤ ਦੇ ਵਿੱਚ ਕੁਝ ਪੱਤਰਕਾਰ ਵੀ ਅਜਿਹੇ ਹੈ ਜਿਹੜੇ ਜਦੋਂ ਇਹੋ ਜਿਹਾ ਕੁਛ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਨਾਲ ਦੀ ਨਾਲ ਆਪਣੇ ਕੈਮਰੇ ਲੈ ਕੇ ਚਲੇ ਜਾਂਦੇ ਆ, ਲਓ ਜੀ ਅਸੀਂ ਸੋਸ਼ਲ ਮੀਡੀਆ ਤੇ ਵੀ ਪਾ ਦਿੰਦੇ ਹਾਂ ਔਰ ਆਪਣੇ ਅਦਾਰੇ ਵਾਸਤੇ ਵੀ ਪਾ ਦਿੰਦੇ। ਉਹਨਾਂ ਨੂੰ ਵੀ ਇਹਦੇ ਬਾਰੇ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਇਹ ਇੱਕ ਸੰਕਟ ਹੈ, ਦੁਨੀਆ ਦੇ ਉੱਤੇ ਸੰਕਟ ਹੈ। ਸੰਕਟ ਦੇ ਵਿੱਚ ਹਰ ਇੱਕ ਬੰਦੇ ਦੀ ਆਪੋ ਆਪਣੀ ਭੂਮਿਕਾ ਹੈ, ਆਪਾਂ ਉਸਾਰੂ ਭੂਮਿਕਾ ਨਿਭਾਈਏ, ਅਸੀਂ ਕਿਸੇ ਦਾ ਟੂਲ ਨਾ ਬਣੀਏ, ਕਿਸੇ ਦੇ ਮਦਦਗਾਰ ਨਾ ਬਣੀਏ। ਜਿਹੜੀ ਮਦਦ ਕਿਸੇ ਦੀ ਆਭਾ ਚਮਕਾਉਂਦੀ ਹੋਵੇ, ਮਦਦਗਾਰ ਜੇ ਸਾਨੂੰ ਬਣਨਾ ਹੈ ਤਾਂ ਉਹਨਾਂ ਦੇ ਬਣੀਏ ਅਸੀਂ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਲੋੜ ਦੀ ਪੂਰਤੀ ਹੋਵੇ ਜੀ। ਬਿਲਕੁਲ ਜੀ, ਇਹ ਪ੍ਰੋਗਰਾਮ ਜਿਹੜਾ PTN 24 ਤੇ ਸਵੇਰੇ 9:30 ਤੋਂ 11 ਵਜੇ ਤੱਕ, ਭਾਰਤੀ ਸਮੇਂ ਅਨੁਸਾਰ 7 ਵਜੇ, ਵੈਨਕੂਵਰ ਤੇ ਕੈਲੀਫੋਰਨੀਆ ਤੇ 6:30 ਵਜੇ ਸਟਾਰਟ ਹੋ ਜਾਂਦਾ ਜੀ। ਤੁਸੀਂ ਇਸ ਨੂੰ PTN 24 ਦੇ TV ਤੇ ਐਪ ਤੇ 1690 AM ਰੇਡੀਓ ਤੇ ਵੀ ਤੇ ਸੁਣਦੇ ਹੋ, ਤੇ ਨਾਲ ਹੀ ਸ਼ਾਮ ਨੂੰ ਰਿਪੀਟ ਵੀ ਕੀਤਾ ਜਾਂਦਾ। ਜਿਹੜਾ PTN 24 TV ਚੈਨਲ ਆ, ਇਹਦੇ ਤੇ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਜਿਹੜਾ ਰੈਕਸਟੇਲ ਵੀ ਕਹਿੰਦੇ ਗੁਰਦੁਆਰੇ ਤੋਂ ਸਵੇਰੇ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਬਾਣੀ ਦਾ ਪ੍ਰਵਾਹ ਚੱਲਦਾ ਜੀ। ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਨੰਦ ਮਾਣ ਸਕਦੇ ਹੋ। ਸਵੇਰੇ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਬਾਣੀ ਦੇਖ ਸਕਦੇ ਹੋ, ਕਥਾ ਕੀਰਤਨ ਢਾਡੀ ਵਾਰਾਂ, ਤੇ ਸ਼ਾਮ ਨੂੰ 4:30 ਵਜੇ ਤੋਂ ਲੈ ਕੇ 7:30 ਵਜੇ ਤੱਕ ਵੀ ਗੁਰਬਾਣੀ ਚੱਲਦੀ ਜੀ ਗੁਰਦੁਆਰਾ ਰੈਕਸਟੇਲ ਸਿੱਖ ਸਪਿਰਿਚੁਅਲ ਸੈਂਟਰ ਤੋਂ। ਨਾਲ ਹੀ ਨਿਊਜ਼, ਨਾਰਥ ਅਮਰੀਕਾ ਬੁਲੇਟਿਨ ਤੇ ਸਾਰੇ ਸ਼ੋਅ ਚੱਲਦੇ ਨੇ। ਸ਼ਾਮ ਨੂੰ 8:30 ਵਜੇ ਬਲਵਿੰਦਰ ਸਿੰਘ ਪੱਖੋ ਕੇ ਹੁਣੀ ਪ੍ਰੋਗਰਾਮ ਲੈ ਕੇ ਆਉਂਦੇ ਨੇ, ਸੰਘਰਸ਼ ਦਾ ਸੱਚ। ਜਿਹੜੇ ਪਰਿਵਾਰ ਸ਼ਹੀਦ ਹੋਏ ਸੀਗੇ ਇਸ ਸੰਘਰਸ਼ ਦੇ ਵਿੱਚ, ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਪਾਕਿਸਤਾਨ ਤੋਂ ਵਿਛੜ ਕੇ ਆਏ ਹੋਏ ਪਰਿਵਾਰ, ਜਦੋਂ 2 ਪੰਜਾਬ ਵੰਡੇ ਗਏ ਸੀਗੇ, ਲੱਖਾਂ ਦੇ ਹਿਸਾਬ ਨਾਲ ਜਿਹੜੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ। ਪੰਜਾਬ ਨੂੰ 2 ਸੈਂਟਰ ਦੇ ਵਿੱਚੋਂ ਚੀਰ ਕੇ ਰੱਖ ਦਿੱਤਾ ਸੀਗਾ ਸ਼ੈਤਾਨੀ ਗੋਰੇ ਕੌਮ ਨੇ। ਜਿਹੜੇ 2 ਦੇਸ਼ ਬਣਾ ਦਿੱਤੇ ਸੀਗੇ, 2 ਪੰਜਾਬ ਬਣੇ ਆ ਜੀ ਦੇਸ਼, ਤੇ ਭਾਰਤ ਤੇ ਪਾਕਿਸਤਾਨ ਬਣਿਆ, ਪਰ ਵੰਡੇ ਗਏ 2 ਪੰਜਾਬ। ਉਹ ਸਾਰੇ ਪ੍ਰੋਗਰਾਮ ਲੈ ਕੇ ਆਉਂਦੇ ਨੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੀਆਂ ਨੇ, ਕਿਸ ਤਰ੍ਹਾਂ ਉਹਨਾਂ ਨੇ ਦੁਖਾਂਤ ਜਿਹੜੇ ਆਪਣੇ ਸਰੀਰ ਤੇ ਹੰਢਾਏ ਆ। ਆਪਣੇ ਨਾਲ ਕਾਲਰ ਜੁੜਿਆ ਜੀ, ਕਾਲ ਵੀ ਲੈ ਲਈ। ਹਾਂਜੀ 46 ਦਾ ਸਵਾਗਤ ਹੈ ਵੀਰ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੱਲ ਭਾਜੀ ਹੁਣੀ ਆਏ ਸੀ ਜਿਹੜੇ ਪਖਵਾੜੇ ਹਨ, ਉਹ ਦੱਸ ਕੇ ਗਏ ਸੀ ਹਨਾ, ਕਿਉਂਕਿ ਸਾਡੇ ਇੱਥੇ ਇੱਕ ਚੈਨਲ ਆ ਜੀ ਟੋਰਾਂਟੋ ਚੱਲਦਾ, ਉਹ ਇਹਨਾਂ ਦੀਆਂ ਪੁਰਾਣੀਆਂ ਰਿਕਾਰਡਿੰਗਾਂ ਦਿਖਾ ਰਹੇ ਆ ਬਹੁਤ ਜ਼ਿਆਦਾ, ਤੇ ਇਦਾਂ ਬਾਇਲਾ ਦਿਖਾ ਸਕਦੇ ਆ, ਕਿਉਂਕਿ ਉਸ ਵੇਲੇ ਦਾੜੀ ਕਾਲੀ ਕਰਦੇ ਹੁੰਦੇ ਸੀ, ਉਹਨਾਂ ਨਾਲ ਕੰਮ ਕਰਦੇ ਸੀ ਹਨਾ। ਜੀ ਜੀ। ਹੁਣ ਤਾਂ ਇਹਨਾਂ ਨੇ ਛੱਡਤੀ ਦਾੜੀ ਕਾਲੀ ਕਰਨੀ ਜਿੱਦਾਂ ਹਨਾ। ਬਿਲਕੁਲ। ਇਹਨਾਂ ਨੂੰ ਮੈਂ ਬਹੁਤ ਪੁਰਾਣੇ ਲੰਮੇ ਟਾਈਮ ਤੋਂ ਜਿੱਦਾਂ ਫੋਲੋ ਕਰਦਾ ਨਾ, ਇਹਨਾਂ ਦੀ ਹਰ ਵੀਡੀਓ ਦੇਖਦਾ ਜੀ। ਆਪਾਂ ਉਹਨਾਂ ਨੂੰ ਸ਼ਾਇਦ ਮੰਡੇ ਨੂੰ ਲਿਆਵਾਂਗੇ ਜੀ ਦੁਬਾਰਾ, ਕਿਉਂਕਿ ਕੱਲ ਸਮਾਂ ਥੋੜਾ ਸੀਗਾ ਤੇ 2 ਵਾਰੀ ਉਹਨਾਂ ਫੋਨ ਨਹੀਂ ਚੱਕਿਆ, ਲੇਟ ਜੁੜੇ। ਆਪਾਂ ਮੰਡੇ ਨੂੰ ਦੁਬਾਰਾ ਲਿਆ ਕੇ ਪ੍ਰੋਪਰ ਗੱਲਬਾਤ ਕਰਾਂਗੇ। ਉਹਨਾਂ ਨੇ ਕਿਹਾ ਸੀ, ਸ਼ਾਇਦ ਧੰਨਵਾਦ ਕੀਤਾ ਸੀਗਾ, ਕਹਿੰਦੇ ਉਸ ਚੈਨਲ ਤੇ 4 ਸਾਲ ਉਹਨਾਂ ਨੇ ਕੰਮ ਕੀਤਾ ਤੇ 50,000 ਰੁਪਈਆ ਸੰਗਤਾਂ ਨੇ, 50,000 ਰੁਪਈਆ, ਡਾਲਰ ਨਹੀਂ ਰੁਪਈਆ ਭੇਜਿਆ ਜੀ। PTN 24 ਦੇ ਨਾਲ ਜੁੜਿਆ ਨੂੰ ਉਹਨਾਂ ਨੂੰ 8 ਤੋਂ 9 ਮਹੀਨੇ ਹੋਏ ਆ। 3 ਸ਼ਹੀਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਕੀਤੇ ਗਏ ਆ, ਤੇ ਆਲਮੋਸਟ ਉਹਨਾਂ ਦੇ ਕਹਿਣ ਅਨੁਸਾਰ ਹੀ, ਕਿਉਂਕਿ ਅਸੀਂ PTN 24 ਦਾ ਉਸ ਪੈਸੇ ਦੇ ਨਾਲ ਕੋਈ ਹੱਥ
ਅਸੀਂ ਉਸ ਪੈਸੇ ਨੂੰ ਟੱਚ ਨਹੀਂ ਕਰਦੇ, ਅਸੀਂ ਲੈਂਦੇ ਨਹੀਂ, ਅਸੀਂ ਡਾਇਰੈਕਟ ਪਰਿਵਾਰਾਂ ਨੂੰ ਕਹਿੰਦੇ ਉੱਥੋਂ ਤੱਕ ਪਹੁੰਚਾ ਦਿਓ। ਤੇ ਆਲਮੋਸਟ $1.5 ਲੱਖ ਤੋਂ ਉੱਪਰ ਜਿਹੜਾ 9 ਮਹੀਨਿਆਂ ਦੇ ਵਿੱਚ ਸੰਗਤਾਂ ਵੱਲੋਂ NRI ਭੈਣਾਂ ਭਰਾਵਾਂ ਵੱਲੋਂ ਭੇਜਿਆ ਗਿਆ ਜੀ ਉੱਥੇ। ਭਾਜੀ ਇਹ ਕਲੀਅਰ ਪਲੀਜ਼ ਕਰੋ, ਕਿਉਂਕਿ ਸਾਡੇ ਲੋਕੀ ਉਹ ਦੂਸਰੇ ਚੈਨਲ ਤੇ ਨਾ ਉਹਨਾਂ ਦੀ ਵੀਡੀਓ ਦੇਖ ਕੇ ਪੈਸੇ ਉਹਨਾਂ ਨੂੰ ਭੁਲੇਖੇ ਨਾਲ ਦੇਈ ਜਾਂਦੇ ਆ। ਬਿਲਕੁਲ ਜੀ, ਉਹਨਾਂ ਨੂੰ ਆਪਾਂ ਮੰਡੇ ਲਿਆਵਾਂਗੇ। ਬਾਕੀ ਉਹ ਬਹੁਤ ਜਲਦੀ ਇੱਕ ਪੂਰੀ ਵੀਡੀਓ ਬਣਾ ਕੇ ਪਾ ਰਹੇ ਆ ਵੀ ਇਸ ਵਿਸ਼ੇ ਦੇ ਉੱਤੇ ਵੀ ਇਹ ਕਲੀਅਰ ਸਾਰਾ ਕੁਝ ਹੋਊਗਾ। ਧੰਨਵਾਦ ਵੀਰ ਜੀ। ਹਾਂਜੀ ਵੀਰ ਜੀ, 2940 ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਚੱਦੀ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬੇਟੀ ਹੈ ਜੀ ਬਲਦੇਵ ਸਿੰਘ ਜੀ, ਜਿਹੜਾ ਆਪਣਾ ਕਰੋਨਾ ਵਾਇਰਸ ਦਾ ਆਪਣਾ ਮਰੀਜ਼ ਸੀ, ਉਹਦਾ ਸੰਸਕਾਰ ਉਸੇ ਪਿੰਡ 'ਚ ਹੋਇਆ ਜੀ। ਪਤਾ ਜੀ ਉਸ ਪਿੰਡ 'ਚ ਹੋਇਆ ਤਾਂ ਕਿਸੇ ਨੂੰ ਹੋਇਆ ਤੇ ਹਾਹਾਕਾਰ ਮਚ ਜਾਣੀ ਸੀ, ਤੇ ਖਾਲਸਾ ਜੀ ਦਾ ਜਿਹੜਾ ਸੰਸਕਾਰ ਤੇ ਗਾਂਹ ਪਿਛਾਂਹ ਕਰਦੇ ਤੇ ਉਹ ਤਾਂ ਇਹ ਪਹਿਲਾਂ ਪਤਾ ਕਰਨਾ ਚਾਹੀਦਾ ਸੀਗਾ। ਤੇ ਧੰਨਵਾਦ ਵੀਰ ਜੀ, ਧੰਨਵਾਦ। ਹਾਂਜੀ ਢਿੱਲੋਂ ਸਾਹਿਬ, ਮੈਂ ਪਲੀਜ਼ ਮੈਨੂੰ ਦੱਸਿਓ ਵੀ ਕੀ ਬਲਦੇਵ ਸਿੰਘ ਹੋਣੀ ਜਿਹੜੇ ਪਹਿਲਾਂ ਜਿਹਨਾਂ ਦਾ ਸੰਸਕਾਰ ਹੋਇਆ ਸੀਗਾ ਦੁਆਬੇ ਦੇ ਵਿੱਚ, ਜਿਹੜੇ ਗਏ ਸੀਗੇ ਇਟਲੀ ਵਾਇਆ ਹੋ ਕੇ, ਉਹ ਕਹਿੰਦੇ ਉਹਨਾਂ ਦਾ ਪਿੰਡ ਦੇ ਵਿੱਚ ਹੀ ਸੰਸਕਾਰ ਹੋਇਆ ਸੀ। ਬਿਲਕੁਲ ਜੀ, ਪਿੰਡ ਦੇ ਵਿੱਚ ਹੀ ਹੋਇਆ ਉਹਨਾਂ ਦਾ ਸੰਸਕਾਰ। ਬਸ ਉਹੀ ਪੁੱਛਿਆ ਵੀ ਜੇ ਉਹਨਾਂ ਦੇ ਸੰਸਕਾਰ ਨਾਲ ਨਹੀਂ ਕਰੋਨਾ ਫੈਲ ਸਕਿਆ ਤੇ ਇਹਨਾਂ ਦੇ ਨਾਲ ਏਦਾਂ ਕਿਉਂ ਹੋਇਆ ਨਾ? ਨਹੀਂ, ਬਹੁਤ ਸਾਰੇ ਜਿਹੜੇ ਹੈਗੇ ਜਿਨ੍ਹਾਂ ਦੀਆਂ ਚਲੋ ਬਦਕਿਸਮਤੀ ਨਾਲ ਉਹ ਜਿਉਂਦੇ ਨਹੀਂ ਰਹਿ ਸਕੇ, ਮਰ ਗਏ, ਸੰਸਕਾਰ ਉਹਨਾਂ ਦੇ ਵੀ ਪਿੰਡਾਂ 'ਚ ਹੋਇਆ, ਪਰ ਸਾਰੇ ਥਾਵਾਂ ਤੇ ਕੁਝ ਨਹੀਂ ਹੋਇਆ। ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਥੋੜਾ ਜਿਹਾ ਕਿ ਇੱਕ ਨਾ ਜਿਹੜੇ ਸਾਡੀਆਂ ਸਰਕਾਰਾਂ ਵੱਲੋਂ, ਸਾਡੇ ਸਿਸਟਮ ਵੱਲੋਂ ਹਊਆ ਬਹੁਤ ਖੜਾ ਕੀਤਾ ਹੋਇਆ, ਜਿਹੜਾ ਪੈਨਿਕ ਬੜਾ ਕ੍ਰੀਏਟ ਕੀਤਾ ਜਾਂਦਾ ਹੈ। ਕੱਲ 2 ਘਟਨਾਵਾਂ ਹੋਈਆਂ, ਇੱਕ ਸਰਦਾਰ ਆਪਣੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਹੋਣਾ ਵਾਲੀ, ਇਹਨਾਂ ਦਾ ਸੰਸਕਾਰ ਹੋਇਆ। ਇੱਕ ਕੋਈ ਹਰਦੀਪ ਸਿੰਘ ਕੋਹਲੀ, ਉਹਨਾਂ ਦੀ PGI 'ਚ ਡੈਥ ਹੋਈ ਸੀ, ਔਰ ਉਹਨਾਂ ਦਾ ਸੰਸਕਾਰ ਵੀ ਚੰਡੀਗੜ੍ਹ ਦੇ ਵਿੱਚ ਹੋਇਆ। ਉੱਥੇ ਵੀ ਕਿਸੇ ਨੂੰ ਜਾਣ ਨਹੀਂ ਦਿੱਤਾ, ਪਰਿਵਾਰ ਦੇ ਸਿਰਫ 2 ਮੈਂਬਰ ਸੀ। ਔਰ ਚੰਡੀਗੜ੍ਹ ਦਾ ਸੈਕਟਰ 25 ਦਾ ਜਿਹੜਾ ਸ਼ਮਸ਼ਾਨ ਘਾਟ ਹੈ, ਉੱਥੇ LPG ਹੈ ਜਿਹੜੀ ਆਪਣੀ ਹੁੰਦੀ ਹੈ ਤੁਹਾਡੀ ਗੈਸ ਦੇ ਨਾਲ ਵੀ ਸੰਸਕਾਰ ਦਾ ਪ੍ਰਬੰਧ ਹੈ। ਤੇ ਗੈਸ ਵਾਲੀ ਜਿਹੜੀ ਸੀਗੀ ਭੱਠੀ, ਉਹਨੂੰ ਚਲਾਉਣ ਵਾਲੇ ਸਿਰਫ 2 ਬੰਦੇ ਸੀ ਤੇ ਬਾਕੀ ਸਾਰੇ ਮੁਲਾਜ਼ਮਾਂ ਜਿਹੜੇ ਉਹਨਾਂ ਨੂੰ ਸ਼ਮਸ਼ਾਨ ਘਾਟ ਚੋਂ ਬਾਹਰ ਕੱਢਤਾ ਸੀ। ਵੈਸੇ ਪ੍ਰਬੰਧ ਹੋ ਸਕਦਾ, ਉਹਨਾਂ ਨੂੰ ਕਹਿ ਸਕਦਾ ਜੀ ਤੁਸੀਂ ਜੇ ਡਾਕਟਰ ਮਾਸਕ ਪਾ ਕੇ ਜਾਂ ਹੋਰ ਇਕਵਿਪਮੈਂਟ ਪਾ ਕੇ ਇਲਾਜ ਕਰ ਸਕਦੇ ਤਾਂ ਸੰਸਕਾਰ ਕਰਨ ਵਾਲਿਆਂ ਬੰਦੇ ਲਈ ਵੀ ਇਹ ਪ੍ਰਬੰਧ ਕੀਤਾ ਜਾ ਸਕਦਾ ਹੈ। ਲੇਕਿਨ ਮਰਨ ਵਾਲਿਆਂ ਦਾ ਇੰਨਾ ਨਿਰਾਦਰ ਹੋਵੇ, ਇਹ ਗੱਲ ਚੰਗੀ ਨਹੀਂ। ਉਹਨਾਂ ਤੋਂ ਹੋਊਗਾ ਪੈਦਾ ਹੋਵੇ, ਗੱਲ ਚੰਗੀ ਨਹੀਂ। ਸਮਾਜ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਸਿਸਟਮ ਨੂੰ, ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ। ਜੀ ਢਿੱਲੋਂ ਸਾਹਿਬ, ਆਪਾਂ 2 ਮਿੰਟ 'ਚ ਖਬਰ ਜ਼ਰੂਰ ਲੈ ਲੈਣੇ। ਨਿਊਜ਼ੀਲੈਂਡ 'ਚ ਸਿਹਤ ਮੰਤਰੀ 'ਚ ਸਾਈਕਲਿੰਗ ਨੇ ਪਾਇਆ ਪੰਗਾ ਜੀ। ਮੈਂ ਕਹਿੰਦਾ ਜੀ ਇਹਦੇ ਨਾਲ ਇੱਕ ਇੰਪੋਰਟੈਂਟ ਖਬਰ ਹੋਰ ਹੈ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਹੈ। ਤਲਵੰਡੀ ਉਹ ਇਹ ਹੈ ਕਿ ਜਿਹੜਾ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ, ਉਹ ਹੈ ਜੀ 13 ਅਪ੍ਰੈਲ 1699 ਨੂੰ ਸਥਾਪਨਾ ਹੋਈ ਸੀ। ਤੇ ਹਰ ਸਾਲ ਅਸੀਂ ਸਾਲਾਨਾ ਉਤਸਵ ਮਨਾਉਣੇ ਆ। ਖਾਲਸੇ ਦਾ ਜਿਹੜਾ ਸਥਾਪਨਾ ਦਿਵਸ ਹੈ ਉਹਨੂੰ ਮਨਾਉਣੇ ਆ ਵਿਸਾਖੀ ਦੇ ਮੌਕੇ। ਬਿਲਕੁਲ ਜੀ। ਔਰ ਸਭ ਤੋਂ ਵੱਡਾ ਜਿਹੜਾ ਇਤਿਹਾਸਿਕ ਜੋੜ ਮੇਲਾ ਹੁੰਦਾ ਹੈ, ਉਹ ਹੁੰਦਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਸਾਖੀ ਦੇ ਮੌਕੇ ਤੇ। ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਮੈਂ ਜਾਤੀ ਤੌਰ ਤੇ ਵੀ ਭਾਈ ਹਰਪ੍ਰੀਤ ਸਿੰਘ ਜੀ ਨਾਲ ਗੱਲ ਕਰੂੰਗਾ ਕਿ ਕਿਰਪਾ ਕਰਕੇ ਐਤਕੀ ਇਕੱਠ ਨਾ ਹੋਵੇ, ਕਿਉਂਕਿ ਨਿਜ਼ਾਮੂਦੀਨ ਦਾ ਜਿਹੜਾ ਸਾਡੇ ਸਾਹਮਣੇ ਤਜਰਬਾ ਹੈ ਵੀ ਨਿਜ਼ਾਮੂਦੀਨ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸੀ ਔਰ 1-2 ਬੰਦਿਆਂ ਨੂੰ ਸ਼ਾਇਦ ਹੋ ਸਕਦਾ ਵੀ ਇਨਫੈਕਸ਼ਨ ਹੋਵੇ ਕਰੋਨਾ ਦੀ, ਔਰ ਉਹ ਇਨਫੈਕਸ਼ਨ ਦੇ ਨਾਲ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਤਹਿਲਕਾ ਮਚਿਆ ਹੋਇਆ ਹੈ। ਸਾਡੀ ਖੁਸ਼ਕਿਸਮਤੀ ਇਹ ਹੈ ਕਿ ਪੰਜਾਬ ਦੇ 22 ਜ਼ਿਲ੍ਹੇ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚੋਂ ਸਿਰਫ ਅਜੇ ਤੱਕ ਕਰੋਨਾ 7 ਜ਼ਿਲ੍ਹਿਆਂ 'ਚ ਹੈ। 15 ਜ਼ਿਲ੍ਹੇ ਜਿਹੜੇ 2/3 ਜ਼ਿਲ੍ਹੇ ਹਾਲੇ ਤੱਕ ਬਚੇ ਹੋਏ ਹੈ। ਸੋ ਇਹ ਜਿਹੜਾ ਹੈਗਾ ਦਮਦਮਾ ਸਾਹਿਬ, ਤੁਹਾਨੂੰ ਪਤਾ ਸਾਰੇ ਪੰਜਾਬ ਚੋਂ ਨਹੀਂ ਸਾਰੀ ਦੁਨੀਆ ਚੋਂ ਸੰਗਤਾਂ ਆਉਂਦੀਆਂ। ਬਿਲਕੁਲ ਜੀ। ਤੇ ਜਦੋਂ ਇਹ ਸੰਗਤਾਂ ਇੱਥੇ ਆਉਣਗੀਆਂ ਤੇ ਕੋਈ ਐਸਾ ਮੰਦਭਾਗਾ ਭਾਣਾ ਨਾ ਵਾਪਰ ਜੇ। ਸੋ ਅੱਜ ਟੈਲੀ ਕਾਨਫਰੰਸਿੰਗ ਦੇ ਜ਼ਰੀਏ ਸਿੰਘ ਸਾਹਿਬਾਨ ਦੀ ਇੱਕ ਮੀਟਿੰਗ ਹੋਈ ਸੀ, ਪੰਜਾਂ ਸਿੰਘ ਸਾਹਿਬਾਨ ਦੀ। ਹਜ਼ੂਰ ਸਾਹਿਬ ਵਾਲਿਆਂ ਨਾਲ ਵੀ ਸੰਪਰਕ ਸਥਾਪਿਤ ਕੀਤਾ ਹੋਇਆ ਸੀ ਤੇ ਪਟਨਾ ਸਾਹਿਬ ਵਾਲਿਆਂ ਨਾਲ ਵੀ ਸੰਪਰਕ ਕੀਤਾ ਹੋਇਆ ਸੀ। 3 ਜਿਹੜੇ ਹੈਗੇ ਤਖਤ ਸਾਹਿਬ ਸਾਡੇ 'ਚ ਆਪਣੇ 'ਚ ਹੈ। ਤੇ ਅੱਜ ਭਾਈ ਹਰਦੀਪ ਸਿੰਘ ਹੋਰੀ ਜਿਹੜੇ ਬੜੇ ਪੜ੍ਹੇ ਲਿਖੇ ਹੈ ਤੇ ਮੈਂ ਸਮਝਦਾ ਬੜੇ ਲੰਬੇ ਸਮੇਂ ਬਾਅਦ ਸਿੱਖ ਪੰਥ ਨੂੰ ਚੰਗੇ ਜਥੇਦਾਰ ਮਿਲੇ ਹੈ, ਉਹਨਾਂ ਨੇ ਫੈਸਲਾ ਕਰਤਾ ਕਿ ਐਤਕੀ ਤਖਤ ਦਮਦਮਾ ਸਾਹਿਬ ਦੇ ਉੱਤੇ ਇਕੱਠ ਨਹੀਂ ਕਰਨਾ। ਗੁਰੂ ਘਰ ਦੇ ਅੰਦਰ ਅਖੰਡ ਪਾਠ ਸਾਹਿਬ ਕਰਕੇ ਭੋਗ ਪਾ ਦਿੱਤੇ ਜਾਣ। ਸੰਗਤਾਂ ਜਿਹੜੀਆਂ ਹੈਗੀਆਂ ਆਪੋ ਆਪਣੇ ਘਰਾਂ ਦੇ ਵਿੱਚ ਸਧਾਰਨ ਪਾਠ ਦਾ ਭੋਗ ਪਾਉਣ, ਵੈਸੇ ਪਾਠ ਕਰਨ
ਤੇ ਮਨੁੱਖਤਾ ਦੇ ਭਲੇ ਦੀਆਂ ਅਰਦਾਸਾਂ ਕਰਨ। ਆਪੋ ਆਪਣੇ ਥਾਵਾਂ ਤੇ ਕਰੋ, ਇਕੱਠ ਨਾ ਕਰੋ। ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਇਹ ਜਿਹੜੇ ਸਾਡੇ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਖਾਸ ਕਰਕੇ 1925 ਤੋਂ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਾਲਾ ਕਾਨੂੰਨ ਬਣੇ, ਪਹਿਲੀ ਵਾਰੀ ਇੱਕ ਬਹੁਤ ਉਸਾਰੂ, ਬਹੁਤ ਸੁਚਾਰੂ ਫੈਸਲਾ ਸਿੰਘ ਸਾਹਿਬਾਨ ਨੇ ਲਿਆ। ਇਹ ਮੇਰਾ ਖਿਆਲ ਹੈ ਵੀ ਸਾਨੂੰ ਧੰਨਵਾਦ ਕਰਨਾ ਚਾਹੀਦਾ PTN 24 ਵੱਲੋਂ ਕਿ ਉਹਨਾਂ ਨੇ ਮਨੁੱਖਤਾ ਨੂੰ ਪ੍ਰਮੁੱਖ ਰੱਖਿਆ। ਰਵਾਇਤ ਨੂੰ ਫਿਲਹਾਲ ਉਹਨਾਂ ਨੇ ਕਹਿਤਾ ਕੋਈ ਗੱਲ ਨਹੀਂ, ਸੁੱਖ ਰਹੇ, ਸ਼ਾਂਤੀ ਰਹੇ, ਅਗਲੀ ਵਾਰੀ ਆਪਾਂ ਜਿਹੜਾ ਇਹ ਸਥਾਪਨਾ ਦਿਵਸ ਮਨਾ ਲਵਾਂਗੇ। ਬਿਲਕੁਲ ਵਾਕਿਆ ਢਿੱਲੋਂ ਸਾਹਿਬ ਨਹੀਂ, ਚੰਗੇ ਹਰਪ੍ਰੀਤ ਸਿੰਘ ਹੋਣੀ, ਗਿਆਨੀ ਹਰਪ੍ਰੀਤ ਸਿੰਘ ਜੀ ਚੰਗੇ ਸੁਲਝੇ ਹੋਏ ਇਨਸਾਨ ਆ ਜੀ। ਉਹਨਾਂ ਨੇ ਬੜਾ ਵਧੀਆ ਫੈਸਲਾ ਲਿਆ। ਵਾਕਿਆ ਅਸੀਂ PTN 24 ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ, ਜਿਹੜਾ ਆਉਣ ਵਾਲੇ ਸਮੇਂ ਨੂੰ ਉਹਨਾਂ ਨੇ ਮੱਦੇਨਜ਼ਰ ਰੱਖਿਆ। ਆਪਣੇ ਨਾਲ ਇੱਕ ਕਾਲਰ ਜੁੜੇ ਤੇ ਮਿੰਟ ਆਪਣੇ ਕੋਲ ਇੱਕ ਹੀ ਰਹਿ ਗਿਆ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਮੇਰਾ ਕੁਐਸਚਨ ਹੈ ਜੀ, ਜਿਵੇਂ ਦਿੱਲੀ ਦੇ ਵਿੱਚ ਜਿਹੜਾ ਤਬਲੀਗੀ ਜਮਾਤ ਤੇ ਕੇਜਰੀਵਾਲ ਸਾਹਿਬ ਨੇ ਕਹੇ ਹੈਗੇ ਵੀ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ, ਉਹਦੇ ਆਰਡਰ ਕੀਤੇ ਹੈ। ਜਦੋਂ ਦਿੱਲੀ ਦੇ ਵਿੱਚ ਦੰਗੇ ਹੋ ਰਹੇ ਸੀ ਉਦੋਂ ਕੇਜਰੀਵਾਲ ਚੁੱਪ ਸੀ। ਜਦੋਂ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਮਜ਼ਦੂਰਾਂ ਦੀ ਭੀੜ ਲੱਗੀ ਹੋਈ ਸੀ ਉਦੋਂ ਕੇਜਰੀਵਾਲ ਚੁੱਪ ਸੀ। ਇਹ ਨਹੀਂ ਵੀ ਉਹ RSS ਦਾ ਜਾਂ ਭਾਰਤੀ ਹਕੂਮਤ ਤੋਂ ਦੂਸਰਾ ਚਿਹਰਾ ਨਜ਼ਰ ਆ ਰਿਹਾ ਜੀ, ਉਹਦੇ ਬਾਰੇ ਦੱਸੋ ਜੀ ਕੀ ਵਿਚਾਰ ਹੈ। ਥੈਂਕ ਯੂ। ਢਿੱਲੋਂ ਸਾਹਿਬ ਆਪਣਾ ਸਵਾਲ। ਹਾਂਜੀ ਜੀ ਢਿੱਲੋਂ ਸਾਹਿਬ, ਅਸੀਂ ਡਿਸਕਸ ਪਹਿਲਾਂ ਕਰ ਚੁੱਕੇ ਹਾਂ, ਲੇਕਿਨ ਜਿਹੜਾ ਤੁਸੀਂ ਖਦਸ਼ਾ ਪ੍ਰਗਟ ਕਰ ਰਹੇ ਹੋ ਜੀ, ਇਹ ਖਦਸ਼ਾ ਸਾਨੂੰ ਵੀ ਹੈ ਜੀ। ਬਿਲਕੁਲ ਜੀ, ਵਾਕਿਆ ਢਿੱਲੋਂ ਸਾਹਿਬ ਤੁਸੀਂ ਬੜੇ ਸ਼ਾਰਟ ਦੇ ਵਿੱਚ ਹੀ ਦੱਸ ਦਿੱਤਾ, ਕਿਉਂਕਿ ਅਸੀਂ ਆਲਰੇਡੀ ਖਦਸ਼ਾ ਜਿਹੜਾ ਸਾਰਾ ਕੁਝ ਖਬਰਾਂ ਦੇ ਵਿੱਚ ਢਿੱਲੋਂ ਸਾਹਿਬ ਅਸੀਂ ਕਰ ਚੁੱਕੇ ਹਾਂ। ਤੁਸੀਂ ਕਾਲ ਥੋੜੀ ਜੀ ਸ਼ਾਇਦ ਤੁਸੀਂ ਟਿਊਨ ਲੇਟ ਕੀਤਾ ਹੋਣਾ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਬਖਤੌਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇੰਨੀ ਭਰਪੂਰ ਜਾਣਕਾਰੀ ਦੇਣ ਲਈ। ਸ਼ੁਕਰੀਆ ਜੀ, ਧੰਨਵਾਦ ਜੀ। ਜੀ ਦੋਸਤੋ, ਤੁਸੀਂ ਦੇਖ ਤੇ ਸੁਣ ਰਹੇ ਹੋ PTN 24 1690 AM ਤੇ ਇਹ ਪ੍ਰੋਗਰਾਮ 9:30 ਤੋਂ ਲੈ ਕੇ 10 ਵਜੇ ਤੱਕ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਤੁਸੀਂ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਤੋਂ ਸਵੇਰੇ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਬਾਣੀ ਤੇ ਸ਼ਾਮ ਨੂੰ 4:30 ਤੋਂ 7:30 ਵਜੇ ਤੱਕ ਗੁਰਬਾਣੀ ਤੇ ਨਾਲ ਹੀ ਬਲਵਿੰਦਰ ਸਿੰਘ ਪੱਖੋਕੇ ਉਹਨਾਂ ਦਾ ਨਾਰਥ ਅਮਰੀਕਾ ਬੁਲੇਟਿਨ ਸਾਰੇ ਪ੍ਰੋਗਰਾਮ ਦੇਖਦੇ ਰਹਿੰਦੇ ਹੋ। ਆਪਣੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਪਰਮਜੀਤ ਸਿੰਘ ਜੱਜ ਹੁਣੀ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜਨਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।